ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਨਿੱਘੀ ਜੀਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਉਹਨਾਂ ਮੁੱਦਿਆਂ ਤੋਂ ਜਾਣੂ ਕਰਵਾਉਂਦੇ ਹਾਂ ਜਿਹੜੇ ਮੁੱਦੇ ਸਿਰਫ ਪੰਜਾਬ ਵਿੱਚ ਨਹੀਂ ਵਾਪਰੇ, ਪੂਰੇ ਵਿਸ਼ਵ ਵਿੱਚ ਜਿਹੜੇ ਅੰਤਰਰਾਸ਼ਟਰੀ ਤੌਰ ਤੇ ਸਾਡੇ ਦਰਸ਼ਕ ਜਾਣਦੇ ਵੀ ਆ ਔਰ ਕੁਝ ਤਾਂ ਹੱਲ ਕਰ ਲਏ ਆ, ਕੁਝ ਜਿਹੜੇ ਉਹ ਅਜੇ ਲਟਕ ਰਹੇ ਆ। ਔਰ ਪੰਜਾਬ ਵਿੱਚ ਖਾਸ ਕਰਕੇ ਉਹ ਮੁੱਦੇ ਜਿਨ੍ਹਾਂ ਤੋਂ ਜਾਣੂ ਹੋਣਾ ਚਾਹ ਰਹੇ ਨੇ ਸਾਡੇ ਪੰਜਾਬ ਦੇ ਲੋਕ, ਜਿਹੜੇ ਪ੍ਰਵਾਸੀ ਭਾਰਤੀ ਵੀ ਨੇ ਔਰ ਬਾਹਰਲੇ ਦੇਸ਼ਾਂ 'ਚ ਬੈਠੇ ਆ। ਤੇ ਮੈਂ ਗੁਜ਼ਾਰਿਸ਼ ਕਰੂੰਗਾ, ਮੇਰੇ ਨਾਲ ਬੈਠੇ ਨੇ ਸੰਜੀਵ ਜਸ ਖੰਨਾ ਜੀ। ਔਰ ਖੰਨਾ ਜੀ, ਉਹ ਮੁੱਦੇ ਲਓ ਜਿਹੜੇ ਪੰਜਾਬ ਵਿੱਚ ਭਖਦੇ ਨੇ ਔਰ ਜਿਨ੍ਹਾਂ ਮੁੱਦਿਆਂ ਤੋਂ ਸਾਡੇ ਸਾਰੇ ਦਰਸ਼ਕ ਜਾਣੂ ਹੋਣਾ ਚਾਹੁੰਦੇ ਨੇ। ਔਰ ਉਹ ਇਸ ਤਰ੍ਹਾਂ ਦੇ ਮੁੱਦੇ ਨੇ ਜਿਹੜੇ ਸਾਡੇ ਜਵਾਨ ਲੋਕਾਂ ਨੂੰ, ਜਵਾਨ ਬੱਚਿਆਂ ਨੂੰ ਜਿਹੜੇ ਬੈਨੀਫਿਟ ਨੇ, ਜਿਹੜੇ ਬੜਾ ਵੱਡਾ ਜਿਹੜਾ ਉਹਨਾਂ ਨੂੰ ਪਿਆਰ ਵੀ ਦੇਣਗੇ, ਸਤਿਕਾਰ ਵੀ ਦੇਣਗੇ ਤੇ ਜਿਨ੍ਹਾਂ 'ਚ ਉਹਨਾਂ ਨੂੰ ਬੜਾ ਨਫਾ ਹੋਊਗਾ। ਉਹ ਕਿਹੜੇ ਜੀ? ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਪੰਜਾਬੀਆਂ ਨੂੰ ਬੜਾ ਸ਼ੌਕ ਰਹਿੰਦਾ ਕੈਨੇਡਾ ਜਾਣ ਦਾ। ਜੀ 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 ਉਸ ਦੇ ਨਾਲ ਰਿਲੇਟਡ ਹੈ ਕਿ ਕੈਨੇਡਾ ਦੀ ਜਿਹੜੀ ਗਵਰਨਮੈਂਟ ਹੈ ਉਹ ਇੱਕ ਸਰਕਾਰੀ ਵੈਬਸਾਈਟ ਸ਼ੁਰੂ ਕਰਨ ਜਾ ਰਹੀ ਹੈ ਕਿ ਜਿਹੜੀਆਂ ਤੁਹਾਡੀਆਂ ਐਪਲੀਕੇਸ਼ਨਸ ਨੇ, ਕਿਉਂਕਿ ਪਹਿਲਾਂ ਏਜੰਟ ਘੁਮਾਉਂਦੇ ਰਹਿੰਦੇ ਸੀ, ਪਤਾ ਨਹੀਂ ਲੱਗਦਾ ਸੀਗਾ ਕਿੰਨਾ ਸਮਾਂ ਲੱਗਣਾ, ਕੀ ਮੇਰਾ ਸਟੇਟਸ ਹੈ ਜਿਹੜਾ ਮੈਂ ਐਪਲੀਕੇਸ਼ਨ ਲਗਾਈ ਹੋਈ ਹੈ। ਹੁਣ ਐਪਲੀਕੇਸ਼ਨ ਦਾ ਸਟੇਟਸ ਆਨਲਾਈਨ ਵੇਖ ਸਕੋਗੇ, ਕਿੰਨਾ ਸਮਾਂ ਲੱਗ ਸਕਦਾ ਹੈ, ਤੁਹਾਡੀ ਅਪਾਇੰਟਮੈਂਟ ਵਿੱਚ ਕਿੰਨਾ ਸਮਾਂ ਲੱਗ ਸਕਦਾ, ਤੁਹਾਡੀ ਫਾਈਲ ਕਲੀਅਰ ਹੋਣ ਦੇ ਵਿੱਚ, ਸਭ ਕੁਝ ਆਨਲਾਈਨ ਤੁਸੀਂ ਦੇਖ ਸਕਦੇ ਹੋ। ਹੁਣ ਕਿਸੇ ਦੇ ਉੱਤੇ ਡਿਪੈਂਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੁਹਾਨੂੰ। ਇਹ ਬੜੀ ਨਾ ਖੁਸ਼ਖਬਰੀ ਹੈ ਸਾਡੇ ਉਹਨਾਂ ਜਵਾਨ ਬੱਚਿਆਂ ਨੇ ਜਿਹੜੇ ਵਿਦਿਆਰਥੀ ਤੌਰ ਤੇ ਬਾਹਰ ਜਾ ਰਹੇ ਨੇ, ਬਾਹਰਲੇ ਦੇਸ਼ਾਂ ਵਿੱਚ, ਖਾਸ ਕਰਕੇ ਕੈਨੇਡਾ ਵਿੱਚ, ਔਰ ਸਟੱਡੀ ਵੀਜ਼ੇ ਨਾਲ। ਔਰ ਕਈ ਘੁੰਮਣ ਫਿਰਨ ਵੀ ਜਾ ਰਹੇ ਆ, ਸਪਾਊਸ ਵੀਜ਼ੇ ਤੇ ਵੀ ਆ, ਔਰ ਕਈ ਉੱਥੇ PR ਵੀ ਲੈਣਾ ਚਾਹ ਰਹੇ ਔਰ ਲੈ ਵੀ ਰਹੇ ਪੰਜਾਬ ਤੋਂ ਜਿਹੜੇ ਜਵਾਨ ਮੁੰਡੇ ਆ। ਕਿਉਂਕਿ ਪੰਜਾਬ ਵਿੱਚ ਇਸ ਵੇਲੇ ਬੇਰੁਜ਼ਗਾਰੀ ਵੀ ਹੈ, ਬੇਰੁਜ਼ਗਾਰੀ ਕਰਕੇ ਬੱਚਿਆਂ ਨੂੰ ਚੰਗੀਆਂ ਸੀਟਾਂ, ਚੰਗੀਆਂ ਪੋਸਟਾਂ, ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ। ਔਰ ਉਹ ਦੇਸ਼ ਖੁੱਲ੍ਹਾ ਔਰ ਬੜੀ ਦੂਰ ਦੂਰ ਤੱਕ ਜਿਹੜੇ ਸਾਡੇ ਪੰਜਾਬੀ ਵੱਸਦੇ ਨੇ, ਖਾਸ ਕਰਕੇ ਸਰੀ 'ਚ, ਬ੍ਰਿਟਿਸ਼ ਕੋਲੰਬੀਆ 'ਚ ਪੰਜਾਬੀਆਂ ਦੀ ਉੱਥੇ ਪੂਰੀ ਠਾਠਾ, ਪੂਰੀ ਪੰਜਾਬੀਆਂ ਦਾ ਉੱਥੇ ਬੜੀ ਵਸੋਂ ਹੈ ਔਰ ਚੰਗੀ ਆਬਾਦੀ ਹੈ। ਔਰ ਅਸੀਂ ਇਹ ਜਿਹੜੀ ਸਹੂਲਤ ਹੈ ਇਹਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ ਉਹਨਾਂ ਵਿਦਿਆਰਥੀਆਂ ਲਈ ਜਿਹੜੇ ਹੁਣ ਇਸ ਵੇਲੇ ਨਵੰਬਰ ਦੇ ਵਿੱਚ ਬੱਚਿਆਂ ਨੇ ਜਾਣਾ ਵਾ ਔਰ ਉਹਨਾਂ ਦੇ ਵੀਜ਼ੇ ਮੁਕੰਮਲ ਹੋ ਰਹੇ ਆ ਔਰ ਉੱਥੇ ਦੇ ਜਿਹੜੇ ਕਾਲਜ ਆ, ਯੂਨੀਵਰਸਿਟੀਆਂ ਵਾ, ਉਹਨਾਂ ਨੂੰ ਉਡੀਕ ਰਹੀਆਂ, ਉਹਨਾਂ ਨੇ ਜਾਣਾ ਵਾ। ਪਰ ਅੱਜ ਨਵੀਂ ਜਿਹੜੀ ਖੁਸ਼ਖਬਰੀ ਇਹ ਆ ਜਿਹੜੀ ਤੁਸੀਂ ਦੱਸੀ ਆ, ਕਿਉਂਕਿ ਇਸ ਤਰ੍ਹਾਂ ਦਾ ਹੈਗਾ ਜਿੱਥੇ ਤੁਹਾਡਾ ਸਟੇਟਸ ਦਾ ਪਤਾ ਲੱਗ ਜੂਗਾ ਕਿ ਕਿੱਥੋਂ ਤੱਕ ਤੁਹਾਡਾ ਜਾ ਰਿਹਾ, ਕਿੱਥੇ ਤੱਕ ਹੋਰ ਜਾਊਗਾ ਔਰ ਤੁਸੀਂ ਉਸ ਵੈਬਸਾਈਟ 'ਤੇ ਜਾ ਕੇ ਪਤਾ ਕਰ ਸਕਦੇ ਜੀ। ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਤੁਹਾਡਾ ਵਿਜ਼ਿਟ ਵੀਜ਼ਾ ਵਾ 137 ਦਿਨਾਂ 'ਚ ਪੂਰਾ ਹੋ ਜਾਊਗਾ ਤੇ 23 ਮਹੀਨਿਆਂ 'ਚ ਜਿਹੜਾ ਵਰਕ ਪਰਮਿਟ ਦਾ ਹੋ ਜਾਊਗਾ। ਸਪਾਊਸ ਵੀਜ਼ਾ ਜਿਹੜਾ ਤੁਹਾਡਾ 87 ਦਿਨਾਂ 'ਚ ਹੈਗਾ ਔਰ ਵੱਖ-ਵੱਖ ਟਰਮਸ ਆ ਤੇ ਇਹਨਾਂ ਟਾਈਮ ਦੇਤਾ ਨਾ, ਉਹਦੇ ਵਿੱਚ ਹੋ ਜਾਊਗਾ। ਇਹਦਾ ਮਤਲਬ ਉਦੋਂ ਪਹਿਲਾਂ ਹੋ ਜਾਊਗਾ। ਜਿਸ ਤਰ੍ਹਾਂ ਕਿ ਜਦੋਂ PR ਲੈਂਦੇ ਨੇ ਸਾਡੇ ਮੁੰਡੇ ਤੇ ਜਦੋਂ ਉਹ ਕੈਨੇਡਾ ਪਹੁੰਚ ਜਾਂਦੇ ਆ, ਉਦੋਂ ਬਾਅਦ ਉਹਨਾਂ ਨੂੰ PR ਕਾਰਡ ਮਿਲਦਾ ਔਰ ਉਹਦਾ ਵਿਦਨ 90 ਡੇ ਦਾ ਟਾਈਮ ਹੁੰਦਾ, ਵਿਦਨ ਪੀਰੀਅਡ ਆਰਾਮ ਨਾਲ ਮਿਲ ਜਾਂਦਾ। ਹੁਣ ਸਾਡੇ ਇੰਡੀਆ 'ਚ ਤਾਂ ਹੁੰਦਾ ਨਾ, ਜਦੋਂ 3 ਮਹੀਨੇ ਦਿੰਦੇ ਤਾਂ 9 ਮਹੀਨੇ ਲੱਗ ਜਾਂਦੇ ਕੰਮ 'ਚ, 10 ਮਹੀਨੇ ਲੱਗ ਜਾਂਦੇ। ਪਰ ਉਹਨਾਂ 'ਚ ਐਕੂਰੇਸੀ ਆ, ਕੰਮ ਕਰਨ ਦੀ ਸਮਰੱਥਾ ਵਾ ਔਰ ਲੋਕ ਬੜੇ ਟਾਈਮ ਨਾਲ ਕੰਮ ਕਰਦੇ ਆ। ਉਹਨਾਂ ਦੀ ਐਮਬੈਸੀ, ਉਹਨਾਂ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ, ਜਿਹੜਾ ਹੋਮ ਮਿਨਿਸਟਰ ਆ, ਉਹਨਾਂ ਦੇ ਨਾਲ ਇਮੀਗ੍ਰੇਸ਼ਨ ਵਾਲੇ ਮਿਨਿਸਟਰ ਇਕੱਠੇ ਬਹਿ ਕੇ ਗੱਲ ਕਰਦੇ। 80% ਦੇ ਕਰੀਬ ਜਿਹੜੀ ਪੈਂਡੈਂਸੀ ਹੈਗੀ ਉਹ ਘਟੇਗੀ, ਉਹ ਵੀ ਕਲੀਅਰ ਕਰ ਦਿੰਦੇ ਔਰ ਬੈਕਲੌਗ ਸਾਰਾ ਨਿਕਲੇਗਾ। ਹਾਲਾਂਕਿ 1200 ਦੇ ਕਰੀਬ ਨਵੇਂ ਕਰਮਚਾਰੀ ਵੀ ਰੱਖੇ ਨੇ ਕੈਨੇਡਾ ਗਵਰਨਮੈਂਟ ਨੇ ਔਰ ਬੈਕਲੌਗ ਕੱਢਣ ਵਾਸਤੇ, ਕਿਉਂਕਿ ਸਭ ਤੋਂ ਸਪੀਡੀ ਵਰਕ ਹੋ ਰਿਹਾ ਆਫਟਰ ਜੋ COVID-19 ਹੈ, ਜਿਹਨਾਂ ਵਾਇਰਸ 19 ਤੋਂ ਬਾਅਦ ਸਭ ਤੋਂ ਵੱਡਾ ਇਹ ਸਟੈਪ ਲਿੱਤਾ ਹੈ ਕੈਨੇਡੀਅਨ ਗਵਰਨਮੈਂਟ ਨੇ, ਕਿਉਂਕਿ ਉਹਨਾਂ ਦੀ ਜਿਹੜੀ ਇਕੋਨਮੀ ਹੈ ਡਿਪੈਂਡ ਹੀ ਇਮੀਗ੍ਰੇਸ਼ਨ ਦੇ ਉੱਤੇ ਕਰਦੀ ਹੈ ਸਾਰੀ। ਸੋ ਸਭ ਤੋਂ ਜ਼ਿਆਦਾ ਪੈਸਾ ਪੰਜਾਬੀ ਲੈ ਕੇ ਆਉਂਦੇ ਨੇ। ਪੰਜਾਬੀਆਂ ਦਾ ਵੈਸੇ ਵੀ ਬੜਾ ਜ਼ਬਰਦਸਤ ਸਟੇਟਸ ਹੈ ਕੈਨੇਡਾ ਦੇ ਵਿੱਚ, ਕਿਉਂਕਿ ਨੰਬਰ 2 ਦੇ ਉੱਤੇ ਮਤਲਬ ਨੰਬਰ 2 ਦੇ ਉੱਤੇ ਉਹ ਸਭ ਤੋਂ ਜ਼ਿਆਦਾ ਪਾਵਰਫੁਲ ਕਮਿਊਨਿਟੀ ਹੈ ਪੰਜਾਬੀਆਂ ਦੀ ਕੈਨੇਡਾ ਦੇ ਵਿੱਚ। ਨਹੀਂ ਸਿਰਫ ਜਵਾਨ ਨਹੀਂ ਜਾ ਰਹੇ, ਉਹਦੇ ਵਿੱਚ ਜਿਹੜੇ ਬਜ਼ੁਰਗ ਨੇ ਨਾ, ਗ੍ਰੈਂਡ-ਪੇਰੈਂਟਸ ਜਿਹੜੇ ਉਹਨਾਂ ਨੂੰ ਇਨਵਾਈਟ ਕਰਦੇ ਆ, ਉਹਨਾਂ ਲਈ ਵੀ ਜਿਹੜਾ ਉਹਨਾਂ ਨੇ ਕਲੀਅਰ ਕਰਤਾ ਕਿ ਇੰਨੇ ਟਾਈਮ ਦੇ ਵਿੱਚ ਦਾਦਾ ਦਾਦੀ, ਨਾਨਾ ਨਾਨੀ ਸਭ ਜਾ ਰਹੇ ਨੇ। ਜਿਹੜੇ ਗ੍ਰੈਂਡ-ਪੇਰੈਂਟਸ ਜਾ ਰਹੇ ਆ, ਜਿੱਦਾਂ ਕੁੜੀਆਂ ਗਈਆਂ ਉਹਨਾਂ ਦੇ ਪੇਰੈਂਟਸ ਜਾਣਗੇ, ਜਾਂ ਮੁੰਡੇ ਗਏ ਉਹਨਾਂ ਦੇ ਮਾਂ-ਬਾਪ, ਉਹਨਾਂ ਦੇ ਤਾਏ ਚਾਚੇ ਜਿਹੜੇ ਵੀ ਜਾਣਾ ਆਉਂਦੇ ਚਾਹੁੰਦੇ ਆ ਬਲੱਡ ਰਿਲੇਸ਼ਨ 'ਚੋਂ, ਉਹ ਉੱਥੇ ਜਾ ਸਕਦੇ ਆ। ਔਰ ਦੇਖੋ ਲੋਕਾਂ ਦਾ ਜਿਹੜਾ ਇਸ ਵੇਲੇ ਜ਼ਿਆਦਾ ਖਿੱਚ ਕੈਨੇਡਾ ਔਰ ਅਮਰੀਕਾ 'ਚ ਬਹੁਤ ਜ਼ਿਆਦਾ। ਪਹਿਲਾਂ ਇੱਕ ਟਾਈਮ ਹੁੰਦਾ ਸੀਗਾ ਖੰਨਾ ਜੀ, ਜਦੋਂ ਆਪਾਂ ਸਕੂਲ 'ਚ ਪੜ੍ਹਦੇ ਉਦੋਂ ਬਰਤਾਨੀਆ 'ਚ, ਇੰਗਲੈਂਡ 'ਚ ਬਹੁਤ ਜਾਂਦੇ ਸੀ ਔਰ ਇੰਗਲੈਂਡ ਦੇ ਵਿੱਚ ਜਾਂਦੇ ਬੱਲੇ ਇਹ ਵਲੈਤ 'ਚ ਗਿਆ ਬੰਦਾ, ਵਲੈਤੀਆ ਕਹਿੰਦੇ ਉਹਨੂੰ। ਔਰ ਉਦੋਂ ਬਾਅਦ ਕੈਨੇਡਾ ਦੁਬਾਰਾ ਜਦੋਂ ਜਾਣਾ ਸ਼ੁਰੂ ਕਰ ਦਿੱਤਾ ਲੋਕ, ਅੱਗੇ ਸਿੰਗਾਪੁਰ ਤੱਕ ਵੀ ਬਹੁਤ ਸੀ। ਤਾਂ ਉਹਨਾਂ ਕੰਟਰੀਆਂ 'ਚ ਹੁਣ ਜਾ ਕੇ ਇਸ ਵੇਲੇ ਜਿਹੜਾ ਬੋਲਬਾਲਾ ਹੈਗਾ ਉਹ ਕੈਨੇਡਾ ਦਾ ਔਰ ਅਮਰੀਕਾ ਦਾ, ਨਿਊਜ਼ੀਲੈਂਡ ਦਾ ਅਤੇ ਆਸਟ੍ਰੇਲੀਆ ਦਾ। ਇਹਨਾਂ 4 ਕੰਟਰੀਆਂ 'ਚ ਲੋਕ ਭੱਜ ਕੇ ਜਾ ਰਹੇ ਆ। ਜਹਾਜ਼ਾਂ 'ਚ ਤੁਸੀਂ ਦੇਖੋ ਪੰਜਾਬੀ ਬੈਠੇ ਹੁੰਦੇ ਸਾਰੇ ਜਿਹੜੇ ਹੈਗੇ ਆ ਔਰ ਚੰਗੀ ਗੱਲ ਹੈਗੀ ਆ।
ਜਦੋਂ ਕਿ ਪੰਜਾਬ ਦੀ ਜਿਹੜੀ ਇਕਨੋਮੀ ਆ, ਪੰਜਾਬ ਦੇ ਵਿੱਚ ਜੋ ਅਰਥ ਵਿਵਸਥਾ ਵਾ, ਇਹਨੂੰ ਸੁਧਾਰਨ ਲਈ ਸਾਡੇ ਜਵਾਨਾਂ ਦਾ ਰੋਲ ਰਿਹਾ। ਔਰ ਖਾਸ ਕਰਕੇ ਨਾ ਇੱਕ ਹੋਰ ਨਵੀਂ ਗੱਲ ਹੈ ਕਿ ਜਿਹੜੇ ਡਾਕਟਰ ਨੇ, ਇੰਜੀਨੀਅਰ ਆ, ਜਿਹੜੇ ਇੱਥੋਂ ਜਾ ਰਹੇ ਆ ਨਾ, ਉਹਨਾਂ ਨੂੰ ਉੱਥੇ ਆਸਟ੍ਰੇਲੀਆ 'ਚ ਔਰ ਅਮਰੀਕਾ 'ਚ ਤੇ ਕੈਨੇਡਾ 'ਚ ਪਹਿਲ ਦਿੱਤੀ ਜਾ ਰਹੀ ਹੈ। ਔਰ ਮੈਂ ਇੱਕ ਮੇਰਾ ਦੋਸਤ ਸੀਗਾ, ਉਹ ਹੁਣੇ ਆਸਟ੍ਰੇਲੀਆ ਗਿਆ, ਡਾਕਟਰ ਆ, ਔਰ ਉਹ ਇੱਥੇ ਆਪਣਾ ਪਹਿਲਾਂ ਡਾਕਟਰ ਸੀਗੇ ਤੇ ਇੱਕ ਗਵਰਨਮੈਂਟ ਇੰਸਟੀਟਿਊਸ਼ਨ 'ਚ ਲੱਗਿਆ ਸੀ, ਉੱਥੇ ਰਿਜ਼ਾਈਨ ਕਰਤਾ ਉਹਨੇ। ਉੱਥੇ ਗਿਆ, $10,000 ਪਹਿਲਾਂ ਉਹਦੇ ਅਕਾਊਂਟ 'ਚ ਪਾਇਆ, ਉਹਨੂੰ ਉੱਥੇ ਅਕੋਮੋਡੇਸ਼ਨ ਫਰੀ ਆ, ਉੱਥੇ ਸਾਰੀ ਅਸੈਸਰੀ ਸਾਰੀ ਉੱਥੇ ਫਰੀ ਆ। ਉਹਦੀ ਵਾਈਫ, ਉਹਦੇ ਬੱਚੇ ਹੁਣ ਜਾ ਰਹੇ, ਦੁਬਾਰਾ ਜਾਣਗੇ, ਮਤਲਬ ਅਜੇ ਜਾਣ ਵਾਲੇ ਆ। ਪਹਿਲਾਂ ਆਪ ਡਾਕਟਰ ਪਹੁੰਚ ਗਿਆ ਉੱਥੇ, ਔਰ ਦੇਖੋ ਕਿੰਨਾ ਉੱਥੇ ਵੈਲਕਮ ਕਰਦੇ, ਕਿੰਨਾ ਕੁਝ ਹੁੰਦਾ। ਔਰ ਉਹਨਾਂ ਨੇ ਕੀ ਇਸ ਦੇਸ਼ 'ਚ ਰਹਿ ਕੇ ਫਿਰ ਕੀ ਕਰਨਾ, ਜਦੋਂ ਉਹਨਾਂ ਦੀ ਪੂਰੀ ਇੱਜ਼ਤ ਮਾਣ ਨਹੀਂ, ਸਟੇਟਸ ਨਹੀਂ, ਕੁਛ ਰਹਿਣ ਸਹਿਣ ਨਹੀਂ, ਔਰ ਇੰਨਾ ਕੁਝ ਪੈਸਾ ਦੇ ਕੇ ਉਹਨਾਂ ਦਾ ਇਕਨੋਮਿਕਲ ਸਟੇਟਸ ਇੱਥੇ ਵਧਾ ਦਿੰਦੇ ਆ। ਔਰ ਕਿੱਥੇ ਬਹਿ ਜਾਂਦੇ ਬੰਦੇ, ਹਾਲਾਂਕਿ ਟੈਕਸ ਜ਼ਿਆਦਾ ਉੱਥੇ, ਪਰ ਉਹਦੇ ਬਾਵਜੂਦ ਵੀ ਇਨਕਮ ਬਹੁਤ ਹੈਗੀ। हाँ, डॉक्टर हरगोबिंद खुराना जी हाँ, यूएस से चले गए, नोबल प्राइज। सो ये हालत है इंडिया ਦੇ ਵਿੱਚ ਉਹਨਾਂ ਨੂੰ ਆਪਣੀ ਸੈਟੀਸਫੈਕਸ਼ਨ ਦਾ ਕੰਮ ਨਹੀਂ ਮਿਲ ਰਿਹਾ। ਸਹੀ ਗੱਲ, ਕਿੰਨਾ ਵੱਡਾ ਬ੍ਰੇਨ ਡਰੇਨ ਆ। ਸੋ ਜੇ ਇਸ ਸਾਰੇ ਜੋ ਕੈਨੇਡਾ ਜਾ ਕੇ ਉੱਥੋਂ ਦੀ ਇਕਨੋਮੀ ਨੂੰ ਰਿਚ ਕਰ ਸਕਦੇ ਨੇ, ਕਿਉਂਕਿ ਅਸੀਂ ਪੰਜਾਬੀ ਜ਼ਮੀਨ ਤੋਂ ਉੱਠਦੇ ਆ, ਸਭ ਕੁਝ ਬਣਾ ਦਿੰਦੇ ਆ। ਪਾਰਟੀਸ਼ਨ ਤੋਂ ਬਾਅਦ ਦੇਖੋ ਕੀ ਕੁਝ ਨਹੀਂ ਬਣਾਇਆ ਪੰਜਾਬੀਆਂ ਨੇ। ਬਿਲਕੁਲ, ਸੋ ਇਹ ਸਾਰੇ ਹੀ ਮਿਹਨਤੀ ਪੰਜਾਬੀ ਜੇ ਪੰਜਾਬ ਦੇ ਵਿੱਚ ਹੋਣ ਤਾਂ ਪੰਜਾਬ ਨੂੰ ਕੀ ਦਾ ਕੀ ਬਣਾ ਸਕਦੇ ਨੇ। ਪਰ ਸਾਡੀ ਬਦਕਿਸਮਤੀ ਜਿੱਥੇ ਯੂਥ ਬਾਹਰ ਸਭ ਬਾਹਰ, ਜਿੱਥੇ ਜਵਾਨ ਮੁੰਡੇ ਰਹਿਣਗੇ ਨਾ, ਉਸ ਦੇਸ਼ ਦਾ, ਉਸ ਸੂਬੇ ਦਾ ਚਿਹਰਾ ਮੋਹਰਾ ਬਿਲਕੁਲ ਬਦਲ ਕੇ ਰੱਖ ਦਿੰਦੇ ਆ। ਜਿਸ ਘਰ ਵਿੱਚ ਹੀ, ਮੰਨ ਲਓ ਘਰ ਵਿੱਚ ਹੀ 5 ਮੁੰਡੇ ਆ ਨਾ, ਉਸ ਘਰ ਦੇ ਪਰਿਵਾਰ ਦੇ 5 ਮੁੰਡੇ ਜਦੋਂ ਮਿਹਨਤ ਕਰ ਲੱਗ ਪਏ, ਕੋਈ ਫੌਜ 'ਚ ਚਲੇ ਗਿਆ, ਕੋਈ ਪੁਲਿਸ ਚਲੇ ਗਿਆ, ਕੋਈ ਬਾਹਰ ਚਲੇ ਗਿਆ, 5 ਮੁੰਡੇ ਆ ਗਏ ਨਾ, ਉਹ ਪੂਰੇ ਪਿੰਡ ਦਾ ਹੀ ਚਿਹਰਾ ਮੋਹਰਾ ਬਦਲ ਕੇ ਰੱਖ ਦੇਣ। ਕਿਉਂਕਿ ਜਵਾਨੀ ਜਿਹੜੀ ਹੈਗੀ ਨਾ, ਇਹਦੇ 'ਚ એનર્ਜੀ ਬਹੁਤ ਹੈ। ਸਾਡੇ ਸਹੀ ਦਿਸ਼ਾ 'ਚ ਚੱਲ ਪਈ ਤੇ ਚੱਲ ਪਈ, ਉਹ ਤਾਂ ਚੱਲ ਪਈ, ਉਹਨੂੰ ਚੈਨਲਾਈਜ਼ ਕਰਨ ਦੀ ਲੋੜ ਹੈ। ਬਿਲਕੁਲ। ਬਟ ਜਿਹੜੇ ਸਾਡੇ ਵਿਜ਼ਨਰੀ ਬੈਠੇ ਨੇ, ਗ੍ਰੇਟ ਵਿਜ਼ਨਰੀ ਪੋਲੀਟੀਸ਼ੀਅਨਸ, ਉਹਨਾਂ ਦਾ ਵਿਜ਼ਨ ਦੇਖੋ। ਬਾਹਰ ਜਾਓ ਜੀ। ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਇਲੈਕਸ਼ਨ ਮੈਨੀਫੈਸਟੋ 'ਚ ਕਿਹਾ ਅਸੀਂ ਬਾਹਰ ਜਾਣ ਵਾਸਤੇ ਤੁਹਾਨੂੰ ਪੈਸੇ ਦੇਵਾਂਗੇ। ਹੁਣ ਇਹ ਮੈਨੀਫੈਸਟੋ ਹੈ, ਬਾਹਰ ਭੇਜੋ। ਔਰ ਜਿਹੜੇ ਇੱਥੇ ਹੈਗੇ ਨੇ ਉਹਨਾਂ ਨੂੰ ਨਸ਼ਿਆਂ 'ਚ ਲਾਇਆ ਹੋਇਆ। ਸੁੱਤੇ ਰਹੋ ਨਸ਼ੇ ਖਾ ਕੇ, ਅੱਗੋਂ ਸਵਾਲ ਨਾ ਪੁੱਛੋ, ਕਿਉਂਕਿ ਕਦੀ ਹੋ ਨਹੀਂ ਸਕਦਾ ਕਿ ਐਡਮਿਨਿਸਟ੍ਰੇਸ਼ਨ ਦੀ ਮਿਲੀ ਭਗਤ ਤੋਂ ਬਿਨਾਂ ਇੰਨੇ ਨਸ਼ੇ ਹੋ ਜਾਣ। ਹੋ ਨਹੀਂ ਸਕਦਾ, ਨੈਟਵਰਕ ਕੰਮ ਕਰੇ, ਹੋ ਨਹੀਂ ਸਕਦਾ। ਨਹੀਂ ਸਰ, ਗੱਲ ਤਾਂ ਬਿਲਕੁਲ ਸਹੀ ਹੈ। ਵੱਡੇ ਵੱਡੇ ਆਫੀਸ਼ੀਅਲ ਸ਼ਾਮਿਲ ਨੇ, ਇੱਕ ਬਹੁਤ ਵੱਡਾ, ਬਲਕਿ ਬਹੁਤ ਵੱਡਾ ਨੈਟਵਰਕ ਆ। ਇਹਨੂੰ ਐਕਸਪੋਜ਼ ਕੌਣ ਕਰੇ? ਐਕਸਪੋਜ਼ ਕਰਨ ਵਾਲੇ ਵਿੱਚ ਮਿਲੇ ਹੋਏ ਨੇ। ਜਿੱਥੋਂ ਤੱਕ ਸਾਨੂੰ ਐਕਸਪਰਟਸ ਦੀ ਨਿਊਜ਼ ਮਿਲਦੀ ਹੈ, ਰਿਪੋਰਟਸ ਮਿਲਦੀਆਂ ਨੇ, ਕੀ ਕੀਤਾ ਜਾਏ? ਕੁਝ ਨਹੀਂ ਕਰ ਸਕਦੇ। ਜਿਹੜੀ ਜਵਾਨ ਮੁੰਡੇ ਆ ਨਾ, ਹੁਣ ਆਪਾਂ ਨੇ ਨਾ ਕਿ ਨਸ਼ਿਆਂ ਦੀ ਮਾਰ ਹੇਠ ਆ ਗਏ ਆ, ਨਸ਼ਿਆਂ ਦੀ ਦਲਦਲ 'ਚ ਪੈ ਗਿਆ, ਔਰ ਉਹਨਾਂ ਕੋਲ ਨਿਕਲਣਾ ਬੜਾ ਔਖਾ ਹੁੰਦਾ। ਪਰ ਉਹਦੇ ਵਿੱਚ ਜੇ ਸਰਕਾਰ ਸੱਚੀ ਨੀਅਤ ਨਾਲ, ਚੰਗੇ ਤਰੀਕੇ ਨਾਲ ਜੇ ਉਹਨੂੰ ਟਾਲਣਾ ਚਾਹਵੇ ਜਾਂ ਉਹਦੇ ਮਗਰ ਲੱਗ ਜੇ, ਤਾਂ ਸਮਰੱਥ ਤੌਰ 'ਤੇ ਇਹ ਬਿਲਕੁਲ ਬੰਦ ਹੋ ਸਕਦਾ। ਉਹਨਾਂ ਨੂੰ ਪਤਾ ਹੈਗਾ। ਪਰ ਜਦੋਂ ਲੀਡਰ ਹੀ ਇਹ ਕੰਮ ਕਰਦੇ ਰਹੇ, ਲੀਡਰ ਹੀ ਆਪ ਨਸ਼ਾ ਵੰਡਦੇ ਰਹੇ, ਔਰ ਅੰਦਰ ਵੀ ਹੋਏ ਆ, ਬੜਾ ਕੁਝ ਹੋਇਆ। ਹੁਣ ਆਪਾਂ ਨਾਂ ਲੈਣਾ ਨਹੀਂ ਚਾਹੁੰਦੇ, ਸਾਡੇ ਦਰਸ਼ਕਾਂ ਨੂੰ ਪਤਾ ਹੈਗਾ ਕਿ ਲੀਡਰ ਆਪ ਖੁਦ ਕੀ ਕਰਦੇ ਆ, ਚਾਹੇ MP ਆ, ਚਾਹੇ MLA ਆ, ਕੀ ਕਰਦੇ ਆ। ਜਦੋਂ ਇਲੈਕਸ਼ਨ ਹੁੰਦੀ ਆ, ਬੜੇ ਵੱਡੇ ਦਰ 'ਤੇ ਔਰ ਵੱਡੇ ਲਾਰਜ ਸਕੇਲ 'ਤੇ ਨਸ਼ਾ ਵੰਡਿਆ ਜਾਂਦਾ, ਜਿਸ 'ਚ ਸ਼ਰਾਬ ਵੀ ਹੈਗਾ, ਉਹ ਚਿੱਟਾ ਵੀ ਹੈਗਾ, ਉਹ 'ਚ ਕਾਲੀ ਫੀਮ ਵੀ ਹੈਗੀ, ਕਈ ਚੀਜ਼ਾਂ ਹੈਗੀਆਂ। ਔਰ ਉਹ ਦੇਖੋ, ਉਹ ਕੀ ਲੀਡਰ ਬਾਅਦ 'ਚ ਜਾ ਕੇ ਕੀ ਦਿਸ਼ਾ ਦੇਣਗੇ, ਕੀ ਨਿਰਦੇਸ਼ ਦੇਣਗੇ ਤੇ ਕੀ ਕਰਨਗੇ। ਔਰ ਉਸੇ ਕਰਕੇ ਮੁੰਡੇ ਸਾਡੇ ਨਸ਼ਿਆਂ 'ਚ ਗੁਲਤਾਨ ਹੋ ਗਏ, ਔਰ ਪੰਜਾਬ ਨਸ਼ਿਆਂ 'ਚ ਰੁੜ ਗਿਆ। ਦੇਖੋ, ਜੇਲ੍ਹਾਂ ਦੇ ਅੰਦਰ ਡੋਪ ਟੈਸਟ ਹੋਇਆ। ਹਾਂ, ਬਿਲਕੁਲ। ਉੱਥੇ ਕੈਦੀਆਂ ਨੂੰ ਪਾਇਆ ਗਿਆ ਕਿ ਉਹ ਨਸ਼ਾ ਕਰਦੇ ਨੇ। ਹੁਣ ਜੇਲ੍ਹ 'ਚ ਨਸ਼ਾ ਕੌਣ ਲੈ ਕੇ ਜਾਂਦਾ? ਹਾਂ। ਸੋ ਕਈ ਦੇਖੋ ਸਾਡੇ ਲੀਡਰਸ, ਉਹਨਾਂ ਦੇ ਖਿਲਾਫ ਕ੍ਰਿਮੀਨਲ ਕੇਸਿਸ ਚੱਲਦੇ ਪਏ। ਪੰਜਾਬ ਪੁਲਿਸ ਦੇ ਵਿੱਚ ਜਦੋਂ ਡੋਪ ਟੈਸਟ ਹੋਇਆ, ਤੇ ਪੰਜਾਬ ਪੁਲਿਸ ਦੇ ਅਧਿਕਾਰੀ, ਉਹਦੇ ਵਿੱਚ ਜੌਬ ਕਰਨ ਵਾਲੇ ਸਾਰੇ, ਉਹਨਾਂ ਦੇ ਵਿੱਚੋਂ ਡੋਪ ਟੈਸਟ 'ਚੋਂ ਨਿਕਲੇ ਆ, ਐਡਿਕਟ ਨਿਕਲੇ ਆ। ਦੇਖੋ ਬਦਕਿਸਮਤੀ, ਦੇਖੋ ਕ੍ਰਿਮੀਨਲ ਕੇਸਿਸ ਚੱਲਦੇ ਪਏ ਨੇ, ਹਿਸਟਰੀ ਸ਼ੀਟਡ ਨੇ, ਔਰ ਉਹਨਾਂ ਨੂੰ ਤੁਸੀਂ ਦੇਖਦੇ ਹੋ ਲੀਡਰਸ ਬਣੇ ਹੋਏ ਨੇ, ਪਾਵਰ ਦੇ ਵਿੱਚ ਨੇ। ਬਿਲਕੁਲ। ਉਹਨਾਂ ਦਾ ਕੀ ਵਿਜ਼ਨ ਹੋਏਗਾ? ਉਹਨਾਂ ਨੇ ਕੀ ਸੋਚ ਰੱਖਣੀ ਹੈ? ਕੀ ਉਹ ਸੂਬੇ ਬਾਰੇ ਸੋਚਣਗੇ ਜੋ ਕ੍ਰਿਮੀਨਲ ਮਾਈਂਡ ਦੇ ਲੋਕ ਨੇ? ਔਰ ਸਾਡੀ ਬਦਕਿਸਮਤੀ, ਅਸੀਂ ਇਹਨਾਂ ਲੋਕਾਂ ਨੂੰ ਚੁਣ ਕੇ ਆਪਣੇ ਸਿਰ ਤੇ ਬਿਠਾਉਂਦੇ ਆ, ਲੀਡਰ ਬਣਾਉਂਦੇ ਆ, ਔਰ ਇਹ ਵਜ਼ਾਰਤ 'ਚ ਆਉਂਦੇ ਨੇ, ਔਰ ਇਹ ਮਿਨਿਸਟਰੀਆਂ ਸੰਭਾਲਦੇ ਨੇ। ਕੀ ਵਿਜ਼ਨ ਹੈ ਇਹਨਾਂ ਲੋਕਾਂ ਦਾ ਜੋ ਖੁਦ ਕ੍ਰਿਮੀਨਲ ਕੇਸਿਸ ਦੇ ਵਿੱਚ ਫਸੇ ਹੋਏ ਨੇ? ਔਰ ਸਾਡਾ ਲਾਅ ਕੀ ਕਹਿੰਦਾ ਕਿ ਜਦੋਂ ਤੱਕ ਤੁਸੀਂ ਪ੍ਰੂਵ ਨਹੀਂ ਹੋ ਜਾਂਦੇ, ਯੂ ਆਰ ਨਾਟ ਅ ਕਲਪ੍ਰਿਟ, ਤੁਸੀਂ ਮੁਜਰਿਮ ਨਹੀਂ ਹੋ। ਠੀਕ ਹੈ, ਲਾਅ ਆਪਣੀ ਜਗ੍ਹਾ ਹੈ, ਪਰ ਲਾਅ ਨੇ ਆਪਣੀ ਸਪੀਡ ਨਾਲ ਔਰ ਆਪਣੇ ਤਰੀਕੇ ਨਾਲ ਕੰਮ ਕਰਨਾ ਹੈ। 25 ਸਾਲ ਚੱਲ ਜਾਓ ਪਿੱਛੇ ਨੂੰ, ਤੁਸੀਂ ਇਹਨੂੰ ਛੱਡ ਕੇ ਨਾ ਅੱਜ ਦੇ ਤਰੀਕੇ ਨੂੰ, ਅੱਜ ਦੀ ਦੁਨੀਆ ਨੂੰ ਪਿਛਾਂ ਚੱਲ ਜਾਓ 25 ਸਾਲ ਤੱਕ ਨੂੰ, ਦੇਖੋ ਕਿ ਪੰਜਾਬ ਦੀਆਂ ਖਬਰਾਂ ਨੰਬਰ 9 ਔਰ ਬੜੀਆਂ ਜੋਸ਼ੀਲੀਆਂ, ਬੜੀਆਂ ਕ੍ਰੀਏਟਿਵ ਔਰ ਪੰਜਾਬ ਦੇ ਵਿਕਾਸ ਲਈ ਖਬਰਾਂ ਆਉਂਦੀਆਂ। ਹੁਣ ਅੱਜ ਸੁਣੋ, ਕਤਲ ਹੋ ਗਿਆ, ਗੈਂਗਸਟਰ ਆ ਗਏ, ਇੱਥੇ ਚੋਰੀ ਹੋ ਗਈ, ਇੱਥੇ ਲੋਕਾਂ ਨੂੰ ਮਾਰ ਦਿੱਤਾ ਗਿਆ, ਹੈ ਨਾ, ਇੱਥੇ ਆ ਹੋ ਗਿਆ। ਕਦੇ ਵੀ ਪੋਜ਼ਿਟਿਵਿਟੀ ਵਾਲੀ ਨਿਊਜ਼ ਹੈ ਹੀ ਨਹੀਂ। ਦੇਖੋ ਨਾ, ਕੋਰਟ ਤਾਂ ਆਪਣੇ ਤਰੀਕੇ ਨਾਲ ਕੰਮ ਕਰੇਗਾ ਹੀ ਕਰੇਗਾ, ਪਰ ਇਹ ਲੋਕ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਸਬੂਤ ਗਾਇਬ,
ਗਵਾਹ ਗਾਇਬ, ਗਵਾਹ ਦਬਾ ਦਿੱਤੇ, ਗਵਾਹ ਪਤਾ ਨਹੀਂ ਕਿੱਥੇ ਚਲੇ ਗਏ। ਇਹ ਚੀਜ਼ਾਂ ਹੋ ਰਹੀਆਂ ਨੇ ਔਰ ਵੱਡੇ ਵੱਡੇ ਕੇਸ ਰਫਾ ਦਫਾ ਦਬਾ ਦਿੱਤੇ ਜਾਂਦੇ ਨੇ। ਵਾਟਸ ਹੈਪਨਿੰਗ? ਸੋ ਇਹ ਜੋ ਕ੍ਰਿਮੀਨਲ ਸੋਚ ਵਾਲੇ ਲੋਕ ਜਦੋਂ ਪੋਲਿਟਿਕਸ ਵਿੱਚ ਆ ਜਾਂਦੇ ਨੇ ਔਰ ਕਿਸੇ ਵੀ ਫੀਲਡ 'ਚ ਚਲੇ ਜਾਂਦੇ ਨੇ, ਉੱਥੇ ਕ੍ਰਾਈਮ ਰੇਟ ਵੱਧ ਜਾਂਦਾ ਕਿਉਂਕਿ ਉਹਨਾਂ ਦੀ ਸੋਚ ਇਦਾਂ ਦੀ ਹੈ, ਮਾਈਂਡ ਸੈਟ ਉਹ ਹੈ। ਸੋ ਇਹ ਸਾਡਾ ਹੋ ਰਿਹਾ। ਖੈਰ ਆਪਾਂ ਅੱਗੇ ਵਧਦੇ, ਇਮੀਗ੍ਰੇਸ਼ਨ ਤੋਂ ਅੱਗੇ ਚੱਲੀਏ ਕਿ ਸਾਰਾ ਧੁੰਦਲਾ ਨਜ਼ਰ ਆ ਰਿਹਾ, ਇਹਦੇ ਵਿੱਚ ਕੁਝ ਧੁੰਦਲਾ ਹੈ ਔਰ ਦੈਟ ਇਜ਼ ਵਾਈ ਬਾਹਰ ਜਾ ਰਹੇ ਨੇ ਲੋਕ। ਸਾਨੂੰ ਇਹ ਫਿਕਰ ਹੈ ਔਰ ਸਾਡੇ ਸਾਰੇ ਪੂਰਵਜ ਜਾਂ ਵੱਡੇ ਵਡੇਰੇ ਉਹਨਾਂ ਨੂੰ ਇਹ ਗੱਲ ਦਾ ਫਿਕਰ ਹੋਊਗਾ ਕਿ ਜਵਾਨੀ ਜਿਹੜੀ ਹੈਗੀ ਉਹ ਬਰਬਾਦ ਹੋ ਰਹੀ ਹੈ। ਇਸ ਕਰਕੇ ਹੋ ਰਹੀ ਹੈ ਕਿ ਲੋਕਾਂ ਉਹਨਾਂ ਨੂੰ ਸਹੀ ਨਿਰਦੇਸ਼ਨ, ਸਹੀ ਮਾਰਗਦਰਸ਼ਨ ਦਿੱਤਾ ਹੀ ਨਹੀਂ ਗਿਆ ਕਿਉਂਕਿ ਬੱਚੇ ਨੇ, ਉਹਨਾਂ ਨੂੰ ਕੀ ਪਤਾ ਕਿ ਕਿੱਧਰ ਨੂੰ ਜਾਣਾ, ਉਹਨਾਂ ਦੀ એનર્ਜੀ ਵੇਸਟ ਕਰਤੀ। ਇਸ ਕਰਕੇ ਜਿੰਨੇ ਵੀ ਲੋਕ ਸਿਆਣੇ ਜਾਂ ਚੰਗੇ ਪੜ੍ਹੇ ਲਿਖੇ ਉਹਨਾਂ ਨੇ ਆਪਣੇ ਬੱਚੇ ਬਾਹਰ ਕੱਢਦੇ। ਜਿਸ ਘਰ 'ਚ ਜਦੋਂ ਘਰ 'ਚ ਅੱਗ ਲੱਗੀ ਹੋਵੇ, ਰੌਲਾ ਪਿਆ ਹੋਵੇ ਤੇ ਆਂਦੇ ਬੱਚੇ ਬਾਹਰ ਆ ਜਾਓ, ਇਸ ਘਰ 'ਚੋਂ ਬਾਹਰ ਨਿਕਲ ਜਾਓ। ਹੁਣ ਉਹ ਗੱਲ ਦੇਖੋ ਨਾ, ਕਈ ਵਾਰ ਕਈ ਲੀਡਰ ਸਹਿਬਾਨ ਜਿਹੜੀ ਵਾਇਰਲਸ ਹੁੰਦੀਆਂ ਨੇ, ਵੀਡੀਓ ਜਾਂ ਗੱਲਬਾਤ ਹੁੰਦੀ ਹੈ ਜਾਂ ਐਕਸਪਰਟਸ ਗੱਲ ਕਰਦੇ ਨੇ, ਕਿੱਦਾਂ ਦੀਆਂ ਸਟੇਟਮੈਂਟਸ ਹੁੰਦੀਆਂ ਨੇ, ਜੇ ਮੇਰੇ ਬੰਦੇ ਨੂੰ ਹੱਥ ਲਾਇਆ ਤਾਂ ਚੀਕਾਂ ਕਢਵਾ ਦਊਂ, ਚੀਕਾਂ। ਇਹ ਐਮਐਲਏ ਦੀ ਭਾਸ਼ਾ ਹੈ, ਆਡੀਓ ਫੜੀ ਗਈ ਹੈ, ਉਹ 'ਚ ਵੀਡੀਓ ਫੜੀ ਗਈ ਲੋਕਾਂ ਦੀ ਔਰ ਪੀਏ ਲੀਡਰਸ ਦੀ ਭਾਸ਼ਾ ਹੈ, ਓਐਸਡੀ ਗੱਲ ਕਰ ਰਹੇ ਆ, ਉਹ 'ਚ ਕਮਿਸ਼ਨ ਮੰਗ ਰਹੇ ਆ। ਹੋਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਆਵਾਜ਼ ਰਿਕਾਰਡ ਹੋ ਰਹੀ ਹੈ। ਫਿਰ ਕਹਿੰਦੇ ਐਡਿਟ ਕਰਕੇ ਇਹਨੂੰ ਗਲਤ ਕਰ ਦਿੱਤਾ ਗਿਆ, 'ਚ ਇਨ ਐਡੀਸ਼ਨ ਕੁਝ ਹੋਰ ਅਨਸਾਰਟ ਪਾ ਦਿੱਤੇ ਗਏ, ਵੀਡੀਓ ਪਾਤੀ। ਉਹ ਆਪ ਬੋਲੇ ਆ ਔਰ ਫੜੇ ਵੀ ਗਏ ਆ, ਇਹਨਾਂ ਕੁਝ ਹੁੰਦਾ। ਪਰ ਉਹਦੇ ਵਿੱਚ ਇਹ ਹੈਗਾ ਕਿ ਜੇ ਫੜੇ ਵੀ ਗਏ ਤਾਂ ਉਹਨਾਂ ਦੇ ਕੀ ਕੁਝ ਹੋਣਾ, ਜੁਡੀਸ਼ਰੀ ਉਹਦੇ ਬਾਅਦ ਕੋਈ ਗਵਾਹੀ ਨਹੀਂ, ਕੁਝ ਨਹੀਂ, ਬਾਹਰ ਆ ਗਏ ਫਿਰ 9/9 ਹੋ ਜਾਂਦੇ ਆ। ਫਿਰ ਜਿਹੜੀ ਕਲੀਨ ਚਿੱਟ ਮਿਲ ਜਾਂਦੀ ਹੈ। ਬੜੇ ਕੇਸ ਇੱਦਾਂ ਦੇ ਹੈਗੇ ਜਿਹੜੇ ਫੜਨ ਤੋਂ ਬਾਅਦ ਜ਼ਮਾਨਤਾਂ ਹੋ ਗਈਆਂ, ਫਿਰ ਆਰਾਮ ਨਾਲ ਘਰ ਨੂੰ ਆ ਗਿਆ ਕਿਉਂਕਿ ਜੁਡੀਸ਼ਰੀ ਕੀ ਕਰੇ ਜਿੰਨੀ ਦੇਰ ਤੱਕ ਉਹਨਾਂ ਕੋਲ ਕੋਈ ਪ੍ਰੂਫ ਨਹੀਂ, ਜਿਨ੍ਹਾਂ ਕੋਲ ਉਹਨਾਂ ਕੋਲ ਕੋਈ ਦੂਜਾ ਗਵਾਹੀ ਨਹੀਂ ਗੀ, ਜਾਂ ਉਹਨਾਂ ਕੋਲ ਕੋਈ ਮਿਲਣ ਦਾ ਜਾਂ ਕੋਈ ਬੰਦਾ ਉੱਥੋਂ ਦਾ ਗਵਾਹ ਨਹੀਂ ਮਿਲਦਾ। ਔਰ ਇਸੇ ਕਰਕੇ ਉਹ ਛੁੱਟ ਜਾਂਦੇ ਆ ਕਿਉਂਕਿ ਚਿੱਟੇ ਦਿਨ ਜੋ ਮਰਜ਼ੀ ਕਰ ਦਿੰਦੇ, ਚਾਹੇ ਕਤਲ ਵੀ ਕਰ ਦਿਓ ਔਰ ਕਤਲ ਕਰਕੇ ਲੋਕ ਵਾਪਸ ਆ ਜਾਂਦੇ ਆ। ਕਈ ਜਿਹੜੇ ਵੱਡੇ ਕਾਤਲ ਕਰਦੇ ਆ, ਜਿਹੜੇ ਜ਼ਿਆਦਾ ਅਫੈਂਡਰ ਹੁੰਦੇ ਆ ਜਾਂ ਜਿਹੜਾ ਜ਼ਿਆਦਾ ਮਾਰਨਯੋਗ ਹੁੰਦੇ ਆ, ਉਹ ਬੰਦੇ ਕੋਲ ਲੋਕ ਡਰਦੇ ਆ। ਉਸ ਕਰਕੇ ਡਰਦੇ ਹੁੰਦੇ ਆ ਕਿ ਇਹਨਾਂ ਨੇ ਫਿਰ ਆ ਕੇ ਨਾ ਮਾਰ ਦੇਣਾ, ਜਦੋਂ ਪੈਰੋਲ 'ਤੇ ਆ ਕੇ ਮਾਰ ਦੇਣਗੇ। ਇਸ ਕਰਕੇ ਉਹ ਬੰਦੇ ਦਾ ਪ੍ਰੋਫੈਸ਼ਨ ਬਣ ਜਾਂਦਾ, ਮਾਰੀ ਜਾਂਦੇ ਲੋਕਾਂ ਨੂੰ। ਇਹ ਗੱਲ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਆਸਟ੍ਰੇਲੀਆ ਦੇ ਵਿੱਚ ਕਾਮਿਆਂ ਦੀ ਘਾਟ, ਬੇਰੁਜ਼ਗਾਰੀ ਦਰ ਵਿੱਚ ਗਿਰਾਵਟ ਔਰ ਉਹਦਾ ਅਸਰ ਪੈ ਰਿਹਾ ਇਕਨੋਮੀ ਦੇ ਉੱਤੇ। ਵੇਖ ਲਓ, ਇਹ ਗੱਲ ਉਲਟਾ ਨਾ ਪੰਜਾਬ ਦੇ। ਉੱਥੇ ਜਿਹੜੇ ਹੈਗੇ ਕੰਮ ਜ਼ਿਆਦਾ ਆ ਤਾਂ ਜਿਹੜੇ ਬੰਦੇ ਘੱਟ ਆ, ਇੱਥੋਂ ਚਾਹੀਦੇ ਨੇ। ਉੱਥੇ ਕਈ ਸੀਟਾਂ ਖਾਲੀ ਆ, ਜਦੋਂ ਅਪਲਾਈ ਕਰਦੇ ਜਿੱਥੇ 900 ਸੀਟ ਹੈਗੀ ਆ, ਉੱਥੇ ਬੰਦੇ ਦੀ ਅਪਲਾਈ ਕੀਤਾ ਤਾਂ ਉੱਥੇ ਸਿਰਫ ਆਉਣਗੇ ਸਾਰਾ 300 ਜਾਂ 400, ਬਾਕੀ ਖਾਲੀ ਪਈਆਂ। ਗੱਲ ਇਹ ਹੈ ਨਾ ਕਿ ਉੱਥੋਂ ਦੀ ਜਿਹੜੀ ਲੇਬਰ ਹੈ ਜਾਂ ਉੱਥੋਂ ਦੇ ਜਿਹੜੇ ਲੋਕ ਨੇ ਉਹ ਇੰਨੇ ਸਕਿਲਡ ਨਹੀਂ ਹੈਗੇ, ਇਸ ਕਰਕੇ ਉਹ ਬਾਹਰੋਂ ਇੰਪੋਰਟ ਕਰਦੇ ਨੇ, ਇੰਡੀਆ ਤੋਂ, ਬਾਕੀ ਹੋਰ ਦੇਸ਼ਾਂ ਤੋਂ ਇੰਪੋਰਟ ਕਰਦੇ ਨੇ ਸਕਿਲਡ ਵਰਕਰਸ ਜੋ ਆ ਕੇ ਉਹਨਾਂ ਦੀ ਇਕਨੋਮੀ ਨੂੰ ਸਪੋਰਟ ਕਰਨ, ਜੋ ਉੱਥੇ ਆ ਕੇ ਕੰਮ ਸੰਭਾਲ ਸਕਣ। ਉਹਨਾਂ ਦੇ ਜਿਹੜੇ ਲੋਕਲਸ ਨੇ ਉਹਨਾਂ ਦਾ ਐਜੂਕੇਸ਼ਨ ਲੈਵਲ ਉਹਨਾਂ ਨਹੀਂ ਹੈ, ਇਸ ਕਰਕੇ ਉੱਥੇ ਜਗ੍ਹਾ ਖਾਲੀ ਰਹਿੰਦੀ ਕਿਉਂਕਿ ਜੋ ਰਿਕੁਆਇਰਮੈਂਟ ਹੈ ਜੌਬ ਦੇ ਵਾਸਤੇ, ਕੁਆਲੀਫਿਕੇਸ਼ਨ ਦੀ, ਐਕਸਪੀਰੀਅੰਸ ਦੀ, ਉਹਨਾਂ ਕੋਲ ਨਹੀਂ ਹੈ ਟੈਲੈਂਟ, ਉਹ ਬਾਹਰੋਂ ਮੰਗਵਾਉਂਦੇ ਨੇ। ਸਾਡਾ ਇੰਡੀਆ ਵੀ ਜਾਂਦਾ, ਬਾਕੀ ਮੁਲਕਾਂ ਤੋਂ ਵੀ ਲੋਕ ਜਾਂਦੇ ਨੇ ਔਰ ਇਸੇ ਕਰਕੇ ਹੀ ਉਹ ਬਾਹਰ ਦੇ ਵਿੱਚ ਜਦੋਂ ਸਾਡਾ ਬੰਦਾ ਜਾਂਦਾ, ਉੱਥੇ ਇੱਕ ਦਿਮਾਗ ਤੇ ਦੋ ਹੱਥ ਵੱਧ ਜਾਂਦੇ ਨੇ, ਇੱਥੇ ਇੱਕ ਦਿਮਾਗ ਤੇ ਦੋ ਹੱਥ ਘੱਟ ਜਾਂਦੇ ਨੇ। ਨੇ ਇੱਕ ਗੱਲ ਤਾਂ ਹੈਗੀ ਹੈ, ਸਾਡੇ ਇੱਕ ਤਾਂ ਪਾਪੂਲੇਸ਼ਨ ਬਹੁਤ ਕੇ ਕੰਮ ਜਿਹੜੇ ਉਨੇ ਹੀ ਹੈ, ਸੀਟਾਂ ਉਨੇ ਕੀ ਹੈਗੀਆਂ ਤੇ ਜਿਹੜੀਆਂ ਪਰਮਾਨੈਂਟ ਵੀ ਨਹੀਂ ਹੈਗੀਆਂ। ਉਹਨਾਂ ਲੋਕਾਂ ਕੋਲ ਪਾਪੂਲੇਸ਼ਨ ਥੋੜੀ ਹੈ। ਕੈਨੇਡਾ ਦੇਖੋ ਪੂਰੇ ਦਾ ਪੂਰਾ ਖਾਲੀ ਪਿਆ ਗਾ, ਸੀਟਾਂ ਤਾਂ ਆਪੇ ਖਾਲੀ ਹੋਣਗੀਆਂ। ਸਾਡੇ ਇੱਥੇ ਜੇ ਪਟਵਾਰੀਆਂ ਦੀਆਂ 15 ਸੀਟਾਂ ਹੈਗੀਆਂ ਤੇ 9000 ਬੰਦੇ ਨੇ ਅਪਲਾਈ ਕੀਤਾ ਹੁੰਦਾ। ਇਸ ਕਰਕੇ ਕੀਤਾ ਹੁੰਦਾ, ਐਲੀਜੀਬਿਲਿਟੀ ਦੀ ਗੱਲ ਨਹੀਂ ਹੈਗੀ। ਇੱਥੇ ਪਾਪੂਲੇਸ਼ਨ ਵੀ ਜ਼ਿਆਦਾ ਹੈ, ਬੇਰੁਜ਼ਗਾਰੀ ਜ਼ਿਆਦਾ, ਬੇਰੁਜ਼ਗਾਰੀ ਜ਼ਿਆਦਾ ਵਾ ਨਾ, ਇੱਕ ਸੀਟ ਲਈ ਤਾਂ ਜ਼ਿਆਦਾ ਲੋਕ ਆ ਜਾਣਗੇ। ਹਾਇਰ ਪੋਸਟਾਂ ਲਈ ਤਾਂ ਹੈਗਾ, ਰਿਟਨ ਟੈਸਟ ਨੇ ਉਹਨਾਂ ਨੇ ਸਾਰਾ ਕੁਆਲੀਫਾਈਡ ਕਰਨਾ। ਕੁਝ ਪੋਸਟਾਂ ਦੀਆਂ ਜਿਹੜੀ ਗੱਲ ਹੁੰਦੀ ਉਹ 'ਚ ਐਲੀਜੀਬਿਲਿਟੀ ਬਣਦੀ ਹੈ ਤੁਹਾਡੀ ਡਿਗਰੀ ਨਾਲ, ਤੁਹਾਡੇ ਐਜੂਕੇਸ਼ਨ। ਉਹ ਇੱਥੋਂ ਦੀ ਗੱਲ ਹੈ ਨਾ, ਔਰ ਉੱਥੇ ਦੀ ਵੀ ਗੱਲ ਹੈ ਨਾ ਕਿ ਉੱਥੇ ਉਹ ਕੁਆਲੀਫਾਈਡ ਬੰਦਾ ਮਿਲਦਾ ਨਹੀਂ, ਇਸ ਕਰਕੇ ਕਾਮਿਆਂ ਦੀ ਘਾਟ ਹੋ ਜਾਂਦੀ ਹੈ। ਫਿਰ ਉਹ ਬਾਹਰੋਂ ਇੰਪੋਰਟ ਕਰਦੇ ਨੇ, ਜਿਹਨੂੰ ਆਪਾਂ ਕਹਿੰਦੇ ਇਮੀਗ੍ਰੇਸ਼ਨ ਦੇ ਜ਼ਰੀਏ ਆਸਟ੍ਰੇਲੀਆ ਜਾਣਗੇ ਸਾਡੇ ਬੰਦੇ, ਕਿਤੇ ਹੋਰ ਜਾਣਗੇ, ਕਿਉਂਕਿ ਉਹਨਾਂ ਕੋਲ ਉੱਦਾਂ ਦੇ ਲੈਵਲ ਦੇ ਕੰਮ ਕਰਨ ਵਾਲੇ ਨਹੀਂ ਜਿੱਦਾਂ ਸਾਡੇ ਕੋਲ ਟੈਲੈਂਟਡ ਲੋਕ। ਇਹ ਗੱਲ ਪਤਾ ਕੀ ਹੈਗਾ, ਇਹਦੇ ਉਲਟੋ ਹੋਰ ਵੀ ਹੈਗਾ। ਅਮਰੀਕਾ 'ਚ ਲੋਕਾਂ ਨੇ ਉੱਥੇ ਉਹਨਾਂ ਦੀ ਸੈਲਰੀ ਪੂਰੀ ਨਹੀਂ ਹੈਗੀ, ਜਦੋਂ ਤੱਕ ਕੰਮ ਕਰਦੇ ਪੁਲਿਸ 'ਚ, ਦੂਜੇ ਪਾਸੇ ਰਿਜ਼ਾਈਨ ਕਰਤਾ ਉਹਨਾਂ, ਰਿਜ਼ਾਈਨ ਕਰਤਾ। ਬਹੁਤ ਲੋਕ ਸੀਟਾਂ ਖਾਲੀ ਹੋ ਗਈਆਂ, ਇਸ ਕਰਕੇ ਖਾਲੀ ਹੋ ਗਈਆਂ ਕਿ ਔਰ ਉਹ ਦੇਸ਼ ਛੱਡ ਕੇ ਨਾਲ ਦੀ ਕੰਟਰੀਆਂ 'ਚ ਉਹਨਾਂ ਜਾ ਕੇ ਬਹਿ ਗਏ। ਇਸ ਕਰਕੇ ਮੈਕਸੀਕੋ ਚਲੇ ਗਏ ਨੇ। ਉਹ ਮੈਕਸੀਕੋ ਤੋਂ ਬਾਕੀ ਦੇਸ਼ਾਂ 'ਚ ਜਾ ਕੇ ਬਹਿ ਗਏ। ਇਹ ਗੱਲ ਹੋਰ ਵੀ ਹੈਗੀ ਆ। ਜਿੱਦਾਂ ਕਿ ਪੰਜਾਬੀ ਮਿਹਨਤੀ ਆ, ਕੰਮ ਕਰਦੇ ਆ। ਸਾਡੇ ਪੰਜਾਬੀ ਉੱਥੇ ਅਮਰੀਕਾ 'ਚ ਬੈਠੇ ਮਿਹਨਤ ਕਰਦੇ ਆ, ਬੜਾ ਕੁਝ ਬਣਾਇਆ ਉਹਨਾਂ ਨੇ। ਜਿਹੜੇ ਉੱਥੋਂ ਦੇ ਲੋਕਲ ਬੰਦੇ ਬੈਠੇ, ਜਿੱਦਾਂ ਤੁਸੀਂ ਦੱਸਦੇ ਹੋ, ਉੱਥੇ ਮਿਹਨਤੀ ਨਹੀਂ, ਉਹ ਕੰਮ ਨਹੀਂ ਕਰਦੇ ਕਿਉਂਕਿ ਸਹੂਲਤਾਂ ਜ਼ਿਆਦਾ ਵਾ, ਸਹੂਲਤਾਂ ਮਿਲ ਜਾਂਦੀਆਂ ਤੇ ਸ਼ਰੇਆਮ ਖਾਂਦੇ ਕਿਤੇ ਪੀਂਦੇ ਆ, ਸਾਰਾ ਕੁਝ ਹੁੰਦਾ। ਔਰ ਜਿੱਦਾਂ ਉਹਨਾਂ ਦੇ ਉੱਥੇ ਮੂਲ ਨਿਵਾਸੀ ਹੈ, ਉਹਨਾਂ ਨੂੰ ਟੈਕਸ ਲੈਂਦੇ ਆ। ਆਸਟ੍ਰੇਲੀਆ 'ਚ ਜਿਹੜੇ ਮੋਹਰੀ ਹੈਗੇ ਆ, ਔਰ ਉਹਨਾਂ ਨੂੰ ਮੋਹਰੀ ਕਹਿੰਦੇ ਉੱਥੇ। ਨਿਊਜ਼ੀਲੈਂਡ 'ਚ ਵੀ ਉਹ ਜਿਹੜੇ ਆ ਨਾ, ਉਹਨਾਂ ਨੇ ਟੈਟੂ ਪਾਏ ਉੱਤੇ ਤੇ ਬੈਠੇ ਆ, ਦਾਰੂ ਪੀ ਰਹੇ ਆ, ਖਾ ਰਹੇ ਆ, ਪੀ ਰਹੇ ਆ ਬੀਚਿਸ 'ਤੇ, ਔਰ ਉਹ ਉੱਥੋਂ ਦੇ ਮੂਲ ਨਿਵਾਸੀ ਆ। ਔਰ ਇਸੇ ਤਰ੍ਹਾਂ ਹੀ ਜਿਹੜਾ ਆਸਟ੍ਰੇਲੀਆ 'ਚ ਵੀ ਹੈਗੇ, ਨਿਊਜ਼ੀਲੈਂਡ 'ਚ, ਅਮਰੀਕਾ 'ਚ ਵੀ ਬੈਠੇ ਆ, ਟੈਕਸ ਲੈਂਦੇ ਹੋ, ਉਹਨਾਂ ਕੋਲ ਸਾਰਾ ਕੁਝ ਹੈਗਾ ਤੇ ਉਹ ਉਹਨਾਂ ਦਾ ਹੈਗਾ। ਅਜੇ ਤੱਕ
ਅਸੀਂ ਦੱਸੀਏ ਕਿ ਜਿਹੜਾ ਬਾਕੀ ਦੇਸ਼ਾਂ 'ਚ ਅਜੇ ਵੀ ਜਿਹੜੀ ਪਾਪੂਲੇਸ਼ਨ ਆ ਕੰਟਰੋਲ ਦੇ ਵਿੱਚ ਕਿਹਨਾਂ ਦੇ ਹੈਗੇ ਆ, ਜਿਹੜਾ ਬ੍ਰਿਟਿਸ਼ ਆ, ਜਿਸ ਤਰ੍ਹਾਂ ਆਪਾਂ ਉਹਨਾਂ ਦੇ ਗੁਲਾਮ ਸੀਗੇ, ਅਜੇ ਵੀ ਆਸਟ੍ਰੇਲੀਆ 'ਚ ਬੈਠੇ ਆ, ਅਜੇ ਵੀ ਨਿਊਜ਼ੀਲੈਂਡ 'ਚ ਬੈਠੇ ਆ, ਅਜੇ ਵੀ ਸਾਰਾ ਕੁਝ। ਨਿਊਜ਼ੀਲੈਂਡ ਦੇ 3 ਦੇਸ਼ਾਂ ਨੇ ਕਿਹਾ ਕਿ ਅਸੀਂ ਹੁਣ ਪਲੈਬੀਸਾਈਟ ਕਰਾਵਾਂਗੇ, ਜਨਮਤ ਗ੍ਰਹਿ ਕਰਾ ਕੇ ਅਸੀਂ ਦੇਖਦੇ ਹਾਂ ਕਿ ਲੋਕ ਕੀ ਚਾਹੁੰਦੇ ਆ। ਆਪਾਂ ਚਾਹੁੰਦੇ ਹਾਂ ਕਿ ਅਸੀਂ 200 ਸਾਲ ਬਾਅਦ ਫਿਰ ਵੀ ਆਪਾਂ ਗੁਲਾਮੀ ਤੋਂ ਦੂਰ ਚਲੇ ਗਏ। ਅਜੇ ਹੈਗੇ ਦੋਸ਼ ਲੋਕ, ਬਿਲਕੁਲ ਹੈਗੇ ਨੇ। ਔਰ ਸਭ ਤੋਂ ਵਧੀਆ ਉਹੀ ਮੁਲਕ ਹੈ ਜਿੱਥੋਂ ਦੇ ਲੋਕ ਮਾਨਸਿਕ ਗੁਲਾਮ ਨਹੀਂ ਹੈਗੇ। ਹਾਂ ਬਿਲਕੁਲ, ਮਾਨਸਿਕ ਆਜ਼ਾਦੀ ਜ਼ਰੂਰੀ ਹੈ। ਹਾਂ। ਸੋ ਆਪਾਂ ਅੱਗੇ ਵਧੀਏ। ਜੀ ਜੀ ਜੀ। ਮਹਾਰਾਣੀ ਐਲਿਜ਼ਾਬੈਥ 2, ਹਾਂ, ਉਹਨਾਂ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਨੂੰ ਉੱਥੇ ਦਫਨਾਇਆ ਜਾਏਗਾ ਔਰ ਪੂਰੇ ਸਰਕਾਰੀ ਮਾਨ ਸਨਮਾਨ ਦੇ ਨਾਲ। ਸਾਡੇ ਇੱਥੋਂ ਦੇ ਆਪਣੇ ਰਾਸ਼ਟਰਪਤੀ ਵੀ ਗਏ ਹੋਏ ਨੇ, ਦ੍ਰੋਪਦੀ ਜੀ ਉੱਥੇ ਗਏ ਹੋਏ ਨੇ, ਦ੍ਰੋਪਦੀ ਮੁਰਮੂ ਜੀ ਗਏ ਜੀ, ਬਾਈਡਨ ਸਾਹਿਬ ਆ ਰਹੇ ਨੇ, ਟਰੂਡੋ ਜੀ ਆ ਰਹੇ ਨੇ। ਦੇਖੋ ਰਸ਼ੀਆ ਨੂੰ ਇਨਵਾਈਟ ਨਹੀਂ ਕੀਤਾ, ਪੁਤਿਨ ਜੀ ਨੂੰ ਇਨਵਾਈਟ ਨਹੀਂ ਕੀਤਾ, ਉਹ ਗਰੁੱਪ ਨਾ ਬਣਿਆ, ਗਰੁੱਪ ਉਹ ਨਾਟੋ ਵਾਲਾ ਹੀ ਚੱਕਰ ਪਿਆ ਹੋਇਆ ਸਭ ਉਹੀ ਹੈ ਨਾ। ਇਹ ਤੇ ਬ੍ਰਿਟਿਸ਼ ਵਾਲੇ ਆ ਨਾ, ਇਹਨਾਂ ਦਾ ਗਰੁੱਪ ਜਿਹੜੇ ਪੱਛਮੀ ਕੰਟਰੀ ਹੈ ਨਾ, ਜਿਹੜੇ ਵੈਸਟਰਨ, ਇਹਨਾਂ ਦਾ ਵੱਖਰਾ ਗਰੁੱਪ ਹੈਗਾ, ਦੂਜਿਆਂ ਦਾ ਵੱਖਰਾ, ਔਰ ਇਸੇ ਕਰਕੇ ਇਹਨਾਂ ਨਹੀਂ ਬੁਲਾਇਆ। ਜਦੋਂ ਕਿ ਇਹਨਾਂ ਦਾ ਰਾਜ ਤਾਲੇ ਦੁਆਲੇ ਹੈ, ਜਦੋਂ ਆਪਾਂ ਹੁਣੇ ਗੱਲ ਕੀਤੀ ਹੈ ਮਹਾਰਾਣੀ ਦਾ ਜਿੰਨਾ ਵੀ ਰਾਜ ਆਲੇ ਦੁਆਲੇ ਹੈਗਾ ਹੀ ਆ, ਪਰ ਉਹਦੇ ਵਿੱਚ ਉਹ ਗਰੁੱਪ ਆ ਗਿਆ ਜਿਹੜੇ ਇਹਨਾਂ ਦੇ ਬਿਲਕੁਲ ਫੇਵਰੇਬਲ ਆ, ਜਿਹੜੇ ਉਹਨਾਂ ਦੇ ਨਾਲ ਹੈਗੇ ਆ, ਉਹ ਆਉਣਗੇ। ਉਹ 'ਚ ਬਾਈਡਨ ਆ ਗਏ ਆ, ਉਹਦੇ 'ਚ ਆਸਟ੍ਰੇਲੀਆ ਤੋਂ ਵੀ ਆ ਗਏ ਉਹਨਾਂ ਦੇ, ਔਰ ਇਟਲੀ ਤੋਂ ਵੀ ਆ ਗਏ, ਬਾਕੀ ਸਾਰੇ ਜਿੰਨੇ ਕੰਟਰੀਆਂ ਦੇ ਆ ਗਏ। ਇੰਡੀਆ ਦੇ ਰਾਸ਼ਟਰਪਤੀ ਵੀ ਪਹੁੰਚ ਗਏ, ਉਹਨਾਂ ਨੇ ਭਾਸ਼ਣ ਦਿੱਤਾ ਉੱਥੇ ਜਾ ਕੇ ਸਾਰਾ ਹੀ। ਔਰ ਉਹ ਜਿਹੜੇ ਹਾਲ 'ਚ ਹੋ ਰਿਹਾ ਨਾ, ਉੱਥੇ 2000 ਬੰਦਾ ਬੈਠ ਸਕਦਾ, ਬਾਕੀ ਜਿਹੜੇ ਆ ਬਾਹਰ ਸੜਕਾਂ ਭਰੀਆਂ ਪਈਆਂ। ਇੰਗਲੈਂਡ ਦੀ ਜਾਂ ਲੰਡਨ ਦੀ ਤੁਸੀਂ ਜਾ ਕੇ ਕੋਈ ਸੜਕ ਦੇਖੋਗੇ, ਪਹਿਲੋਂ ਰਸ਼ ਬਹੁਤ ਸੀਗਾ, ਇਹ ਹੁਣ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਅੰਡਰਗਰਾਊਂਡ ਜਿਹੜੀਆਂ ਜ਼ਿਆਦਾ ਟਨਲ ਬਣੀਆਂ, ਉਹਨਾਂ ਵਿੱਚ ਗੱਡੀਆਂ ਚੱਲਦੀਆਂ ਸਾਰੇ ਪਾਸੇ। ਔਰ ਉੱਥੇ ਬਾਕੀ ਐਮਬੈਸੀ ਦਾ ਕੰਮ ਬੜਾ ਸਲੋ ਹੋ ਗਿਆ, ਜਿਹੜਾ ਲੋਕ ਜਾਣਾ ਚਾਹੁੰਦੇ ਸੀ। ਲੋਕਲ ਜਿਹੜੇ ਪੰਜਾਬੀ ਬੈਠੇ ਉੱਥੇ ਆ ਜਾਂ ਬਾਹਰਲੇ ਇੰਡੀਅਨ ਲੋਕ ਬੈਠੇ ਆ, ਉਹ ਬੜੇ ਤਰੀਕੇ ਨਾਲ ਜੋਸ਼ੋ ਖਰੋਸ਼ ਨਾਲ ਜਾ ਰਹੇ ਆ ਮਹਾਰਾਣੀ ਦੇ ਦਰਸ਼ਨ ਕਰਨ ਲਈ, ਗਏ ਰਹੇ ਪਹਿਲੋਂ। ਔਰ 3-4 ਦਿਨ ਇਹੀ ਉੱਥੇ ਜਿਹੜਾ ਮੇਲਾ ਲੱਗਾ ਰਿਹਾ, ਲੋਕ ਜਾਂਦੇ ਰਹੇ, ਸ਼ਰਧਾਂਜਲੀਆਂ ਦਿੰਦੇ ਰਹੇ, ਬੋਲਦੇ ਰਹੇ। ਖਾਸ ਕਰਕੇ ਪੰਜਾਬੀਆਂ ਦਾ ਨਾਂ ਤਾਂ ਉੱਥੇ ਬਹੁਤ ਵੱਡਾ ਰਿਹਾ ਕਿ ਲੋਕਾਂ ਦੇ ਲਈ ਉਹਨਾਂ ਲੰਗਰ ਲਾਤੇ ਆ, ਲੋਕਾਂ ਦੇ ਲਈ ਉਹਨਾਂ ਨੇ ਆਵਾਜਾਈ ਲਈ ਪਾਣੀ ਪਿਆਉਂਦੇ ਰਹੇ, ਔਰ ਲੋਕਾਂ ਲਈ ਗੱਡੀਆਂ ਫ੍ਰੀ ਦੇ ਦਿੱਤੀਆਂ। ਇਹ ਹੈਗੀ ਪੰਜਾਬੀਆਂ ਦੀ ਬਹੁਤ ਵੱਡੀ ਸ਼ੋਹਰਤ ਆ, ਔਰ ਇਸੇ ਕਰਕੇ ਉਹਨਾਂ ਦੀ ਜਿਹੜੀ ਅੰਤਮ ਵਿਦਾਇਗੀ ਆ, ਉਹਦੇ 'ਚ ਪੰਜਾਬ ਦਾ ਬਹੁਤ ਵੱਡਾ ਰੋਲ ਰਿਹਾ। ਪੰਜਾਬ ਦੇ ਲੋਕਾਂ ਨੇ ਜਿਹੜੇ ਉੱਥੇ ਜਾ ਕੇ ਆਪ ਉੱਥੇ ਭਾਸ਼ਣ ਦਿੱਤੇ ਆ, ਖਾਸ ਤੌਰ 'ਤੇ ਉੱਥੇ ਗਏ ਜਿੰਨੇ ਨੁਮਾਇੰਦੇ ਲੋਕ ਨੇ, ਔਰ ਉਹਨਾਂ ਦਾ ਨਾਂ ਪੂਰੇ ਵਰਲਡ 'ਚ ਪਹੁੰਚ ਗਿਆ ਕਿ ਇਹ ਲੋਕ ਦੇਖੋ ਪੰਜਾਬ ਦੇ ਲੋਕ ਕੀ ਕੁਛ ਕਰ ਰਹੇ, ਔਰ ਕਿੰਨਾ ਦੁੱਖ ਦਾ ਪ੍ਰਗਟਾਵਾ ਕੀਤਾ ਨਾ। ਗੱਲ ਇਹ ਹੈ ਨਾ ਕਿ ਜੋ ਸਾਨੂੰ ਪੰਜਾਬੀਆਂ ਨੂੰ ਸਾਡੇ ਗੁਰੂ ਸਾਹਿਬਾਨ ਨੇ ਸੰਸਕਾਰ ਦਿੱਤੇ ਨੇ ਨਾ, ਉਹ ਸੰਸਕਾਰ ਸਾਡੀਆਂ ਰਗਾਂ ਦੇ ਵਿੱਚ, ਸਾਡੇ ਲਹੂ 'ਚ ਦੌੜਦੇ ਨੇ, ਉਹੀ ਸੰਸਕਾਰ ਸਾਡੀ ਪਛਾਣ ਬਣਦੇ ਨੇ ਹਰ ਥਾਂ ਦੇ ਉੱਤੇ। ਸੋ ਆਪਾਂ ਅੱਗੇ ਵਧੀਏ। ਮੋਦੀ ਸਾਹਿਬ ਦੇ ਬਰਥਡੇ ਦੇ ਉੱਤੇ ਕਹਿੰਦੇ ਨੇ ਕਿ 100 ਕਰੋੜ ਦੇ ਚੀਤੇ ਲੈ ਕੇ ਆ ਗਏ ਨੇ, ਤੇ ਮੱਧ ਪ੍ਰਦੇਸ਼ ਦੇ ਜਿਹੜੇ ਪਿੰਡ ਨੇ ਉੱਥੇ ਲੋਕਾਂ ਦੇ ਵਿੱਚ ਡਰ ਹੈ ਕਿ ਉੱਥੇ ਚੀਤੇ ਜੰਗਲਾਂ 'ਚ ਨੇ। ਸੋ ਸ਼ੌਕ ਨੇ। ਕਿਉਂ ਡਰ ਰਹੇ ਬੱਚੇ? ਉਹਨਾਂ ਨੂੰ ਕੀ ਚੀਤਿਆਂ ਤੋਂ ਡਰਨਾ ਪੈਂਦਾ ਨਾ। ਹਾਂ, ਲੋਕ ਤਾਂ ਵੇਖਣਾ ਚਾਹੁੰਦੇ ਆ। ਸੋ ਦੇਖੋ ਵੱਡੇ ਲੋਕ, ਵੱਡੇ ਸ਼ੌਕ, 100 ਕਰੋੜ ਦੇ ਚੀਤੇ ਆ ਰਹੇ ਨੇ। ਇਹ ਇਹਨਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿਹੜਾ ਜਨਮ ਦਿਨ ਸੀਗਾ 17 ਤਰੀਕ ਨੂੰ ਸੀਗਾ, ਔਰ ਇਹਨੂੰ ਪਖਵਾੜਾ ਬਣਾ ਰਹੇ 15 ਦਿਨ ਤੱਕ ਇਹ ਸੈਲੀਬ੍ਰੇਟ ਹੋਊਗਾ। ਔਰ ਇਹਦੇ ਵਿੱਚ ਜਿੰਨੀਆਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੀਆਂ ਰਵਾਇਤਾਂ ਜਾਂ ਜੋ ਕੁਝ ਹੋਇਆ, ਜੋ ਹਿਸਟਰੀ ਆ, ਜੋ ਸਟੋਰੀ ਬਣੀ ਆ, ਉਹ ਸਾਰੀ ਉਹਦੇ ਵਿੱਚ ਦਰਸਾਈ ਗਈ ਆ। ਵੀਡੀਓ ਵੀ ਬਣੀਆਂ, ਉਹਦੇ 'ਚ ਲੋਕਾਂ ਤੱਕ ਉਹਨਾਂ ਦੇ ਭਾਸ਼ਣ ਵੀ ਜਾ ਰਹੇ ਆ। ਔਰ ਇਹ ਖੁਦ ਉੱਥੇ ਮੱਧ ਪ੍ਰਦੇਸ਼ ਗਏ ਆ, ਚੀਤੇ ਜਿੱਥੇ ਗਏ ਉੱਥੇ ਇਹਨਾਂ ਨੇ ਫੋਟੋਗ੍ਰਾਫੀ ਕੀਤੀ ਹੈ, ਜਿੱਥੇ ਛੱਡੇ ਗਏ ਆ 100 ਕਰੋੜ ਜਿਹੜੇ 100 ਕਰੋੜ ਦੇ ਚੀਤੇ ਆਏ ਆ। ਔਰ ਉਹਦੇ ਵਿੱਚ ਉਹ ਪਿੰਡ ਤਾਂ ਇਸ ਕਰਕੇ ਡਰ ਰਹੇ ਆ ਕਿ ਜਦੋਂ ਚੀਤੇ ਪਰ ਕਿਤੇ ਬਾਹਰ ਖੁੱਲ੍ਹ ਗਏ, ਬੱਚੇ ਨਾ ਖਾ ਜਾਣ ਜਾਂ ਇੱਧਰ ਉੱਧਰ ਨਾ ਸਾਨੂੰ ਮਾਰਨ ਨਾ। ਔਰ ਉਹ ਜਦੋਂ ਅਜਾਇਬ ਘਰ ਬਣੇ ਉੱਥੇ 100 ਕੁ ਪਿੰਡ ਤੇ ਵੈਸੇ ਜਾੜਿਆ ਗਿਆ। ਉੱਥੇ ਪਿੰਡ ਦੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਗਈ ਆ, ਜਿਹੜੀ ਖੇਤੀਬਾੜੀ ਵਾਲੀ ਜ਼ਮੀਨ ਸੀਗੀ। ਹੁਣ ਉਹਨਾਂ ਨੂੰ ਇਹ ਵੀ ਡਰ ਹੈ, ਖਦਸ਼ਾ ਇਸ ਗੱਲ ਦਾ ਹੈਗਾ ਕਿ ਜੇ ਹੋਰ ਚੀਤੇ ਆ ਗਏ ਆ ਨਾ ਬੀਬੀਆਂ ਤੋਂ, ਤਾਂ ਇਹਨਾਂ ਨੇ ਹੋਰ ਜਗ੍ਹਾ ਨਾ ਮਰਨੀ ਹੋਵੇ, ਤਾਂ ਇਹਨਾਂ ਨੂੰ ਹੋਰ ਜਗ੍ਹਾ ਚਾਹੀਦੀ ਹੈ, ਅਤੇ ਸਾਡੀ ਜ਼ਮੀਨ ਫਿਰ ਇਹਨਾਂ ਦੇ ਅਖਤਿਆਰ 'ਚ ਆ ਜਾਣੀ ਆ। ਔਰ ਕੁਝ ਲੋਕਾਂ ਨੇ ਇਸ ਗੱਲ ਨੂੰ ਦਾ ਖੰਡਨ ਵੀ ਕੀਤਾ ਕਿ ਜਦੋਂ ਕਿ ਲੋਕ ਗਰੀਬ ਆ, ਜਦੋਂ ਕਿ ਲੋਕ ਛੱਤ ਲੱਭਣਾ ਚਾਹੁੰਦੇ ਆ, ਰੋਜ਼ੀ ਰੋਟੀ ਖਾਣਾ ਚਾਹੁੰਦੇ ਆ, ਪਹਿਨਣਾ ਚਾਹੁੰਦੇ ਕੱਪੜਾ, ਔਰ ਮਕਾਨ ਲੈਣਾ ਚਾਹੁੰਦੇ ਆ, ਛੱਤ ਦੇ ਅੰਦਰ ਰਹਿਣਾ ਚਾਹੁੰਦੇ ਆ, ਉਸ ਪਾਸੇ ਇਹਨਾਂ ਦੇ ਜਿਹੜੇ ਵੱਡੇ ਵਡੇਰੇ ਨੇ ਜਾਂ ਜਿਹੜੇ ਇਹਨਾਂ ਦੇ ਇਸ ਵੇਲੇ ਨੇਤਾ ਨੇ ਜਾਂ ਜਿਹੜੇ ਇਸ ਵੇਲੇ ਸਾਡੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਦਾ ਜਨਮ ਦਿਵਸ ਹੈ, ਔਰ ਉਹਨਾਂ ਨੇ ਕਹਿੰਦੇ ਵੀ ਉਹਨਾਂ ਵੱਲ ਖਿਆਲ ਨਹੀਂ ਗਿਆ। ਉਹਨਾਂ ਵੱਲ ਇਸ ਕਰਕੇ ਨਹੀਂ ਖਿਆਲ ਗਿਆ ਕਿ ਪਹਿਲਾਂ ਸਾਡੀ ਜਿਹੜੀ ਪਾਰਲੀਮੈਂਟ ਆ ਉਹਦੀ ਦਿਸ਼ਾ ਨੂੰ ਫਿਰ ਸੁਧਾਰਨ ਲਈ ਉਹ ਬਹੁਤ ਵੱਡਾ ਹਾਲ ਬਣਾ ਕੇ ਨਵਾਂ ਬਣਾਤਾ, ਉਹ 'ਚ ਫੁੱਲ ਬੂਟੇ ਲਾਤੇ ਆ, ਉਹਦਾ ਬਜਟ ਬਹੁਤ ਵੱਡਾ ਬਣਾਇਆ ਗਿਆ।
ਫਿਰ ਸਰਦਾਰ ਪਟੇਲ ਦਾ ਜਿਹੜਾ ਬੁੱਤ ਬਣਾਇਆਗਾ ਉਹ ਵੀ ਦੁਨੀਆ ਦੇ ਸਭ ਤੋਂ ਉੱਚੇ ਬੁੱਤਾਂ ਤੋਂ ਬਣਾ ਦਿੱਤਾ ਵਾ। ਉਹ ਲੋਕ ਆਂਦੇ ਕਿ ਜੇ ਸਾਡੇ ਵੀ ਛੋਟੇ ਮੋਟੇ ਘਰਾਂ ਨੂੰ ਮੁਰੰਮਤ ਵਿੱਚ ਲੈ ਦਿੱਤਾ ਜਾਵੇ, ਸਾਨੂੰ ਰੋਜ਼ੀ ਰੋਟੀ ਦਿੱਤੀ ਜਾਵੇ, ਸਾਡੀ ਬੇਰੁਜ਼ਗਾਰੀ ਦੂਰ ਕਰ ਦਿੱਤੀ ਜਾਵੇ, ਉੱਧਰ ਵੀ ਤਾਂ ਖਿਆਲ ਰੱਖਣਾ ਚਾਹੀਦਾ। ਗਰੀਬ ਦੇਸ਼ ਹੈ, ਕੋਈ ਅਸੀਂ ਕੋਈ ਅਰਸ਼ੋਂ ਤੇ ਆਂਦਾ ਉਤਰੇ ਨਹੀਂ ਗਏ, ਨਾ ਅਸੀਂ ਕੋਈ ਇੰਗਲੈਂਡ ਵਰਗੇ ਹੋ ਸਕੇ ਹਾਂ ਅਤੇ ਨਾ ਕੈਨੇਡਾ ਵਰਗੇ ਹੋ ਸਕੇ। ਸਾਡੇ ਤਾਂ ਉੱਥੇ ਅਸੀਂ ਮਿਹਨਤ ਕਰਦੇ ਜਾ ਕੇ, ਉਹ ਕਹਿੰਦੇ ਅਸੀਂ ਤਾਂ ਦੁਬਈ ਜਾ ਕੇ ਮਜ਼ਦੂਰੀ ਕਰਦੇ ਹਾਂ, ਤਾਂ ਅਸੀਂ ਇੱਥੇ ਆ ਕੇ ਸ਼ੌਕ ਉਹ ਪਾਲ ਰਹੇ ਹਾਂ ਜਿਹੜੇ ਉਹਨਾਂ ਦੇ ਸ਼ੌਕ, ਉਹਨਾਂ ਸ਼ੌਕਾਂ ਨੂੰ ਅਸੀਂ ਦੂਜੇ ਤਰੀਕੇ ਨਾਲ ਵੇਖ ਰਹੇ ਹਾਂ। ਕਹਿੰਦੇ ਅਸੀਂ ਉਨੀ ਜੋਗੇ ਨਹੀਂ ਹਾਂ, ਸਾਨੂੰ ਸਾਡੇ ਬਾਰੇ ਦੇਖੋ, ਸਾਨੂੰ ਤਾਂ ਚਾਹੀਦੀ ਹੈ ਕਣਕ, ਸਾਨੂੰ ਚਾਹੀਦਾ ਆਟਾ, ਸਾਨੂੰ ਚਾਹੀਦੀਆਂ ਦਾਲਾਂ ਜਿਹੜੀਆਂ ਦੇ ਰਹੇ ਫ੍ਰੀ 'ਚ, ਉਹ ਕਿਉਂ ਬੰਦ ਕਰਤੀਆਂ? ਉਹ ਵੀ ਬੰਦ ਹੋ ਰਹੀਆਂ, ਉੱਤੇ ਕੇਸ ਹੋ ਗਏ। ਅਤੇ ਕਹਿੰਦੇ ਤੁਸੀਂ ਇਸ ਵੇਲੇ ਇਹ ਸ਼ਿਕਾਰ ਲੈਂਦੇ ਇੱਥੇ ਔਰ ਇਹਦੇ ਵਿੱਚ ਤੁਸੀਂ ਅਜਾਇਬ ਘਰ ਬਣਾਉਣ 'ਤੇ ਇਹ ਉਹਨਾਂ ਲੋਕਾਂ ਦੀ ਜਿਹੜੀ ਹੈ ਤਰਾਸਦੀ ਹੈ, ਲੋਕਾਂ ਵੱਲੋਂ ਇਹ ਜਿਹੜਾ ਕਿਹਾ ਗਿਆ ਦੁੱਖ ਭਰਿਆ ਸ਼ਬਦ ਆ। ਤੁਸੀਂ ਉਹ ਭੁੱਲ ਹੀ ਗਏ ਜਿਹੜੇ ਐਰੋਪਲੇਨ ਵੀ ਮੰਗਾਇਆ ਗਿਆ ਹੈ। ਅੱਛਾ, ਉਹ ਵੀ ਤੇ ਕਾਫੀ ਕਰੋੜਾਂ ਦਾ ਹੀ ਹੈ। ਅੱਛਾ, ਮੈਂ ਕਹੀ ਤਾਂ ਜਾ ਰਿਹਾ ਵੱਡੇ ਲੋਕ ਵੱਡੇ ਸ਼ੌਕ, ਪਰ ਉਹਨਾਂ ਨੂੰ ਗਿਣਤੀ 'ਚ ਲਿਆ ਕੇ ਦੱਸੋ, ਸਾਡੇ ਦਰਸ਼ਕ ਪਤਾ ਲੱਗ ਜਾਵੇ ਕਿ ਦੇਖੋ ਸਾਡੇ ਦੇਸ਼ 'ਚ ਬਹੁਤ ਲੰਬੀ ਹੈ। 2014 ਤੋਂ ਸ਼ੁਰੂ ਹੋ ਜਾਓ, 2022 ਤੱਕ ਆ ਜਾਓ ਤਾਂ ਕਾਫੀ ਤੁਹਾਨੂੰ ਸ਼ੌਕ ਹੀ ਮਿਲਣਗੇ। ਇਹ ਕਹਿ ਰਿਹਾ ਕਿ ਇੱਥੇ ਗਰੀਬ ਕਹਿੰਦੇ ਵਿਚਾਰੇ ਭੁੱਖੇ ਮਰਦੇ ਆ, ਉਹਨਾਂ ਦਾ ਕਦੇ ਨਾਂ ਨਹੀਂ ਲਿਆ। ਉਹਦੇ ਵਿੱਚ ਜਦੋਂ ਰੋਟੀ ਨਹੀਂ ਮਿਲੀ ਉਹਨਾਂ ਨੂੰ, ਭੁੱਖੇ ਮਰ ਗਏ, ਉਹਨਾਂ ਨੂੰ ਪਾਣੀ ਨਹੀਂ ਮਿਲਿਆ, ਭੁੱਖੇ ਮਰ ਗਏ, ਉਹਨਾਂ ਨੂੰ ਜੰਗਲ 'ਚ ਮਰ ਗਏ ਤੜਫ ਕੇ। ਇੱਥੇ ਲੀਡਰ ਕਿਤੇ ਬਿਮਾਰ ਹੋ ਜਾਏ ਨਾ ਜਾਂ ਉਹਦੀ ਸਬਜ਼ੀ ਖਰਾਬ ਹੋ ਜਾਏ ਨਾ, ਤਾਂ ਕਹਿੰਦੇ ਉਹ ਨਹੀਂ, ਉਹਨਾਂ ਨੂੰ ਪਚੀ ਨਹੀਂ ਸਬਜ਼ੀ, ਉਹਨਾਂ ਦੀ ਟੈਸਟ ਲਿਆ ਗਿਆ, ਦੁੱਧ ਨਹੀਂ ਉਹਨਾਂ ਨੂੰ ਆ ਰਿਹਾ ਪੀ ਰਹੇ, ਔਰ ਉਹਨਾਂ ਦੇ ਵਿੱਚੋਂ ਉਹਨਾਂ ਦੀਆਂ ਅੰਤੜੀਆਂ ਖਰਾਬ ਹੋ ਗਈਆਂ। ਜਿੱਦਾਂ ਨਵਜੋਤ ਸਿੱਧੂ ਦਾ ਕਿਹਾ ਸੀ ਇਹਨਾਂ ਨੇ, ਉਹ ਕਿੰਨੀ ਵਾਰੀ ਉਹਨਾਂ ਦਾ ਟੈਸਟ ਕੀਤਾ ਖਾਣੇ ਦਾ। ਔਰ ਦੇਖੋ ਗਰੀਬੀ, ਲੋਕ ਗਰੀਬੀ ਨਾਲ ਮਰ ਰਹੇ ਆ, ਉਹ ਵੀ ਤਾਂ ਇਨਸਾਨ ਹੀ ਆ ਨਾ, ਉਹ ਵੀ ਤਾਂ ਲੋਕਾਂ ਦੇ ਮਾਂ ਦੇ ਜਾਏ ਹੀ ਆ ਨਾ। ਇਸ ਦੇਸ਼ 'ਚ ਇੰਨਾ ਪਾੜਾ ਵੱਡਾ ਹੈਗਾ, ਔਰ ਮੇਰਾ ਖਿਆਲ ਹੈ ਕਈ ਵਾਰੀ ਸ਼ਰਮ ਆਉਂਦੀ ਹੈ ਗੱਲ ਕਰਨ ਲੱਗਿਆ ਕਿ ਉਹ ਵੀ ਬੱਚੇ ਨੇ ਕਿਸੇ ਮਾਂ ਦੇ ਜਾਏ, ਉਹ ਵੀ 9 ਮਹੀਨੇ ਮਾਂ ਦੇ ਪੇਟ ਦੇ ਅੰਦਰ ਰਹੇ, ਉਹ ਵੀ ਇਹਨਾਂ ਨੇ ਵੀ ਪੜ੍ਹਨਾ, ਉਹਨਾਂ ਨੇ ਵੀ ਲਿਖਣਾ। ਔਰ ਨੇਤਾ ਹੋ ਸਕਦਾ ਕਿ ਉਹ ਬਹੁਤ ਵੱਡੇ ਉੱਤੋਂ ਅਰਸ਼ ਤੋਂ ਉਤਰੇ, ਉਹਨਾਂ ਨੂੰ ਜ਼ਿਆਦਾ ਲੋਕਾਂ ਦਾ ਖਿਆਲ ਹੈਗਾ। ਜਦੋਂ ਉਹਨਾਂ ਦੀ ਰੋਟੀ ਦੇ ਬਾਰੇ ਦੱਸਿਆ ਜਾਂਦਾ, ਅੱਜ ਵੱਡੇ ਖਾਣੇ 'ਤੇ ਆਇਆ ਜੀ, ਰੋਟੀ ਖਾ ਰਿਹਾ ਜੀ, ਅੱਜ ਹੈ ਨਾ, ਉਹਨਾਂ ਦਾ ਡਿਨਰ ਹੈ ਜੀ, ਉਹਨਾਂ ਦਾ ਬ੍ਰੇਕਫਾਸਟ ਹੈ। ਗਰੀਬ ਦਾ ਨਹੀਂ ਕੋਈ ਪਤਾ ਹੈਗਾ। ਇਸ ਦੇਸ਼ ਵਿੱਚ ਤਦੇ ਤਸ਼ੱਦਦ ਹੋ ਜਾਂਦਾ, ਤਦੇ ਲੋਕ ਇੱਕ ਦੂਜੇ ਨੂੰ ਡੋਨਲਡ ਟਰੰਪ ਦੀ ਬੇਟੀ ਆਈ ਸੀ, ਉਦੋਂ ਵੀ ਖਾਣਾ ਅਰੇਂਜ ਕੀਤਾ ਗਿਆ ਸੀ ਤੇ ਨਿਊਜ਼ ਪਬਲਿਸ਼ ਹੋਈ ਸੀ ਕਿ ਸੋਨੇ ਦੀਆਂ ਥਾਲੀਆਂ ਨੇ ਜਾਂ ਫਿਰ ਥਾਲੀਆਂ ਦੇ ਉੱਤੇ ਸੋਨੇ ਦਾ ਪਾਣੀ ਚੜਿਆ ਹੋਇਆ। ਵੈਰੀ ਨਾਈਸ। ਸੋ ਦੇਖੋ ਵੱਡੇ ਲੋਕਾਂ ਦੇ ਵੱਡੇ ਸ਼ੌਕ ਨੇ। ਤੁਸੀਂ ਤਾਂ ਭਾਰਤ ਦੀ ਗੱਲ ਕਰਦੇ ਹੋ, ਅਮੀਰ ਲੋਕਾਂ ਦੇ ਸ਼ੌਕ ਦੇਖੋ, ਵੱਡੇ ਵੱਡੇ ਕੰਟਰੀਜ਼, ਬਾਥਰੂਮ ਦੇ ਵਿੱਚ ਟੂਟੀਆਂ ਦੇ ਉੱਤੇ ਵੀ ਸੋਨੇ ਦਾ ਪਾਣੀ ਚੜਿਆ ਹੋਇਆ, ਪੌਟਸ ਦੇ ਉੱਤੇ ਸੋਨੇ ਦਾ ਪਾਣੀ ਚੜਿਆ, ਮਤਲਬ ਪੌਟਸ ਦੇ ਉੱਤੇ ਸੋਨੇ ਦਾ ਪਾਣੀ। ਇਹ ਦੇਖੋ, ਇਹ ਤਾਂ ਵੱਡੇ, ਜਸਟ ਇਮੇਜਿਨ, ਇਹ ਤਾਂ ਵੱਡੇ ਲੋਕਾਂ ਦੇ ਕੀ ਵਿਜ਼ਨ ਹੈ ਤੁਹਾਡਾ ਯਾਰ? ਇਹ ਵੱਡੇ ਲੋਕਾਂ ਦੇ ਚੋਚ ਸੋਨਾ ਕਿੱਥੇ ਸ਼ੋਭਾ ਦਿੰਦਾ, ਤੁਸੀਂ ਕਿੱਥੇ ਲਾਇਆ ਹੋਇਆ? ਪਰ ਜੇ ਉਹਨਾਂ ਦੀ ਰੀਸ ਇਹ ਕਰਨਗੇ ਤਾਂ ਇਹ ਤਾਂ ਭੁੱਖੇ ਹੋਰ ਮਰਨਗੇ, ਅੱਗੇ ਤਾਂ ਮਰ ਹੀ ਰਹੇ ਆ। ਪਰ ਜੇ ਉਹਨਾਂ ਦੀ ਰੀਸ ਕਰਨਗੇ, ਜਿੱਦਾਂ ਹੁਣ ਆਉਂਦੇ ਨਾ 100 ਚੀਤੇ ਆ ਗਏ ਹੈ ਨਾ, ਉਹਦੇ ਬਾਅਦ ਫਿਰ 150 ਫਿਰ ਆ ਜਾਣਗੇ ਚੀਤੇ। ਪਰ ਇਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਜਿਹੜੇ ਅਸੀਂ ਉੱਦਾਂ ਦੇ ਕੋਈ ਦੁੱਧ ਵਾਲੇ ਪਸ਼ੂ ਪਾਲੀਏ ਜਿਨ੍ਹਾਂ 'ਚੋਂ ਦੁੱਧ ਮਿਲੇ, ਔਰ ਜਿਨ੍ਹਾਂ 'ਚੋਂ ਅਸੀਂ ਸੋਚੀਏ ਕਿ ਬੱਚੇ ਉਹ 'ਚ ਦੁੱਧ ਪੀ ਕੇ ਜਵਾਨ ਹੋਣਗੇ, ਤਕੜੇ ਹੋਣਗੇ। ਚੀਤਾ ਤਾਂ ਇੱਕ ਹੀ ਬਹੁਤ ਹੁੰਦਾ, ਸ਼ੇਰ ਦਾ ਬੱਚਾ ਤੁਹਾਨੂੰ ਪਤਾ ਇੱਕੋ ਹੀ ਹੁੰਦਾ ਸਾਰੀ ਜ਼ਿੰਦਗੀ 'ਚ, ਦੂਜਾ ਸ਼ੇਰ ਨਹੀਂ ਹੁੰਦਾ। ਇੱਕ ਸ਼ੇਰਨੀ ਇੱਕ ਹੀ ਬੱਚਾ ਪਾਲਦੀ ਹੈ, 100 ਬੱਚਾ ਤਾਂ ਨਹੀਂ ਸ਼ੇਰ ਦਾ ਹੁੰਦਾ ਕਦੇ ਵੀ। ਭੇਡ ਦੇ 100 ਹੋ ਸਕਦੇ, ਪਰ ਕਦੇ ਵੀ ਸ਼ੇਰ ਦਾ ਇੱਕੋ ਬੱਚਾ ਹੋਊਗਾ। ਭੇਡ 100 ਸਾਲ ਜੀਣਾ ਚਾਹ ਰਹੀ ਹੈ, ਸ਼ੇਰ 100 ਸਾਲ ਨਹੀਂ ਜੀਣਾ। ਸ਼ੇਰ ਚਾਹੁੰਦਾ ਮੈਂ ਇੱਕ ਰਵਾਂ ਸ਼ੇਰ, ਭਾਵੇਂ ਇੱਕ ਦਿਨ ਹੀ ਰਵਾਂ, ਮੈਂ ਇਸੇ ਤਰ੍ਹਾਂ ਗਰਜਦਾ ਰਵਾਂ। ਇਹ ਗੱਲ ਹੁੰਦੀ ਜੀ। ਤੁਸੀਂ ਨਾ ਉਹ ਬੜੀ ਸੋਹਣੀ ਗੱਲ ਕਹੀ ਹੈ ਕਿ ਦੁੱਧ ਪੀਣ ਵਾਲੀ ਗੱਲ। ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਨੇ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਿਆ, ਲਿੱਦ ਚੁੱਕਣੀ ਪਈ। ਇਹ ਗੱਲ ਤੇ ਉਹਦਾ ਤੇ ਮੱਝ ਦਾ ਤੇ ਗੋਹਾ ਵੀ ਕੰਮ ਆ ਜਾਊਗਾ। ਬਿਲਕੁਲ। ਸੋ ਠੀਕ ਹੈ, ਘੋੜਾ ਰੱਖੋ, ਸ਼ੌਕ ਹੈ, ਪਰ ਜ਼ਰੂਰਤ ਜੇ ਮੱਝ ਦੀ ਹੈ ਤੇ ਫਿਰ ਮੱਝ ਲੈ ਕੇ ਆਓ ਨਾ, ਘੋੜੇ ਦਾ ਕੀ ਕਰਾਂਗੇ? ਨਾਲੇ ਇਹਨਾਂ ਦੀ ਉਮਰ ਤਾਂ ਉਹਨਾਂ ਦੇ ਲੋਕਾਂ ਦੇ ਆਸ਼ੀਰਵਾਦਾਂ ਨਾਲ, ਲੋਕਾਂ ਦੀਆਂ ਜਿਹੜੇ ਬੈਸਟ ਵਿਸ਼ੇਸ ਉਹਦੇ ਨਾਲ ਵਧਣੀ ਹੈ। ਇਹ ਚੀਤੇ ਲਿਆਉਣ ਨਾਲ ਤਾਂ ਜ਼ਿਆਦਾ ਉਮਰ ਨਹੀਂ ਵੱਧਦੀ, ਉਮਰ ਤਾਂ ਉੱਦਾਂ ਹੀ ਵਧਣੀ ਹੈ ਲੋਕਾਂ ਨਾਲ ਜਦੋਂ ਤੁਸੀਂ ਚੰਗੇ ਕੰਮ ਕਰੋਗੇ, ਜਦੋਂ ਗਰੀਬ ਨੂੰ ਰੋਟੀ ਦਿਓਗੇ, ਜਦੋਂ ਉਹਦਾ ਤੁਸੀਂ ਦੁੱਖ ਦਲਿੱਦਰ ਜਿਹੜਾ ਉਹ ਸਾਂਝਾ ਕਰੋਗੇ, ਉਹ ਤੁਹਾਨੂੰ ਕਿੱਦਾਂ ਦੀਆਂ ਆਸ਼ੀਰਵਾਦਾਂ ਦੇਊਗਾ। ਤੇ ਸਿੱਧੀਆਂ ਅਰਦਾਸਾਂ ਰੱਬ ਦੀ ਕਚਹਿਰੀ 'ਚ ਜਾਣਗੀਆਂ, ਫਿਰ ਉਮਰ ਵਧੇਗੀ, ਤੰਦਰੁਸਤੀ ਆਏਗੀ। ਇਹ ਗੱਲਾਂ ਹੈਗੀਆਂ ਜੇ ਤੱਕ ਸੱਚੀਆਂ ਵਾ, ਸਮਾਜ 'ਚ ਸੱਚੀਆਂ। ਦੇਖੋ ਨਾ ਬਲਕਾਰ ਜੀ, ਗੱਲ ਫਿਰ ਉੱਥੇ ਆ ਜਾਂਦੀ ਹੈ, ਵੱਡੇ ਲੋਕ, ਵੱਡੇ ਸ਼ੌਕ। ਇਸ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ, ਸ਼ੌਕ ਪੂਰੇ ਜ਼ਰੂਰ ਕਰਨੇ ਚਾਹੀਦੇ ਨੇ। ਚਲੋ ਵਿਸ਼ੇ ਤੇ ਆਵੇ, ਵਿਸ਼ਾ ਬਹੁਤ ਲੰਬਾ ਵਾ, ਆਪਾਂ ਅੱਗੇ ਚੱਲਦੇ ਜ਼ਰੂਰ ਫਿਰ ਕਰਾਂਗੇ। ਫਿਰ ਕਰਾਂਗੇ। ਸੋ ਬਲਕਾਰ ਜੀ, ਹੁਣ ਆਪਾਂ ਅਗਲੀ ਨਿਊਜ਼ ਦੀ ਗੱਲ ਕਰਦੇ ਹਾਂ। ਹਾਂਜੀ, ਕਿ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਨੇ, ਸੁਪਰੀਮੋ ਨੇ, ਉਹ ਕਹਿੰਦੇ ਨੇ ਕਿ 2024 ਦੀਆਂ ਚੋਣਾਂ ਅਸੀਂ ਇਕੱਲੇ ਲੜਾਂਗੇ, ਕਿਸੇ ਨਾਲ ਭਾਈਵਾਲੀ ਨਹੀਂ ਕਰਨੀ, ਨੋ ਪਾਰਟਨਰਸ਼ਿਪ। ਸੋ ਬਹੁਤ ਅੱਗੇ ਵਧ ਰਹੇ ਨੇ। ਔਰ ਰਾਘਵ ਚੱਡਾ ਦੇ ਉੱਤੇ ਕਾਫੀ ਕਿਰਪਾ ਹੈ ਉਹਨਾਂ ਦੀ। ਔਰ ਰਾਘਵ ਚੱਡਾ ਨੂੰ ਜਿਵੇਂ ਪੰਜਾਬ ਦੇ ਵਿੱਚ ਬੜੀ ਪਾਵਰਸ ਦਿੱਤੀਆਂ ਗਈਆਂ ਨੇ, ਹੁਣ ਗੁਜਰਾਤ ਦੀਆਂ ਇਲੈਕਸ਼ਨਸ ਨੂੰ ਦੇਖਦੇ ਹੋਏ ਕਿ ਤੁਸੀਂ ਸਾਰਾ ਮਾਮਲਾ ਦੇਖੋ,
ਔਰ ਉਸ ਮਾਮਲੇ ਨੂੰ ਸੰਭਾਲ ਲਓ, ਕਿਉਂਕਿ ਉਹ ਕਹਿੰਦੇ ਨੇ ਕਿ ਜੋ ਵੀ ਪਾਲਿਸੀਜ਼ ਡਿਜ਼ਾਈਨ ਹੋ ਰਹੀਆਂ ਨੇ ਗੁਜਰਾਤ ਦੇ ਵਿੱਚ, ਰਾਘਵ ਚੱਡਾ ਦਾ ਬਹੁਤ ਵੱਡਾ ਰੋਲ ਹੈ। ਸੋ ਇੱਥੇ ਪੰਜਾਬ ਦੇ ਵਿੱਚ ਵਿਰੋਧੀ ਧਿਰ ਕਹਿੰਦੇ ਨੇ ਕਿ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਰਾਘਵ ਚੱਡਾ ਦਾ ਕੀ ਸਟੇਟਸ ਹੈ ਉਹ ਵੀ ਕਲੀਅਰ ਕਰੋ। ਸੋ ਕੁੱਲ ਮਿਲਾ ਕੇ 2024 ਦੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਇਹ ਸਭ ਕੁਝ ਚੱਲਦਾ ਪਿਆ। ਤੇ ਜਿਹੜਾ ਇਹ ਪਿੱਛੇ ਜੇ ਗੱਲਾਂ ਹੋਈਆਂ ਸੀ ਨਾ ਕਿ 25-25 ਕਰੋੜ ਦੇ ਵਿੱਚ ਤੋੜਨ ਲੱਗੇ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ, ਆਪਣੇ ਵੱਲ ਲੈ ਕੇ ਜਾਣ ਲੱਗੀ ਹੈ ਬੀਜੇਪੀ, ਉਹ ਕਹਿੰਦੇ ਨੇ ਕਿ 50 ਕਰੋੜ ਵੀ ਦਿਓ ਤਾਂ ਵੀ ਨਹੀਂ ਟੁੱਟਣਗੇ। ਸੋ ਬੀਜੇਪੀ ਕਹਿੰਦੀ ਹੈ ਕਿ ਨਹੀਂ, 2024 ਦੀਆਂ ਚੋਣਾਂ ਨੂੰ ਸਾਹਮਣੇ ਰੱਖਦੇ ਹੋਏ ਨਾ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ, ਇੱਦਾਂ ਦੀ ਕੋਈ ਗੱਲ ਨਹੀਂ। ਸੋ ਇਹ ਖਿਚੜੀ ਬਣੀ ਹੋਈ ਹੈ, ਜ਼ਰਾ ਇਹ ਖਿਚੜੀ ਦੇ ਵਿੱਚ ਜ਼ਰਾ ਤੁਸੀਂ ਵੀ ਘਿਓ ਪਾ ਕੇ ਸਾਨੂੰ ਟੇਸਟੀ ਬਣਾ ਕੇ ਰੱਖਵਾਓ ਤਾਂ। ਨਹੀਂ, ਅਸਲ ਜਦ ਪਤਾ ਕੀ ਹੈਗਾ ਕਿ ਜਿਹੜੀਆਂ 2024 ਦੀਆਂ ਲੋਕ ਸਭਾ ਦੀਆਂ ਆਗਾਮੀ ਚੋਣਾਂ ਨੇ, ਉਹਦਾ ਇਸ ਵੇਲੇ ਮਾਮਲਾ ਜਿਹੜਾ ਬਿਲਕੁਲ ਲੋਕਾਂ ਦੇ ਸਿਰ ਦੇ ਉੱਪਰ ਦੀ ਲੰਘ ਰਿਹਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਵੇਲੇ ਚੋਣਾਂ ਆ ਗਈਆਂ। ਔਰ ਇਹਦੇ ਵਿੱਚ ਪਹਿਲਾਂ ਆਪਾਂ ਅੱਗੇ ਵੀ ਗੱਲ ਕੀਤੀ ਸੀ, ਉਹਦੇ ਵਿੱਚ ਨਿਤਿਸ਼ ਕੁਮਾਰ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਇੱਕ ਵਾਰੀ ਆਪਣੀ ਸਰਕਾਰ ਦੁਬਾਰਾ ਚੁਣ ਕੇ ਆਪ ਮੁੱਖ ਮੰਤਰੀ ਫਿਰ ਦੁਬਾਰਾ ਬਣ ਗਏ, ਜਿਹਦੇ ਵਿੱਚ ਲਾਲੂ ਯਾਦਵ ਦਾ ਬੇਟਾ ਤੇਜਸਵੀ ਵਰਗੇ ਹੈਗੇ ਨੇ। ਔਰ ਉਹ ਇੱਕ ਗੱਠਜੋੜ ਬਣਾ ਰਹੇ ਸੀਗੇ। ਉਹਨਾਂ ਨੇ ਸੋਚਿਆ ਸੀਗਾ ਕਿ ਜਿਹਦੇ 'ਚ ਵੱਡੀਆਂ ਪਾਰਟੀਆਂ ਉਹਨਾਂ ਨਾਲ ਮਿਕਸ ਕਰਕੇ ਜੁੜ ਕੇ ਅਸੀਂ ਗੱਠਜੋੜ ਬਣਾ ਦਈਏ। ਔਰ ਉਹਦੇ ਵਿੱਚ ਰਾਹੁਲ ਗਾਂਧੀ ਨਾਲ ਵੀ ਉਹਨਾਂ ਨੇ ਗੱਲ ਕੀਤੀ, ਕਾਂਗਰਸ ਵੀ ਉਹਦੇ ਨਾਲ ਸ਼ਰੀਕ ਹੋਣਾ ਚਾਹੁੰਦੀ ਸੀ। ਔਰ ਉਹ ਬਾਕੀ ਜਿਹੜੀ ਖੇਤਰੀ ਪਾਰਟੀਆਂ ਉਹ ਵੀ ਵੇਖਣਾ ਚਾਹੁੰਦੀਆਂ ਸੀ ਵੀ ਅਸੀਂ ਇਕੱਠੇ ਹੋ ਜਾਈਏ। ਔਰ ਉੱਥੇ ਮਮਤਾ ਬੈਨਰਜੀ ਉਹਨਾਂ ਨੇ ਵੀ ਕਿਹਾ ਸੀ ਕਿ ਤ੍ਰਿਣਮੂਲ ਕਾਂਗਰਸ ਜਿਹੜੀ ਆ ਉਹ ਵੀ ਹੋਗੀ, ਉਹ 'ਚ ਖੱਬੇ ਪੱਖੀ ਜਿਹੜੇ ਆ ਕਮਿਊਨਿਸਟ CPI CPM ਇਹ ਵੀ ਜੁੜਨਾ ਚਾਹੁੰਦੇ ਸੀ। ਪਰ ਇਸ ਵੇਲੇ ਜਿਹੜੀ ਹੈ ਤੀਜੀ ਗੱਲ ਜਿਹੜੀ ਕਰ ਦਿੱਤੀ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਕਿ ਇਹਦੇ ਵਿੱਚ ਅਸੀਂ ਇਕੱਲੇ ਚੋਣਾਂ ਜਿੱਤਾਂਗੇ। ਔਰ ਗੁਜਰਾਤ ਦੀਆਂ ਚੋਣਾਂ ਆ ਰਹੀਆਂ, ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਉਹਨਾਂ ਨੇ ਭੇਜ ਦਿੱਤਾ ਰਾਘਵ ਚੱਡਾ ਜੀ ਨੂੰ, ਔਰ ਅਸੀਂ ਚਾਹ ਰਹੇ ਹਾਂ ਕਿ ਸਾਡੀ ਜਿਹੜੀ ਆਪ ਪਾਰਟੀ ਹੈ ਉਸੇ ਤਰ੍ਹਾਂ ਬਣੇ। ਪਰ ਮੇਰਾ ਖਿਆਲ ਹੈ ਸਾਡੇ ਕਈ ਦਰਸ਼ਕ ਤੇ ਸਾਡੇ ਕਈ ਸੂਝਵਾਨ ਲੋਕ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਪ੍ਰਧਾਨ ਮੰਤਰੀ ਬਣਨ ਦਾ ਜਿਹੜਾ ਇਸ਼ਾਰਾ ਉਹਨਾਂ ਦਾ ਕੇਜਰੀਵਾਲ ਦਾ ਵੱਖਰਾ ਹੈਗਾ, ਨਿਤਿਸ਼ ਕੁਮਾਰ ਦਾ ਵੱਖਰਾ ਹੈਗਾ। ਇਹ ਦੋ ਜਿਹੜੇ ਆਗੂ ਨੇ ਪਾਰਟੀਆਂ ਦੇ ਚਾਹੁੰਦੇ ਨੇ, ਕਿਉਂਕਿ ਬੜੇ ਉਹ ਸੁਪਰੀਮੋ ਨੇ ਇਸ ਵੇਲੇ, ਔਰ ਉਹਨਾਂ ਵਿੱਚ ਪਤਾ ਕਿ ਇਹਨਾਂ ਨੇ 2 ਜਗ੍ਹਾ 'ਤੇ ਇਹਨਾਂ ਨੇ ਬੜੀ ਬਹੁਮਤ ਦੀ ਜਿਹੜੀ ਪ੍ਰਾਪਤੀ ਕਰ ਲਈ ਹੈ ਔਰ ਚੰਗੀਆਂ ਵੋਟਾਂ ਲੈ ਲਈਆਂ। ਔਰ ਇਹੀ ਹਾਲ ਬਿਹਾਰ UP 'ਚ ਨਿਤਿਸ਼ ਕੁਮਾਰ ਦਾ ਵੀ ਹੈਗਾ। ਪਰ ਜੇ ਇਸੇ ਤਰ੍ਹਾਂ ਤਾਣਾ ਰਿਹਾ ਵੱਖਰੀਆਂ ਖੱਡੀਆਂ ਲਾ ਲਈਆਂ, ਵੱਖਰੇ ਖੇਸ ਸੁਣਨੇ ਸ਼ੁਰੂ ਕਰ ਦਿੱਤੇ ਤੇ ਰਜਾਈਆਂ ਆਪਣੀਆਂ ਲੈ ਕੇ ਸੌਂ ਜਾਣਗੇ, ਉਹਦੇ 'ਚ ਇਹ ਨਹੀਂ ਲੱਗੂਗਾ ਕਿ ਜਿਹੜਾ ਦਿੱਲੀ ਦਾ ਤਖਤ ਉੱਤੇ ਕੌਣ ਬੈਠਾ। ਫਿਰ ਜਿਹੜਾ ਫਾਇਦਾ ਕਿਹਨਾਂ ਨੂੰ ਜਾਊਗਾ? BJP ਨੂੰ, NDA ਸਰਕਾਰ ਨੂੰ ਜਾਊਗਾ। ਉਹ ਅੱਗੇ ਚਾਹੁੰਦੀ ਹੈ ਕਿ ਇਹਨਾਂ 'ਚ ਫਿਰ ਦਫਾੜ ਪੈ ਜਾਏ, ਫਿਰ ਹੋ ਜਾਏ। RSS ਜਿਹੜੀ ਹੈਗੀ ਹੈ ਪਾਰਟੀ, ਉਹ ਉਹਨਾਂ ਦੇ ਆਗੂ ਜਿਹੜੇ ਉਹਨਾਂ ਨੂੰ ਪਤਾ, ਉਹ ਆਪਣੀ ਇਹਨਾਂ ਦੀ ਨਬਜ਼ 'ਤੇ ਹੱਥ ਰੱਖ ਕੇ ਵੇਖ ਲੈਂਦੇ ਆ ਵੀ ਇਸ ਵੇਲੇ ਇਹਨਾਂ ਦਾ ਦਿਲ ਧੜਕਦਾ ਕਿੰਨਾ ਕੁ ਹੈਗਾ ਔਰ ਕਿੱਥੇ ਤੱਕ ਜਾ ਰਹੇ ਆ। ਔਰ ਉਹ ਬੈਠੇ ਦਿੱਲੀ ਦੇ ਤਖਤ 'ਤੇ ਉਹਨਾਂ ਨੂੰ ਪਤਾ ਹੈਗਾ। ਔਰ ਇਹ ਚੋਣਾਂ ਆ ਰਹੀਆਂ, ਉਦੋਂ ਪਹਿਲਾਂ ਪੈਂਤੜਾ ਬਣ ਰਿਹਾ। ਪਰ ਜਿਹੜੀ ਆ ਨਵਾਂ ਰਾਗ ਅਲਾਪਿਆ ਵਾ ਕੇਜਰੀਵਾਲ ਸਾਹਿਬ ਨੇ, ਮੈਨੂੰ ਲੱਗਦਾ ਕਿ ਇਹਨਾਂ ਨੂੰ ਬਹੁਤ ਧੈਂਦੀਆਂ ਕਲਾਂ ਵੱਲ ਨਾ ਲੈ ਜੇ, ਕਿਉਂਕਿ ਇਹਨਾਂ ਨੂੰ ਇੱਕ ਵਾਰੀ ਹੁੰਦਾ ਨਾ ਕਿ ਸਾਡੇ ਵੇਲੇ ਅਸੀਂ ਬਹੁਤ ਸਿਖਰ 'ਤੇ ਪਹੁੰਚ ਗਏ, ਪਰ ਇਹ ਨਹੀਂ ਪਤਾ ਹੁੰਦਾ ਵੀ ਕਿਹੜੇ ਵੇਲੇ ਐਸਾ ਧੱਫਾ ਵੱਜਦਾ ਤੇ ਬੰਦਾ ਥੱਲੇ ਆ ਡਿੱਗਦਾ। ਮੈਂ ਪਹਿਲਾਂ ਲੋਕਾਂ ਦੀ ਚੋਣ ਹੈ, ਲੋਕਾਂ ਦਾ ਖਿਆਲ। ਬਿਲਕੁਲ ਮੈਂ ਆਪਣੇ ਇਸ ਪਲੇਟਫਾਰਮ ਤੋਂ ਪਹਿਲਾਂ ਵੀ ਕਹਿ ਚੁੱਕਾ ਕਿ ਜੋ ਤੁਸੀਂ ਪੰਜਾਬ ਵਿੱਚ ਜਿੱਤੇ ਹੋ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮਜ਼ਬੂਤ ਹੋ। ਬਿਲਕੁਲ, ਇਹਦਾ ਮਤਲਬ ਇਹ ਹੈ ਕਿ ਤੁਹਾਡੇ ਜਿਹੜੇ ਵਿਰੋਧੀ ਨੇ ਨਾ ਉਹ ਕਮਜ਼ੋਰ ਨੇ। ਛੋਟਾ ਜਿਹਾ ਪੰਜਾਬ ਹੈਗਾ ਇਹ, ਕੋਈ ਹਿੰਦੁਸਤਾਨ ਪੂਰਾ ਨਹੀਂਗਾ। ਤੁਹਾਡੇ ਵਿਰੋਧੀ ਕਮਜ਼ੋਰ ਨੇ, ਕਾਂਗਰਸ ਕਮਜ਼ੋਰ ਹੈ, ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੈ, ਤੁਸੀਂ ਮਜ਼ਬੂਤ ਨਹੀਂ ਹੋ, ਤੁਹਾਡੇ ਵਿਰੋਧੀ ਕਮਜ਼ੋਰ ਨੇ। ਲੋਕਾਂ ਦਾ ਰੁਖ ਇਹ ਬਣ ਗਿਆ ਕਿ ਰਿਵਾਇਤੀ ਪਾਰਟੀਆਂ ਨੂੰ ਚਾਂਸ ਨਹੀਂ ਦੇਣਾ। ਇਸ ਕਰਕੇ ਨਾ ਉਹ ਫਰੰਟ ਤੇ ਫਾਇਰਿੰਗ ਨਹੀਂ ਪੂਰੀ ਚੱਜ ਨਾਲ ਹੋਈ। ਜਿਹੜੇ ਹੈਗੇ ਨੇ ਪਹਿਲਾਂ ਜਿਹੜੇ ਕਰਕੇ ਨਾ ਫਾਇਰਿੰਗ, ਉਹ ਕਾਰਤੂਸ ਜਿਹੜੇ ਉਹਨਾਂ ਕੇ ਉਦਾਂ ਦੇ ਰਹਿ ਗਏ, ਸਲਾਬੇ ਹੀ ਕਾਰਤੂਸ ਨਹੀਂ ਚੱਲੇ। ਇਹ ਲੜਾਈ ਹੁੰਦੀ ਇੱਕ ਤਰ੍ਹਾਂ ਦਾ ਫਰੰਟ ਹੈ। ਬਿਲਕੁਲ ਸਹੀ ਗੱਲ ਹੈ। ਤੇ ਇਹ ਲੋਕਾਂ ਦੀ ਸੋਚ ਸੀ ਕਿ ਰਿਵਾਇਤੀ ਪਾਰਟੀਆਂ ਨੂੰ ਅਸੀਂ ਨਹੀਂ ਦੇਣਾ ਚਾਂਸ, ਇਸ ਕਰਕੇ ਤੁਹਾਨੂੰ ਚਾਂਸ ਮਿਲ ਗਿਆ। ਔਰ ਕਈ ਐਕਸਪਰਟਸ ਪਤਾ ਕੀ ਕਹਿੰਦੇ ਨੇ, ਇੱਕ ਅਣਜਾਣ ਬੰਦਾ, ਉਹਦੇ ਪੈਰਾਂ ਥੱਲੇ ਬਟੇਰ ਆ ਗਿਆ, ਉਹਨੇ ਫੜ ਲਿਆ, ਕਹਿੰਦਾ ਮੈਂ ਸ਼ਿਕਾਰੀ ਹੋ ਗਿਆ। ਹੁਣ ਆਮ ਆਦਮੀ ਪਾਰਟੀ ਦਾ ਵੀ ਕੁਝ ਇਦਾਂ ਦਾ ਹੀ ਰੰਗ ਲੱਗਦਾ ਕਿ ਦਾਅ ਲੱਗ ਗਿਆ ਲੋਕਾਂ ਦੀ ਸੋਚ ਕਰਕੇ। ਤੇ ਇਹ ਕਹਿੰਦੇ ਨੇ ਕਿ ਅਸੀਂ ਹੁਣ ਇੱਕ ਵੱਡੀ ਗੇਮ ਖੇਡ ਸਕਦੇ ਹਾਂ, ਜਦ ਕਿ ਐਨਾਲਿਸਟ ਕਹਿੰਦੇ ਨੇ ਕਮ ਸੇ ਕਮ 15 ਤੋਂ 20 ਸਾਲ ਲੱਗ ਸਕਦੇ ਨੇ ਤੁਹਾਨੂੰ ਰਾਸ਼ਟਰੀ ਪੱਧਰ ਦੇ ਉੱਤੇ ਸਥਾਪਿਤ ਹੋਣ ਦੇ ਵਿੱਚ, ਸਟਰੋਂਗ ਹੋਣ ਦੇ ਵਿੱਚ। ਬਹੁਤ ਵੱਡਾ ਸੰਘਰਸ਼ ਹੈ। ਔਰ ਮੈਂ ਇਹ ਸੋਚਦਾ ਕਈ ਵਾਰ ਕੇਜਰੀਵਾਲ ਸਾਹਿਬ ਦੇ ਅੰਦਰ ਵੀ ਸੁਪਨਾ ਹੈ PM ਬਣਨ ਦਾ। ਨਿਤਿਸ਼ ਜੀ ਦੀ ਵੀ ਗੱਲ ਹੋ ਰਹੀ ਹੈ, ਉਧਰ ਮਮਤਾ ਬੈਨਰਜੀ ਜੀ ਦੀ ਵੀ ਗੱਲ ਹੋਈ ਕਿ ਉਹ ਵੀ ਸਟਰੋਂਗ ਹੋ ਸਕਦੇ ਨੇ ਮੋਦੀ ਸਾਹਿਬ ਦੇ ਸਾਹਮਣੇ। ਤੇ ਕਈ ਲੋਕ ਕਹਿ ਰਹੇ ਨੇ ਕਿ ਮੋਦੀ ਸਾਹਿਬ ਸ਼ਾਇਦ ਤੀਸਰੀ ਵਾਰ ਵੀ ਭਾਰਤ ਦੇ ਪ੍ਰਧਾਨ ਮੰਤਰੀ ਬਣ। ਇਹ ਸਾਰੀਆਂ ਗੱਲਾਂ ਹੁੰਦੀਆਂ ਪਈਆਂ ਨੇ। ਮੈਂ ਕਈ ਵਾਰ ਸੋਚਦਾ ਕਿ ਕੋਈ ਨਵਾਂ ਹੀ ਬੰਦਾ ਨਾ ਅੱਗੇ ਆ ਜਾਵੇ ਜਿਹੜਾ ਪ੍ਰਾਈਮ ਮਿਨਿਸਟਰ ਬਣ ਜਾਵੇ ਔਰ ਇਹ ਸੋਚ ਤੋਂ ਹੀ ਬਾਹਰ ਹੋਵੇ ਸਭ ਦੀ। ਜਿਸ 'ਚ ਜਿਹੜੇ ਸੀਗੇ ਪੁਰਾਣੇ ਲੀਡਰ ਜਸਵੰਤ ਸਿਨਹਾ ਜੀ ਚਲੇ ਗਏ ਹੈ ਨਾ, ਉਦੋਂ ਤੋਂ ਪਹਿਲਾਂ ਜਿੰਨੇ ਵੀ ਪੁਰਾਣੇ ਲੀਡਰ ਸੀਗੇ ਉਹ ਨਹੀਂ ਲੱਭੇ। ਉਹ ਕਿਉਂਕਿ ਉਦੋਂ ਬਾਅਦ ਤਾਂ ਇੱਕ ਤਾਂ ਉਮਰ ਵੀ ਹੋ ਗਈ, ਉਦੋਂ ਬਾਅਦ ਜਿਹੜੀ ਨਵੀਂ ਆ ਜਾਂਦਾ ਗਰੁੱਪ, ਉਹਨਾਂ ਨੇ ਤਾਂ ਉਹ ਸਾਰਿਆਂ ਨੂੰ ਇੱਕ ਪਾਸੇ ਨੁਕਰੇ ਲਾਤਾ। ਜਿਸ ਤਰ੍ਹਾਂ ਪੰਜਾਬ 'ਚ ਬਾਦਲ ਸਾਹਿਬ ਤੇ ਇਹਨਾਂ ਦੀ ਪਾਰਟੀ ਜਿਹੜੀ ਹੈ ਇੱਕ ਬਿਲਕੁਲ ਸਾਈਡ 'ਤੇ ਲਾਤੀ, ਕਾਂਗਰਸ
ਬਿਲਕੁਲ ਨਹੀਂ ਮਿਲੀ, ਕਿਉਂਕਿ ਕਾਂਗਰਸ ਨੂੰ ਲੋਕਾਂ ਨੇ ਲਾਇਆ, ਉਹਦੇ ਨਾਲ ਉਹਨਾਂ ਵਿੱਚ ਆਪਣੀ ਹਫੜਾ ਦਫੜੀ, ਆਪਣੀ ਜਿਹੜੀ ਆ ਉਹਨਾਂ ਵਿੱਚ ਕਲੇਸ਼, ਜਿਹੜਾ ਉਹਨਾਂ ਵਿੱਚ ਲੜਾਈ, ਜਿਹੜੀ ਉਹਨਾਂ ਵਿੱਚ ਝਗੜਾ ਹੁੰਦਾ ਰਿਹਾ, ਉਹਨੇ ਵੀ ਬਹੁਤ ਮਾੜਾ ਹਾਲ ਕਰਤਾ, ਜਿਹਦੇ ਵਿੱਚ ਇਸ ਵੇਲੇ ਇਹਨਾਂ ਨੇ ਕਿਹਾ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹ ਆਪਣੀ ਲੋਕ ਕਾਂਗਰਸ ਬਣਾ ਕੇ ਬੈਠ ਗਏ, ਉਹਨਾਂ ਦੀ ਵਾਈਫ ਅਜੇ ਕਾਂਗਰਸ 'ਚ ਬੈਠੀ ਹੈ, ਔਰ ਇਹਨਾਂ 'ਚ ਇਹ ਹਫੜਾ ਦਫੜੀ ਪੈ ਗਈ, ਆਟਾ ਕਿੰਨਾ ਹੈਗਾ, ਲੂਣ ਕਿੰਨਾ ਹੈਗਾ, ਦਾਲ ਕਿੰਨੀ ਹੈਗੀ, ਕੁਝ ਨਹੀਂ ਪਤਾ ਲੱਗਾ ਵੀ ਕੀ ਮਿਕਦਾਰ ਹੈ ਕਿਸੇ ਪਾਰਟੀ ਦੀ। ਔਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਪੁਰਾਣੀਆਂ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਲੋਕ ਪੂਜਦੇ ਰਹੇ, ਦੇਖਦੇ ਰਹੇ, ਸਾਰਾ ਕੁਝ ਕਰਦੇ ਰਹੇ ਪੁਰਾਣੀਆਂ ਪਾਰਟੀਆਂ, ਪਰ ਇਸ ਵੇਲੇ ਕਾਂਗਰਸ ਬਹੁਤ ਪੁਰਾਣੀ ਪਾਰਟੀ ਸੀ, ਉਹਨਾਂ ਭਾਰਤ ਜੋੜੋ ਕਰਕੇ ਕਰਦੇ ਕਿ ਆਪਣੀ ਕਾਂਗਰਸ ਤੋੜੋ ਹੀ ਦਾ ਬਿਆਨ ਕਰ ਦਿੱਤਾ, ਇਹਨਾਂ ਇਹਦੇ ਵਿੱਚ ਸਾਰਾ ਕੁਝ ਮਿਕਸ ਅਪ ਹੋ ਗਿਆ। ਔਰ ਉਹ ਜਿਹੜਾ ਹੁਣ ਉਹਨਾਂ ਨੇ ਉਹ ਜਲੂਸ ਕੱਢਿਆ ਜਾਂ ਉਹਨਾਂ ਨੇ ਭਾਰਤ ਜੋੜੋ ਕੱਢਿਆ, ਉਹਦੇ 'ਚ ਕੋਈ ਰਿਸਪੌਂਸ ਨਹੀਂ, ਲੋਕਾਂ ਨੇ ਕੁਝ ਨਹੀਂ ਉਹਨਾਂ ਨੂੰ ਮੰਨਿਆ। ਪਰ ਇਸੇ ਤਰ੍ਹਾਂ ਦੀਆਂ ਪਾਰਟੀਆਂ ਜਿਹੜੀਆਂ ਵੱਡੀਆਂ ਵੱਡੀਆਂ ਪਾਰਟੀਆਂ, ਜੇ ਉਹਨਾਂ ਦੀਆਂ ਜੜ੍ਹਾਂ ਹਿੱਲ ਜਾਣਗੀਆਂ ਤੇ ਜਿਹੜੀਆਂ ਪੁਰਾਣੀ ਨਵੀਆਂ ਪਾਰਟੀਆਂ ਆਈਆਂ ਉਹ ਕਿੱਥੇ ਸਟੈਂਡ ਕਰਨਗੀਆਂ। ਸਹੀ ਗੱਲ ਹੈ। ਮੈਂ ਕਈ ਵਾਰ ਇਹ ਸੋਚਦਾ ਹੁੰਦਾ ਕਿ ਐਨਾਲਿਸਿਸ ਕੁਝ ਵੀ ਹੁੰਦੇ ਨੇ, ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਹੋ ਸਕਦੇ ਨੇ, ਪ੍ਰਾਈਮ ਮਿਨਿਸਟਰ ਕੇਜਰੀਵਾਲ ਸਾਹਿਬ ਹੋ ਸਕਦੇ ਨੇ, ਪ੍ਰਾਈਮ ਮਿਨਿਸਟਰ ਨੀਤਿਸ਼ ਜੀ ਹੋ ਸਕਦੇ ਨੇ, ਪ੍ਰਾਈਮ ਮਿਨਿਸਟਰ ਮਮਤਾ ਬੈਨਰਜੀ ਹੋ ਸਕਦੇ ਨੇ, ਇਹ ਗੱਲਾਂ ਕਰਦੇ ਪਏ ਨੇ, ਕਈ ਹੋਰ ਵੀ ਨਾਂ ਲੈਂਦੇ ਹੋਣਗੇ, ਪਰ ਕੁਦਰਤ ਦੇ ਰੰਗਾਂ ਦਾ ਨਹੀਂ ਪਤਾ। ਕੋਈ ਨਵਾਂ ਹੀ ਬੰਦਾ ਸਾਹਮਣੇ ਆ ਜਾਵੇ, ਸਾਰੇ ਸੋਚਣ ਵੀ ਆਹ ਕੀ, ਇਹ ਤਾਂ ਸੋਚਿਆ ਹੀ ਨਹੀਂ ਸੀ, ਬਿਲਕੁਲ ਇਹ ਕਿੱਥੋਂ ਆ ਗਏ। ਸੋ ਕੁਦਰਤ ਦੇ ਰੰਗਾਂ ਦਾ ਨੋਬਡੀ ਨੋਜ਼। ਬਰਾਕ ਓਬਾਮਾ ਦੇਖ ਲਓ, ਕੋਈ ਪਤਾ ਸੀਗਾ, 2 ਟਰਮਸ ਤੱਕ ਲੈ ਗਿਆ, ਔਰ ਸੈਕੰਡ ਟਰਮ ਉੱਥੇ ਦੇ ਯੂਥ ਆ ਜਾਂ ਜਿਹੜੇ ਮੁੰਡੇ ਜਵਾਨ ਨੇ ਜਾਂ ਜਿਹੜੇ ਲੋਕ ਸੂਝਵਾਨ ਨੇ, ਉਹਨਾਂ ਸੈਕੰਡ ਟਰਮ ਆਲ ਆਫ ਸਡਨ ਤੁਸੀਂ ਆਪਣੇ ਦੇਸ਼ 'ਚ ਦੇਖ ਲਓ, ਡਾਕਟਰ ਮਨਮੋਹਨ ਸਿੰਘ, ਬਿਲਕੁਲ ਉਹੀ ਗੱਲ, ਕੋਈ ਬੈਕਗ੍ਰਾਉਂਡ ਨਹੀਂ ਉਹਨਾਂ ਦੀ ਪੋਲਿਟਿਕਸ ਦੀ, ਉਹਨੇ ਲਿਆਕਤ ਵਾਲੇ ਆ, ਉਹਨੇ ਇੰਟੈਲੀਜੈਂਟ ਆ। ਜਿੰਨੇ ਬਰਾਕ ਓਬਾਮਾ ਸੀ ਉਹਨਾਂ ਨੇ ਇਹਨਾਂ ਨੂੰ ਮੰਨਿਆ ਕਿ ਜਿਹੜੇ ਉੱਥੋਂ ਦੇ ਪ੍ਰਧਾਨ ਮੰਤਰੀ ਰਹੇ ਨੇ ਮਨਮੋਹਨ ਸਿੰਘ ਜੀ, ਆਂਦੇ ਮੈਂ ਉਹਨਾਂ ਨੂੰ ਦੇਖਦਾ ਕਿ ਸੂਝਵਾਨ ਆ, ਉਹਨਾਂ ਕੋਲ ਜਿਹੜੀ IQ ਉਹਨਾਂ ਦਾ ਬਹੁਤ ਵਿਸ਼ਾਲ, ਔਰ ਉਹਨਾਂ ਦੀਆਂ ਕਿਤਾਬਾਂ ਲਿਖੀਆਂ ਜਿਹੜੀਆਂ ਆਕਸਫੋਰਡ ਯੂਨੀਵਰਸਿਟੀ 'ਚ ਪੜ੍ਹਾ ਰਹੇ ਨੇ ਲੋਕ, ਚਾਹੇ ਉਹ ਘੱਟ ਬੋਲਦੇ ਸੀ, ਬੋਲਣ 'ਚ ਬਹੁਤ ਘੱਟ ਸੀਗੇ, ਪਰ ਲਿਖਣ ਪੜ੍ਹਨ ਦੇ ਵਿੱਚ, ਤਜਵੀਜ਼ ਬਣਾਉਣ 'ਚ, ਵਿਕਾਸ ਕਰਨ 'ਚ ਬਹੁਤ ਅੱਗੇ ਸੀ। ਵੈਸੇ ਇੱਕ ਚੀਜ਼ ਹੈ, ਵਿਕਾਸ ਕਰਨ 'ਚ ਬਹੁਤ ਅੱਗੇ ਸੀ, ਬਹੁਤ ਵੱਡੇ ਇਕਨੋਮਿਸਟ ਸੀ, ਉਹ ਚੀਤੇ ਨਹੀਂ ਲੈ ਕੇ ਆਏ ਕਦੀ। ਉਹ ਚੀਤੇ ਨਹੀਂ ਲੈ ਆਉਂਦੇ ਨੇ, ਪਰ ਉਹ ਮੈਨੂੰ ਲੱਗਦਾ ਉਹ ਸ਼ੇਰ ਲਿਆਉਣੇ ਚਾਹੀਦੇ ਸੀ ਉਹਨਾਂ ਨੂੰ, ਕਿਉਂਕਿ ਉਹਨਾਂ ਦੇ ਪਿੱਛੇ ਸਿੰਘ ਲੱਗਦਾ, ਮਨਮੋਹਨ ਸਿੰਘ ਨੇ ਉਹ, ਔਰ ਉਹਨਾਂ ਨੂੰ ਪਤਾ ਕਿ ਜਦੋਂ ਸਿੰਘ ਜਿਹੜਾ ਸਿੰਘ ਸ਼ੇਰ ਦਾ ਨਾਂ ਹੀ ਹੈ, ਔਰ ਜੇ ਲੱਗਦਾ ਸੀ ਉਹ ਭੁੱਲ ਗਿਆ, ਜੇ ਕਿਤੇ ਦੂਜੀ ਟਰਮ 'ਚ ਆ ਗਏ, ਹੁਣ ਤਾਂ ਉਮਰ ਵੀ ਹੋ ਗਈ ਉਹਨਾਂ ਦੀ, ਔਰ ਜੇ ਆ ਗਏ ਤਾਂ ਉਹਨਾਂ ਨੂੰ ਸੁਝਾਅ ਦਿੱਤਾ ਜਾ ਸਕਦਾ ਕਿ ਜੇ ਸ਼ੇਰ ਲੈ ਕੇ ਆਓ ਮੋਦੀ ਸਾਹਿਬ ਅਫਰੀਕਾ ਦੇ ਜੰਗਲਾਂ ਤੋਂ, ਤੇ ਤੁਸੀਂ 2 ਸਿਖਰ ਉੱਤੇ ਦੇ ਜਿਹੜੇ ਹੈਗੇ ਉਹ ਪਹਾੜੇ ਉੱਪਰ ਦੇ ਪੜੋ। ਹਾਂ ਚਲੋ ਠੀਕ ਹੈ, ਆਪਾਂ ਇਸ ਨੂੰ ਵਿਚਾਰ ਵਿੱਚ ਲਿਆਵਾਂਗੇ, ਪਰ ਪ੍ਰੋਗਰਾਮ ਤੋਂ ਬਾਅਦ। ਬਿਲਕੁਲ। ਸੋ SYL ਦਾ ਫੈਸਲਾ ਹਰਿਆਣਾ ਕਹਿੰਦਾ ਕਿ ਸਾਡੇ ਹੱਕ ਵਿੱਚ ਹੋ ਗਿਆ, ਸੈਂਟਰ ਗਵਰਨਮੈਂਟ ਨੇ ਕਰਤਾ, ਬਸ ਅਨਾਉਂਸ ਹੋਣ ਦੀ ਦੇਰ ਹੈ। ਯਾਨੀ ਪੰਜਾਬ ਨੂੰ ਬਾਹਰ ਹੀ ਕੱਢ ਦਿਓਗੇ, ਸਤਲੁਜ ਯਮੁਨਾ ਲਿੰਕ ਦਾ ਜਿਹੜਾ ਪਾਣੀ ਹੈ ਉਹ ਬਾਹਰ ਕੱਢ ਦਿੱਤਾ ਜਾਏਗਾ ਪੰਜਾਬ ਨੂੰ, ਉਹਦੇ ਵਿੱਚੋਂ ਇਹ ਸਾਰਾ ਪਾਣੀ ਹਰਿਆਣਾ ਦੇ ਹਿੱਸੇ 'ਚ ਚਲਾ ਜਾਏਗਾ। ਇਹ ਕੁਝ ਜ਼ਰਾ ਸਮਝਾਓ, ਇਹ ਕੀ ਇਹ ਸਾਰਾ ਕੈਮਿਸਟਰੀ ਕੀ ਬਣਦੀ ਪਈ ਹੈ? ਇਹ ਮੁੱਖ ਮੰਤਰੀ ਖੱਟਰ ਸਾਹਿਬ ਕਹਿ ਰਹੇ ਨੇ, ਖੱਟਰ ਸਾਹਿਬ ਨੇ ਕਿਹਾ ਕਿ ਉਹਨਾਂ ਨੂੰ ਹੋ ਸਕਦਾ ਕੋਈ ਸੰਕੇਤ ਮਿਲਿਆ ਹੋਵੇ, ਔਰ ਉਹਨਾਂ ਨੂੰ ਇਹ ਪਤਾ ਲੱਗਾ ਕਿ ਜਿਹੜਾ SYL ਦਾ ਮਾਮਲਾ ਬਿਲਕੁਲ ਮੁਕੰਮਲ ਤੌਰ 'ਤੇ ਹਰਿਆਣਾ ਦੀ ਫੇਵਰ ਦੇ ਵਿੱਚ ਅਨਾਉਂਸ ਹੋਣ ਜਾ ਰਿਹਾ, ਔਰ ਹੁਕਮ ਕਰਨ ਦੀ ਦੇਰ ਉਹਨਾਂ ਦੀ। ਔਰ ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਵੀ ਸਿਖਰਾਂ 'ਤੇ ਹੁੰਦਾ, ਉਹ ਤਾਂ ਮੁੱਖ ਮੰਤਰੀ ਨੇ ਹਰਿਆਣਾ ਦੇ, ਔਰ BJP ਦੇ ਨਾਲ ਉਹਨਾਂ ਦਾ ਪੂਰਾ ਗੱਠਜੋੜ ਆ, ਔਰ ਬੜਾ ਵੱਡਾ ਉਹਨਾਂ ਦਾ ਇੱਕ ਵੱਡਾ ਰੁਤਬਾ ਉੱਥੇ, ਔਰ ਹੋ ਸਕਦਾ ਉਹਨਾਂ ਨੂੰ ਅੰਦਰ ਖਾਤੇ ਗੱਲ ਪਹੁੰਚ ਵੀ ਗਈ ਹੋਵੇ। ਪਰ ਜੇ ਹੋ ਗਈ ਤੁਹਾਡੀ ਗੱਲ ਉੱਥੇ ਆ ਗਈ, ਜੇ ਇਹ ਗੱਲ ਹੋ ਗਈ ਤਾਂ ਪੰਜਾਬ ਤਾਂ ਫਿਰ ਸੁੱਕਾ ਰਹਿ ਗਿਆ। ਪੰਜਾਬ ਦੇ ਵਿੱਚ ਰੱਪੜ ਜ਼ਮੀਨਾਂ ਔਰ ਖੁਸ਼ਕ ਜ਼ਮੀਨਾਂ, ਔਰ ਨਾ ਕੋਈ ਝੋਨਾ ਲੱਗੂਗਾ ਨਾ ਮੱਕੀ ਹੋਗੀ, ਔਰ ਪੰਜਾਬ ਦਾ ਪਾਣੀ ਜੇ ਉਹ ਲੈ ਗਏ ਤਾਂ ਫਿਰ ਪੰਜਾਬ ਉਸ ਖੁਸ਼ਹਾਲੀ ਵੱਲ ਨਹੀਂ ਵਧੂਗਾ। ਜਿੰਨੇ ਲੋਕ ਅੱਗੇ ਜਾ ਰਹੇ ਨਾ ਕੈਨੇਡਾ ਅਮਰੀਕਾ, ਹੁਣ ਉਦੋਂ ਅੱਗੇ ਜਿਹੜੇ ਬਾਕੀ ਬਚਦੇ ਉਹ ਵੀ ਚਲੇ ਜਾਣਗੇ, ਕਿਉਂਕਿ ਇੱਥੇ ਰਹਿਣਾ ਕੁਝ ਨਹੀਂ ਹੈਗਾ। ਔਰ ਹਰਿਆਣਾ ਦੀ ਖੇਤੀਬਾੜੀ ਆਪਣੇ ਤੋਂ ਅੱਗੇ ਜਾ ਰਹੀ ਹੈ, ਪਹਿਲਾਂ ਤਾਂ ਅੱਗੇ ਇਹਨਾਂ ਨਹੀਂ ਸੀ ਅੱਗੇ, ਔਰ ਇਹਦਾ ਕਾਰਨ ਇਹ ਹੈ ਕਿ ਪਾਣੀ ਦੀ ਜਿਹੜੀ ਬਹੁਤਾਤ ਆ ਹਰਿਆਣਾ ਲੈ ਕੇ ਜਾ ਰਿਹਾ ਵਾ। ਔਰ ਜੇ ਉਹਨਾਂ ਨੇ ਅਨਾਉਂਸ ਕਰਤਾ, ਇਹਦਾ ਮਤਲਬ ਇਹਦੇ ਪਿੱਛੇ ਕੋਈ ਨਾ ਕੋਈ ਰਾਜ ਆ, ਇਹਦੇ ਪਿੱਛੇ ਕੋਈ ਨਾ ਕੋਈ ਗੱਲ ਛੁਪੀ ਹੋਈ ਹੈ। ਔਰ ਜੇ ਉਹ ਉਹਨਾਂ ਨੂੰ ਦਿੱਲੀੋਂ ਪਤਾ ਲੱਗਾ ਹੋਣਾ, ਪਰ ਅੱਜ ਦੀਆਂ ਅਖਬਾਰਾਂ 'ਚ ਸੋਸ਼ਲ ਮੀਡੀਆ 'ਚ ਆ ਗੱਲ ਆ ਗਈ ਹੈ, ਜਦੋਂ ਕਿ ਫੈਸਲਾ ਬੜਾ ਕੰਟਰੋਵਰਸ਼ੀਅਲ ਰਿਹਾ, ਅੱਜ ਤੋਂ ਨਹੀਂ ਬਹੁਤ ਪੁਰਾਣਾ, ਕਈ ਸਰਕਾਰਾਂ ਆਈਆਂ ਕਈ ਗਈਆਂ। ਔਰ ਜਿਹੜੀ SYL ਨਹਿਰ ਹੈ, ਕਿਤੇ ਤੁਸੀਂ ਦਰਸ਼ਨ ਕਰੋ ਉਹਦੇ ਉੱਤੇ ਖੇਤੀਬਾੜੀ ਹੋ ਰਹੀ ਹੈ, ਹੁਣ ਨਹਿਰ ਨਹੀਂ ਰਹੀ, ਉਹ ਸੁੱਕ ਗਈ ਹੈ। ਉਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ 'ਤੇ ਇਹਨਾਂ ਨੂੰ ਰੋਕਿਆ ਗਿਆ ਸੀ, ਇਹਨਾਂ ਨੇ ਉਦੋਂ ਮਾਮਲਾ ਉੱਥੇ ਪਾਤਾ ਸੀ ਕੋਰਟ 'ਚ, ਕੋਰਟ ਨੇ ਸਟੇ ਦੇ ਦਿੱਤਾ ਸੀਗਾ ਔਰ ਰੁਕ ਗਿਆ ਸੀਗਾ। ਹੁਣ ਨਵੀਂ ਸਰਕਾਰ ਜਦੋਂ ਆਈ ਉੱਥੇ ਹਰਿਆਣਾ 'ਚ, ਸੈਂਟਰ 'ਚ NDA ਸਰਕਾਰ ਬਣ ਗਈ ਆ, ਉਦੋਂ ਇੰਦਰਾ ਗਾਂਧੀ ਦੀ ਸਰਕਾਰ ਸੀ। ਹੁਣ ਤੱਕ ਇਹ ਸਰਕਾਰਾਂ ਬਦਲਦੀਆਂ ਇਹਨਾਂ ਫਿਰ ਉਹ ਝੋਲੀ 'ਚੋਂ ਕੱਢ ਲਿਆ, ਉਹ ਫੈਸਲਾ ਕੱਢ ਕੇ ਇਹਨਾਂ ਨੇ ਫਿਰ ਅੱਗੇ ਲਿਆਂਦਾ ਵੀ ਆਹ ਦੇਖੋ ਉਸੇ ਤਰ੍ਹਾਂ ਦਾ ਫੈਸਲਾ, ਇਹਨੂੰ ਦੁਬਾਰਾ ਕਰੋ। ਪੰਜਾਬੀ ਲੋਕ ਜੇ ਇਕੱਠੇ ਹੋ ਜਾਣ, ਜਿਹਦੇ ਵਿੱਚ ਸਾਡੀਆਂ ਰਾਜਨੀਤਿਕ ਪਾਰਟੀਆਂ, ਵਿਰੋਧੀ ਪਾਰਟੀਆਂ ਇਕੱਠੇ ਹੋ ਜਾਣ, ਆਪ ਇਕੱਠਾ ਹੋ ਜਾਏ ਸਾਰਾ ਕੁਝ ਕਰਕੇ, ਇਹਦੇ ਵਿੱਚ ਤੀਜੀ ਧਿਰ ਰਾਜਸਥਾਨ ਵੀ ਪਾਣੀ ਮੰਗ ਰਹੀ ਹੈ, ਸਿਰਫ ਹਰਿਆਣਾ ਨਹੀਂ ਗਾ। ਜੇ ਰਾਜਸਥਾਨ ਤਾਂ ਵੈਸੇ ਖੁਸ਼ਕ ਔਰ ਬੜਾ ਬੰਜਰ ਏਰੀਆ ਹੈਗਾ, ਉਹਨਾਂ ਨੂੰ ਪਾਣੀ ਦੀ ਜ਼ਰੂਰਤ ਹੈਗੀ ਹੈ,
ਤੇ ਪੰਜਾਬ ਜਿਹੜਾ ਹਰਿਆ ਭਰਿਆ ਪੰਜਾਬ ਹੈ ਮੁੜ ਕੇ ਬਾਅਦ 'ਚ ਫਿਰ ਖੁਸ਼ਕ ਪੰਜਾਬ ਬਣ ਜਾਊਗਾ। ਅੱਗੇ 5 ਦਰਿਆਵਾਂ ਦੀ ਧਰਤੀ ਹੁੰਦੀ ਸੀ, ਫਿਰ 2.5 ਦਰਿਆ ਰਹਿ ਗਏ, 2.5 ਤੋਂ ਫਿਰ 1.5 ਰਹਿ ਗਿਆ, 1.5 ਤੋਂ ਬਾਅਦ ਹੁਣ ਸਤਲੁਜ ਪੂਰਾ ਦਰਿਆ ਆਪਣੇ ਕੋਲ ਹੈਗਾ, ਬਿਆਸ ਆਪਣੇ ਕੋਲ ਹੈਗਾ, ਅੱਗੇ ਚਨਾਬ ਤੇ ਜਿਹੜੇ ਜੇਹਲਮ ਤੇ ਬਾਕੀ ਦਰਿਆ ਨੇ ਨਾ ਉਹ ਤਾਂ ਪਾਕਿਸਤਾਨ ਲੈ ਗਿਆ ਨਾ ਸਾਰਾ ਕੁਝ। ਹੁਣ ਇਹ ਦਰਿਆ ਵੀ ਸਾਡੇ 3 ਸਟੇਟਾਂ 'ਚ ਵੰਡੇ ਜਾ ਰਹੇ ਆ, ਹਰਿਆਣਾ ਵੀ ਮੰਗ ਰਿਹਾ ਇਹਦੇ 'ਚੋਂ ਪਾਣੀ, ਰਾਜਸਥਾਨ ਵੀ ਮੰਗ ਰਿਹਾ। ਇਹ 3 ਸਟੇਟਾਂ ਦੀ ਆਪਸੀ ਲੜਾਈ ਅਜੇ ਤੱਕ ਪੂਰੀ ਨਹੀਂ ਹੋ ਸਕੀ, ਜਦੋਂ ਕਿ ਇਹਦਾ ਸਾਰਾ ਮਾਲਕ ਪੰਜਾਬ ਆ, ਪੰਜਾਬ ਦੇ ਕੋਲ। ਮੈਂ ਕਈ ਵਾਰ ਸੋਚਦਾ ਹੁੰਦਾ ਕੁਦਰਤੀ ਪੁਆਇੰਟ ਆਫ ਵਿਊ ਨਾਲ, ਜੀ ਕੁਦਰਤ ਕੀ ਸੋਚਦੀ ਹੋਏਗੀ ਕਿ ਮੈਂ ਚੰਗਾ ਭਲਾ ਪਾਣੀ ਦਿੱਤਾ, ਵਰਤ ਲਓ ਬਈ, ਜਿਹਨੂੰ ਜਿੰਨੀ ਲੋੜ ਹੈ ਲੈ ਲਓ। ਇਹ ਨਵਾਂ ਹੀ ਤਮਾਸ਼ਾ ਬਣਾ ਕੇ ਬੈਠੇ ਹੋਏ ਨੇ, ਕਰਦੇ ਕੀ ਪਏ ਨੇ? ਪਾਣੀ ਹੈ, ਇੱਕ ਦੇਸ਼ ਦੇ ਅੰਦਰ ਇੱਕ ਨਹਿਰ ਵਗਦੀ ਪਈ ਹੈ, ਲੈ ਲਓ ਜਿੰਨਾ ਪਾਣੀ ਜਿਹਨੂੰ ਚਾਹੀਦਾ, ਮੈਂ ਇੰਨਾ ਲੈਣਾ, ਮੈਂ ਇੰਨਾ ਲੈਣਾ। ਇਹ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਇਸੇ ਲੜਾਈ ਨੂੰ ਦੇਖਦੇ ਹੋਏ ਤੁਸੀਂ ਦੇਖੋ ਇਹ ਵਿਤਕਰੇ ਦੇਸ਼ ਦੇ ਅੰਦਰ, ਗਰੀਬੀ ਅਮੀਰੀ, ਇਹ ਮਤਲਬ ਸੋਚ ਸਾਹਮਣੇ ਆਉਂਦੀ ਹੈ। ਜੋ ਸਾਡੇ ਲੀਡਰ ਸਾਹਿਬਾਨ ਨੇ ਨਾ, ਜੋ ਇਸ ਪਾਣੀ ਦੇ ਮੁੱਦੇ ਉੱਤੇ ਰਾਜਨੀਤੀ ਖੇਡਦੇ ਨੇ, ਉਹਨਾਂ ਦੀ ਸੋਚ ਸਾਹਮਣੇ ਆਉਂਦੀ ਹੈ। ਉਹ ਪਾਣੀ ਦੇ ਮੁੱਦੇ ਉੱਤੇ ਖੇਡ ਸਕਦੇ ਹੋ ਤਾਂ ਕਿਸੇ ਵੀ ਮੁੱਦੇ ਉੱਤੇ ਖੇਡ ਸਕਦੇ ਹੋ। ਤੁਸੀਂ ਦੇਖੋ ਪਾਣੀ ਬੇਸਿਕ ਜ਼ਰੂਰਤ ਹੈ, ਸਿਰਫ ਇਨਸਾਨ ਦੀ ਨਹੀਂ, ਹਰੇਕ ਜੀਵ ਜੰਤੂ ਦੀ, ਪੰਛੀ ਪਰਿੰਦੇ ਸਭ ਪਾਣੀ, ਪਾਣੀ, ਵਨਸਪਤੀ ਪਾਣੀ। ਬੂਟੇ ਨੂੰ ਪਾਣੀ ਨਾ ਦਿਓ, ਹਰਿਆ ਭਰਿਆ ਨਹੀਂ ਰਹੇਗਾ, ਸੜ ਜਾਊਗਾ। ਪਾਣੀ ਸਾਡਾ ਬੇਸ ਆ। ਔਰ ਗੁਰਬਾਣੀ ਵਿੱਚ ਆਉਂਦਾ ਕਿ ਜੀਵ ਸਭ ਤੋਂ ਪਹਿਲਾਂ ਪਾਣੀ 'ਚ ਹੀ ਪੈਦਾ ਹੋਇਆ। ਪਵਨ ਗੁਰੂ ਪਾਣੀ ਪਿਤਾ, ਪਾਣੀ ਪਿਤਾ ਆਉਂਦਾ। ਔਰ ਇਹ ਵੀ ਆਉਂਦਾ ਕਿ ਪਾਣੀ 'ਚ ਹੀ ਸਭ ਤੋਂ ਪਹਿਲਾਂ ਜੀਵ ਪੈਦਾ ਹੋਇਆ ਸੀ, ਔਰ ਪਾਣੀ ਤੋਂ ਹੀ ਜੀਵਨ ਦੀ ਸ਼ੁਰੂਆਤ ਹੋਈ ਹੈ ਧਰਤੀ ਦੇ ਉੱਤੇ, ਔਰ ਉਹਦੇ ਉੱਤੇ ਰਾਜਨੀਤੀ। ਜਿੰਨਾ ਮਤਲਬ ਮਨੁੱਖ ਦੇ ਸਰੀਰ 'ਚ ਪਾਣੀ ਹੈ, ਉਹਨਾਂ ਧਰਤੀ ਤੇ ਪਾਣੀ ਹੈ 70% ਹੈ। ਹਾਂ, ਉਸੇ ਤਰ੍ਹਾਂ ਦਾ 70% ਆਪਣੇ ਬਾਡੀ 'ਚ, 70% ਜ਼ਮੀਨ ਤੇ ਵੀ ਪਾਣੀ ਹੁੰਦਾ ਹੀ ਹੈ। ਔਰ ਇਸੇ ਕਰਕੇ ਕਹਿੰਦੇ ਨੇ ਕਿ ਤੁਹਾਡੀ ਡਾਈਟ ਦੇ ਵਿੱਚ, ਗੁਰਬਾਣੀ 'ਚ ਵਰਣਨ, ਯੈਸ, ਤੁਹਾਡੀ ਡਾਈਟ ਦੇ ਵਿੱਚ ਜਿਹੜੇ ਤੁਹਾਡੇ ਪਦਾਰਥ ਨੇ ਨਾ, ਖਾਣ ਵਾਲਾ ਤੁਹਾਡਾ ਫੂਡ ਹੈ, ਉਹਨਾਂ ਫੂਡਸ ਦੇ ਵਿੱਚ 70% ਪਾਣੀ ਹੋਣਾ ਚਾਹੀਦਾ, ਤਾਂ ਕਿ ਤੁਹਾਡੀ ਬਾਡੀ ਦਾ ਨੇਚਰ ਦੇ ਨਾਲ ਤਾਲਮੇਲ ਬਣਿਆ ਰਹੇ। ਖੈਰ, ਆਪਾਂ ਮੁੱਦੇ ਤੇ ਆਉਂਦੇ ਹਾਂ। ਸੋ ਇਹ ਜਿਹੜਾ ਮਾਮਲਾ ਹੈ ਨਾ ਪਾਣੀ ਦਾ, ਇਸ ਮੁੱਦੇ ਨੂੰ ਲੈ ਕੇ ਦੇਖੋ ਕਿੱਡੀ ਵੱਡੀ ਰਾਜਨੀਤੀ ਖੇਡਦੇ ਪਏ ਆ। ਕੁਦਰਤੀ ਸੋਮਾ ਹੈ, ਔਰ ਕੁਦਰਤੀ ਸੋਮਾ ਸਭ ਦੇ ਵਾਸਤੇ ਸਾਂਝਾ ਹੁੰਦਾ, ਪਾਣੀ ਦਾ ਸਭ ਦੇ ਵਾਸਤੇ ਹੀ ਆ। ਸੋ ਇਹਦੇ ਉੱਤੇ ਝਗੜਾ ਕਰਨ ਦੀ ਬਜਾਏ ਨਾ ਬੈਠ ਕੇ ਨਜਿੱਠ ਲਈਏ। ਸੁਪਰੀਮ ਕੋਰਟ ਨੇ ਤਾਂ ਕਿਹਾ ਹੀ ਕਿ ਆਪਸੀ ਮਸਲਾ ਜਿਹੜਾ ਆਪਸੀ ਬਹਿ ਕੇ ਸਹਿਮਤੀ ਨਾਲ ਠੀਕ ਤਰ੍ਹਾਂ ਨਜਿੱਠ ਲਓ, ਜਿਹਦੇ ਵਿੱਚ ਉਹਨਾਂ ਨੇ ਇੱਧਰੋਂ ਭਗਵੰਤ ਮਾਨ ਨੇ ਤੇ ਖੱਟਰ ਸਾਹਿਬ ਦੋਨਾਂ ਨੇ ਇਕੱਠਿਆਂ ਨੂੰ ਮਿਲ ਕੇ ਗੱਲਬਾਤ ਹੋਈ ਉਹਨਾਂ ਦੀ। ਪਰ ਉਦੋਂ ਬਾਅਦ ਫਿਰ ਅੱਜ ਉਹਨਾਂ ਦਾ ਜਿਹੜਾ ਬਿਆਨ, ਉਹਨੇ ਫਿਰ ਨਵੀਂ ਜਿਹੜੀ ਹੈ ਨਵਾਂ ਰਾਗ ਆਲਾਪ ਦਿੱਤਾ। ਇਹਦੇ ਤੇ ਫਿਰ ਰੌਲਾ ਪਊਗਾ, ਕਿਉਂਕਿ ਭਗਵੰਤ ਮਾਨ ਜੀ ਤਾਂ ਜਰਮਨ ਗਏ ਸੀ ਨਾ, ਉਦੋਂ ਬਾਅਦ ਅਜੇ ਵਾਪਸ ਆਉਣ ਆਏ ਆ, ਉਹਨਾਂ ਦੀ ਸਿਹਤ ਠੀਕ ਨਹੀਂ। ਔਰ ਉਦੋਂ ਬਾਅਦ ਇਹ ਗੱਲ ਜਿਹੜੀ ਹੈ ਕਿ ਫਿਰ ਇਹ ਦੁਬਾਰਾ ਉਹ ਫਿਰ ਸਿਖਰਾਂ ਤੇ ਜਾਊਗਾ, ਫਿਰ ਰੌਲਾ ਪਊਗਾ, ਫਿਰ ਕੋਰਟ ਇਹਨਾਂ ਨੂੰ ਝਿੜਕੂਗੀ, ਔਰ ਫਿਰ ਕੋਈ ਨਾ ਕੋਈ ਆਦੇਸ਼ ਆਪ ਦੇ ਦੇਊਗੀ। ਇਹ ਫਿਰ ਵਾਂਝੇ ਹੋ ਜਾਣਗੇ। ਇਹਨਾਂ ਨੂੰ ਆਪਣੀ ਸਹਿਮਤੀ ਨਾਲ ਮੰਨ ਜਾਣਾ ਚਾਹੀਦਾ। ਬਿਲਕੁਲ ਮੰਨ ਜਾਣਾ ਚਾਹੀਦਾ, ਕਿਉਂਕਿ ਕੁਦਰਤ ਕੋਲੋਂ ਓਨਾ ਲਵੋ ਜਿੰਨੀ ਤੁਹਾਡੀ ਲੋੜ ਹੈ। ਜੇ ਹਰ ਇੱਕ ਬੰਦਾ ਇਦਾਂ ਹੀ ਲੱਗ ਪਏਗਾ ਨਾ ਕਿ ਮੇਰੀ ਜ਼ਰੂਰਤ ਸਭ ਤੋਂ ਉੱਤੇ, ਬਾਕੀ ਜੋ ਮਰਜ਼ੀ ਹੋਵੇ, ਤੇ ਫਿਰ ਇਹ ਝਗੜੇ ਸ਼ੁਰੂ ਹੋ ਜਾਣਗੇ। ਆਪਣੀ ਲੋੜ ਦੇ ਮੁਤਾਬਿਕ ਹਰ ਚੀਜ਼ ਲੈਣੀ ਚਾਹੀਦੀ ਹੈ। ਤੁਹਾਡੀਆਂ ਲੋੜਾਂ ਪੂਰੀ ਕਰਨ ਵਾਸਤੇ ਨੇਚਰ ਬੈਠੀ ਹੈ, ਕਿਉਂਕਿ ਜਦੋਂ ਤੁਸੀਂ ਸਭ ਦਾ ਭਲਾ ਸੋਚਦੇ ਹੋ ਨਾ, ਉਸ ਭਲੇ ਦੇ ਵਿੱਚ ਤੁਸੀਂ ਆਪ ਵੀ ਆ ਜਾਂਦੇ ਹੋ। ਸਰਬੱਤ ਦਾ ਭਲਾ ਬਿਲਕੁਲ, ਜਦੋਂ ਤੁਸੀਂ ਆਪਣਾ ਇਕੱਲੇ ਦਾ ਸੋਚਦੇ ਹੋ ਨਾ, ਫਿਰ ਝਗੜੇ ਸ਼ੁਰੂ ਹੋ ਜਾਂਦੇ ਨੇ। ਸੋ ਅੱਗੇ ਵਧਦੇ ਹਾਂ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਬੜੀ ਸ਼ਰਮਨਾਕ ਘਟਨਾ। CM ਸਾਹਿਬ, ਸਾਡੇ DGP ਗੌਰਵ ਯਾਦਵ, ਬਲਕਿ ਹੋਰ ਲੀਡਰ ਸਾਹਿਬਾਨ, ਪੰਜਾਬ ਦੇ ਲੋਕ ਔਰ ਸਾਡਾ ਅਧਿਆਪਕ ਵਰਗ ਸ਼ਰਮਿੰਦਾ ਹੋਇਆ ਵੀ ਇਹ ਕੀ ਹੋਇਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ। ਇੱਕ ਕੁੜੀ ਨੇ ਦੂਜੀਆਂ ਆਪਣੀਆਂ ਦੋਸਤਾਂ ਦੀਆਂ, ਜਿਹੜੀਆਂ ਹੋਰ ਕੁੜੀਆਂ ਉੱਥੇ ਪੜ੍ਹਦੀਆਂ ਨੇ, ਹੋਸਟਲਸ ਵਿੱਚ ਰਹਿੰਦੀਆਂ ਨੇ, ਉਹਨਾਂ ਦੀਆਂ ਨਹਾਉਂਦੇ ਹੋਏ ਦੀਆਂ ਵੀਡੀਓਜ਼ ਬਣਾ ਕੇ ਆਪਣੇ ਕਿਸੇ ਲਿੰਕ ਦੇ ਵਿੱਚ ਕਿਸੇ ਮੁੰਡੇ ਨੂੰ ਭੇਜੀਆਂ, ਔਰ ਉਹ ਉਹਨਾਂ ਨੂੰ ਪੌਰਨ ਸਾਈਟਸ ਦੇ ਉੱਤੇ ਅਪਲੋਡ ਕਰਦੇ ਨੇ ਔਰ ਪੈਸੇ ਕਮਾਉਂਦੇ ਨੇ। ਔਰ ਇਹ ਮਾਮਲੇ ਸਾਹਮਣੇ ਆਉਂਦੇ ਪਏ ਨੇ। ਇਹ ਗੱਲ ਜਿਹੜੀ ਹੈ ਬੜੀ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਕਰਕੇ ਬਣ ਗਈ ਹੈ ਕਿ ਯੂਨੀਵਰਸਿਟੀ ਦਾ ਮਸਲਾ ਸੀਗਾ, ਔਰ ਖ਼ਾਸ ਕਰਕੇ ਕੁੜੀਆਂ ਜਵਾਨ ਉਹਨਾਂ ਨਾਲ ਇਹ ਸੰਬੰਧਿਤ ਸੀਗਾ। ਔਰ ਇੱਕ ਕੁੜੀ ਹੈ, ਜਿਹੜੀ ਕੁੜੀ ਨੇ ਵੀਡੀਓ ਬਣਾਈ ਹੈ, ਔਰ ਵਿੱਚ ਬਾਕੀ ਕੁੜੀਆਂ ਜਿਹੜੀਆਂ ਨਹਾ ਰਹੀਆਂ ਵਾ, ਉਹਦੇ ਵਿੱਚ ਉਹਨੇ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ। ਉਹ ਸ਼ਿਮਲੇ ਦਾ ਮੁੰਡਾ ਹੈ, ਉਹ ਸ਼ਿਮਲੇ ਤੋਂ ਮੁੰਡਾ ਦੂਜਾ ਇੱਕ ਹੋਰ ਆ, ਉਹਨੇ ਵਾਇਰਲ ਅੱਗੇ ਕਰ ਦਿੱਤੀ ਆ। ਜਦੋਂ ਕਿ ਸਾਰੀਆਂ ਕੁੜੀਆਂ ਦੇ ਜਿਹੜੇ ਪੇਰੈਂਟਸ, ਉਹਨਾਂ ਨੂੰ ਪਤਾ ਲੱਗ ਗਿਆ, ਫਿਰ ਵਾਰਡਨ ਤੱਕ ਉਹਦੀ ਪੁੱਛਤਾਛ ਹੋਈ ਆ। ਵਾਰਡਨ ਨੂੰ ਜਿਹੜਾ ਉਹਨਾਂ ਨੇ ਇਨਕੁਆਇਰੀ ਕੀਤੀ ਹੈ, ਵਾਰਡਨ ਨੂੰ ਸਸਪੈਂਡ ਕਰ ਦਿੱਤਾ, ਹਰਜਿੰਦਰ ਕੌਰ ਨੂੰ। ਔਰ ਉਹਦੇ ਬਾਅਦ SSP ਸਾਹਿਬ ਬੜੀ ਦੇਰ ਤੋਂ ਆ ਰੱਖੇ ਸੀ ਵੀ ਉਹ ਇੱਕ ਰੌਲਾ ਪੈ ਗਿਆ ਵੀ ਕੁੜੀਆਂ ਸੁਸਾਈਡ ਕਰ ਰਹੀਆਂ। ਉਹ ਕਹਿੰਦਾ ਨਹੀਂ, ਸੁਸਾਈਡ ਨਹੀਂ, ਇਹ ਅਫਵਾਹਾਂ, ਰਿਊਮਰਸ ਹੈਗੀਆਂ, ਇਹਨਾਂ 'ਤੇ ਯਕੀਨ ਨਾ ਕਰੋ। ਉੱਥੋਂ ਜਿਹੜੇ SSP ਆ, ਉਹਨਾਂ ਨੇ ਖਾਸ ਤੌਰ 'ਤੇ ਆਪ ਉੱਥੇ ਜਾ ਕੇ ਇਹ ਸਾਰੀ ਕਮਾਨ ਸੰਭਾਲੀ ਹੈ। ਔਰ ਉਦੋਂ ਬਾਅਦ ਇਹ ਜਿਹੜਾ ਮਸਲਾ ਹੋਰ ਟੇਢਾ ਹੁੰਦਾ
ਇੱਥੋਂ ਤੱਕ ਪਹੁੰਚ ਗਿਆ ਕਿ ਯੂਨੀਵਰਸਿਟੀ ਦੇ ਅਧਿਕਾਰੀਆਂ ਤੱਕ ਜਦੋਂ ਗੱਲ ਪਹੁੰਚ ਗਈ, ਅਧਿਕਾਰੀਆਂ ਤੋਂ ਬਾਅਦ ਪੇਰੈਂਟਸ ਤੱਕ ਪਹੁੰਚ ਗਈ, ਔਰ ਉਸ ਤੋਂ ਬਾਅਦ ਸਟੂਡੈਂਟਸ ਜਿਹੜਾ 4000 ਤੋਂ ਵੱਧ ਸਟੂਡੈਂਟਸ ਜਿਹ 'ਚ ਕੁੜੀਆਂ ਮੁੰਡੇ ਇਕੱਠੇ ਹੋ ਕੇ ਉੱਥੇ ਆ ਕੇ ਪ੍ਰਦਰਸ਼ਨ ਕੀਤੀ, ਨਾਅਰੇਬਾਜ਼ੀ ਕੀਤੀ, ਤੋੜ ਭੰਨ ਕੀਤੀ, ਬੜਾ ਕੁਛ ਹੁੰਦਾ। ਕਿਉਂਕਿ ਸਟੂਡੈਂਟ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਉਹਦੇ ਨਾਲ ਮੈਨੂੰ ਵੀ ਪਤਾ ਲੱਗਾ ਜਿਹੜੀ ਵਿਦਿਆਰਥੀਆਂ ਦੀ ਫੈਡਰੇਸ਼ਨ ਹੈਗੀ ਉਹ ਵੀ ਇਕੱਠੀਆਂ ਹੋ ਗਈਆਂ, ਔਰ ਉਹਦੇ ਵਿੱਚ ਬੜੇ ਬੱਚੇ ਗਏ ਉੱਥੇ, ਔਰ ਉਹਨਾਂ ਨੇ ਕੁਝ ਫੜਿਆ ਵੀ ਆ, ਮਾਰਿਆ ਵੀ ਆ, ਬੜਾ ਕੁਝ ਕੀਤਾ। ਸਟੂਡੈਂਟ ਜਦੋਂ ਆ ਜਾਂਦੇ ਆ, ਇਹ ਯੰਗ ਮੁੰਡੇ ਆ ਜਾਂ ਕੁੜੀਆਂ, ਇਹਨਾਂ ਨੂੰ ਸੰਭਾਲਣਾ ਔਖਾ ਹੋ ਜਾਂਦਾ, ਕਿਉਂਕਿ ਇਹ ਮਸਲਾ ਵੀ ਬੜਾ ਟੇਢਾ ਹੋ ਗਿਆ। ਅੱਜ ਤੱਕ ਆਪਾਂ ਵੀ ਕਾਲਜ ਯੂਨੀਵਰਸਿਟੀ 'ਚ ਪੜ੍ਹੇ, ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਸੀ ਹੁੰਦਾ। ਬੇਸਿਕਲੀ ਜਦੋਂ ਜਿਹੜਾ ਸੋਸ਼ਲ ਮੀਡੀਆ ਇਹਨੂੰ ਗਲਤ ਤਰੀਕੇ ਨਾਲ ਵਰਤਿਆ ਗਿਆ, ਵਰਤ ਰਹੇ ਨੇ ਮੁੰਡੇ ਕੁੜੀਆਂ ਜਦੋਂ ਹੈਗਾ, ਕਿਉਂਕਿ ਇਹਦੀ ਫੈਸਿਲਿਟੀ ਤਾਂ ਬਹੁਤ ਹੈਗੀ ਹੈ। ਬਾਹਰਲੇ ਦੇਸ਼ਾਂ 'ਚ ਕਦੀ ਇੱਦਾਂ ਦੀ ਗੱਲ ਨਹੀਂ ਹੁੰਦੀ, ਇਹ ਸਾਡੀ ਕੰਟਰੀ 'ਚ ਖਾਸ ਕਰਕੇ ਪੰਜਾਬ 'ਚ ਬੜਾ ਕੁਛ ਹੁੰਦਾ। ਔਰ ਜੇ ਅਸੀਂ ਕੈਨੇਡਾ 'ਚ ਵੀ ਇੱਦਾਂ ਦੇ ਮੁੰਡੇ ਕੰਮ ਕਰਦੇ ਹਾਂ, ਉੱਥੇ ਵੀ 40 ਮੁੰਡੇ ਉੱਥੇ ਜਿਹੜੇ ਉਹਨਾਂ ਨੇ ਪੁਲਿਸ ਵਾਲੇ ਨੂੰ ਕੁੱਟਿਆ, ਮਾਰਿਆ, ਔਰ ਉਹਦੇ ਵਿੱਚ ਉਹਨਾਂ ਨੇ ਉਹ ਕੀਤਾ ਕਿ ਉਹ ਗਾਣੇ ਗੁਣੇ ਲਾ ਕੇ ਭੱਜੇ ਫਿਰਦੇ ਸੀ ਉਹਨਾਂ ਨੇ, ਔਰ ਕਿਸੇ ਬੀਚ 'ਤੇ ਉਹਨਾਂ ਨੇ ਰੋਕਿਆ ਤਾਂ ਉੱਥੇ ਉਹਨਾਂ ਨੇ ਉਹਦੇ ਹੱਥੋਂ ਪਾਈ ਹੋ ਗਏ, ਔਰ ਉੱਥੇ 40 ਮੁੰਡੇ ਆ, ਔਰ ਇੱਥੇ ਜਾ ਕੇ ਹੁਣ 100 ਕੁੜੀ ਆ ਜਿਹਦੇ ਵਿੱਚ ਇਹ ਕੰਮ ਹੋਇਆ, ਔਰ ਬੜੀ ਸ਼ਰਮਨਾਕ ਘਟਨਾ, ਔਰ ਇਹਦੇ ਵਿੱਚ ਸਾਰੇ ਲੋਕਾਂ ਦੇ ਸਿਰ ਜਿਹੜੇ ਥੱਲੇ ਨੂੰ ਝੁੱਕ ਗਏ। ਇਸ ਕਰਕੇ ਕਿ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਔਰ ਬੱਚੀਆਂ ਜਵਾਨ ਧੀਆਂ ਨੇ ਜਿਹੜੀਆਂ ਉੱਥੇ ਪੜ੍ਹ ਰਹੀਆਂ, ਔਰ ਉਹਦੇ ਵਿੱਚ ਵੇਖੋ ਮੁੰਡਾ ਤਾਂ ਬਾਅਦ 'ਚ ਇਨਵੋਲਵ ਹੈਗਾ, ਕੁੜੀ ਆ ਜਿਹਨੇ ਕੁੜੀਆਂ ਦਾ ਜਿਨ੍ਹਾਂ ਨੇ ਆਪਣੀ ਇੱਕ ਦੂਜੇ ਦੀ ਇੱਜ਼ਤ ਵੱਲ ਵੇਖਣਾ ਹੁੰਦਾ। ਬੇਸਿਕਲੀ ਕੁੜੀ ਆ, ਉਹਨੂੰ ਪਤਾ ਨਾ ਬੱਚਿਆਂ ਦਾ ਆਪੋ ਵਿੱਚ ਕਿੰਨਾ ਸਤਿਕਾਰ ਹੁੰਦਾ, ਔਰ ਇੱਕ ਤਾਂ ਪੜ੍ਹਦੇ ਆ, ਉਹਨਾਂ ਨੂੰ ਇੱਜ਼ਤ ਦੀ ਸਾਂਝੀ ਨਹੀਂ ਉਹ ਕੁੜੀ, ਔਰ ਉਦੋਂ ਬਾਅਦ ਉਹ ਕੁੜੀ ਮੰਨ ਗਈ ਆ ਕਿ ਮੈਂ ਆਪ ਵਾਇਰਲ ਕੀਤੀ, ਮੈਂ ਉਹਨਾਂ ਨੂੰ ਨਹਾਉਂਦੀਆਂ ਨੂੰ ਵੇਖ ਕੇ ਵੀਡੀਓ ਬਣਾ ਲਈ ਆ। ਵੀਡੀਓ ਬਣਾਉਣ ਤੋਂ ਬਾਅਦ ਹੁਣ ਜੇ ਇੱਕ ਹੀ ਜਿਹੜਾ ਬੱਚਾ ਦੂਜੇ ਬੱਚਿਆਂ ਦਾ ਕੁੜੀ ਨਾਲੇ ਵੈਰ ਕਮਾ ਜੇ ਤਾਂ ਕਿੰਨੀ ਮਾੜੀ ਗੱਲ ਹੈ। ਜੇ ਅਸੀਂ ਮੁੰਡਾ ਕਹਿੰਦੇ ਤਾਂ ਮੁੰਡੇ, ਜੇ ਕਿਸੇ ਮੁੰਡੇ ਨੇ ਕੀਤਾ ਹੁੰਦਾ ਤਾਂ ਹੁਣ ਮੁੰਡਾ ਫਾਂਸੀ ਤੱਕ ਲਟਕਾ ਦੇਣਾ ਸੀ ਇਹਨਾਂ ਨੇ, ਪਰ ਹੁਣ ਕੁੜੀ ਆ ਸੰਗੀਨ ਉੱਤੇ ਉਹਦਾ ਤੇ FIR ਦਰਜ ਹੋ ਗਈ ਆ, ਉੱਤੇ FIR ਦਰਜ ਹੋਣ ਤੋਂ ਬਾਅਦ ਧਾਰਾ ਤੇ ਲੱਗ ਗਈ ਆ। ਹੁਣ ਦੇਖੋ ਜੁਡੀਸ਼ਰੀ ਵੀ ਕੀ ਕਰੂਗੀ, ਕਿੰਨਾ ਕੁ ਕੁੜੀ ਨੂੰ ਕਰ ਦੂ। ਹੁਣ ਉਹਨਾਂ ਨੂੰ ਜਿਹੜਾ ਫੜਨ ਵਾਲੇ ਉਹ 'ਚ ਪੁਲਿਸ ਦੇ ਬੰਦੇ ਆ, ਉੱਥੇ ਲੇਡੀ ਪੁਲਿਸ ਨਹੀਂ ਗਈ, ਉਹ 'ਚ ਵੀ ਰੌਲਾ ਹੈਗਾ, ਕਈ ਲਕੂਨੇ ਨਿਕਲਣੇ 'ਚੋਂ ਇਹ 'ਚ ਪਤਾ ਵੀ ਲੱਗੂਗਾ ਕਿ ਯੂਨੀਵਰਸਿਟੀ ਜਿਹੜੀ ਆ ਉਹ ਉਹਦੀ ਜ਼ਿੰਮੇਵਾਰੀ ਕੀ ਬਣਦੀ ਆ, ਉਹਦੇ ਅਧਿਕਾਰੀ ਕੀ ਕਰ ਰਹੇ ਆ, ਵਾਈਸ ਚਾਂਸਲਰ ਨੇ ਕਿਉਂ ਨਹੀਂ ਇਹ ਜ਼ਿੰਮੇਵਾਰੀ ਆਪ ਸੰਭਾਲੀ, ਵਾਰਡਨ ਕਿੱਥੇ ਸੁੱਤੀ ਸੀ, ਉਹਨਾਂ ਨੂੰ ਨਹੀਂ ਪਤਾ ਲੱਗਾ ਕੀ ਕਰ ਰਹੇ ਉੱਥੇ ਜਦੋਂ ਕੁੜੀਆਂ ਇਕੱਠੀਆਂ ਨਹਾ ਰਹੀਆਂ। ਜਦੋਂ ਉਹਨੂੰ ਵੇਖਿਆ ਗਿਆ, ਅੱਗੇ ਵੀ ਤਾਂ ਨਹਾਉਂਦੇ ਆ ਬੱਚੇ, ਸਾਰੇ ਕੱਪੜੇ ਪਾਉਂਦੇ ਹੀ ਆ, ਸਾਰਾ ਕੁਝ ਕਰਦੇ ਆ। ਇਸ ਦਿਨ ਇਹ ਕਿਉਂ ਹੋਇਆ ਤੇ ਇਹਦੇ ਪਿੱਛੇ ਕੀ ਜਿਹੜੇ ਭੇਦ ਨੇ। ਔਰ ਦੇਖੋ ਹੁਣ ਇਹ ਤੋਂ ਬਾਅਦ ਮੀਡੀਆ ਦੇ ਅੱਗੇ ਮੀਡੀਆ ਤੇ ਛਾਲਿਆ ਗਿਆ, ਮੀਡੀਆ ਹੀ ਕੱਢੂਗਾ ਇਹਦੇ ਵਿੱਚੋਂ ਕਿ ਕੀ ਕੁਝ ਹੋ ਰਿਹਾ। ਕੱਲ੍ਹ ਸਾਰੇ ਚੈਨਲ ਇਸੇ ਨਿਊਜ਼ ਨੂੰ ਉਛਾਲ ਰਹੇ ਸੀ, ਇਸੇ ਨਿਊਜ਼ 'ਤੇ ਰੌਲਾ ਪੈ ਰਿਹਾ ਸੀਗਾ, ਔਰ ਅਜੇ ਤੱਕ ਕੋਈ ਸਿੱਟਾ ਇਹਦਾ ਖਾਸ ਨਹੀਂ ਨਿਕਲਿਆ। ਸਹੀ ਗੱਲ ਹੈ। ਔਰ ਕੁਝ ਨਿਊਜ਼ ਇਹ ਵੀ ਆ ਰਹੀਆਂ ਨੇ ਕਿ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਯੂਨੀਵਰਸਿਟੀ ਬਦਨਾਮ ਹੋ ਰਹੀ ਹੈ, ਅੱਗੇ ਜਾ ਕੇ ਐਡਮਿਸ਼ਨ ਨਹੀਂ ਲੈਣੇ, ਐਡਮਿਸ਼ਨਸ ਦਾ ਚੱਕਰ ਪਏਗਾ। ਅੱਜ ਵੀ ਇਹ ਬੱਚੇ ਵੀ ਕੱਢ ਦਿੱਤੇ ਜਾਣਗੇ, ਬੱਚਿਆਂ ਨੇ ਆਉਣਾ ਹੀ ਨਹੀਂਗਾ, ਇਹ ਬੱਚੇ 100 ਬੱਚੇ ਇਹਨਾਂ ਦੇ ਪੇਰੈਂਟਸ ਨਹੀਂ ਆਉਣ ਦੇਣਗੇ। ਔਰ ਦੂਜੀ ਗੱਲ ਇਹ ਹੈ ਕਿ ਇਨਸਾਨ ਦੀ ਸੋਚ ਦੇਖੋ, ਥੋੜਾ ਜਿਹਾ ਗੱਲ ਕਰਾਂਗਾ ਹਿਸਟਰੀ ਦੀ, ਕਿ ਜਦੋਂ ਆਇਨਸਟਾਈਨ ਨੇ ਕੈਮਰਾ ਬਣਾਇਆ, ਫਿਲਮ ਕੈਮਰਾ ਬਣਾਇਆ, ਤੇ ਉਸ ਤੋਂ ਬਾਅਦ ਜਦੋਂ ਫਿਰ ਸਮਾਜ ਦੇ ਵਿੱਚ ਉਹਦਾ ਇਸਤੇਮਾਲ ਹੋਇਆ ਤਾਂ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਇੱਕ ਵਾਰੀ, ਕਹਿੰਦੇ ਯਾਰ ਮੈਂ ਸੋਚ ਕੇ ਹੈਰਾਨ ਆ ਕਿ ਮੈਂ ਬਣਾਇਆ ਹੀ ਕਿਉਂ। ਮੈਂ ਸੋਚਦਾ ਸੀ ਕਿ ਜੋ ਮੈਂ ਕੈਮਰਾ ਬਣਾਇਆ ਉਹਦੇ ਨਾਲ ਐਜੂਕੇਸ਼ਨ ਫੈਲੇਗੀ, ਥਾਂ ਤੋਂ ਫਿਲਮ ਮੇਕਰਸ ਵੱਖ-ਵੱਖ ਥਾਵਾਂ ਦੀਆਂ ਫਿਲਮਸ ਬਣਾ ਕੇ ਹਿਸਟੋਰੀਕਲ ਪਲੇਸਿਸ, ਨੈਚੁਰਲ ਬਿਊਟੀ, ਕਿਤੇ ਕੋਈ ਖਾਸ ਘਟਨਾ ਹੋਈ ਹੈ ਉਹ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜਣਗੇ, ਇੱਕ ਦੇਸ਼ ਤੋਂ ਦੂਜੀ ਥਾਂ ਤੇ ਭੇਜਣਗੇ, ਦੂਜੇ ਦੇਸ਼ਾਂ 'ਚ ਭੇਜਣਗੇ, ਕਲਚਰ ਵਧੂਗਾ, ਆਰਟ ਐਂਡ ਕਲਚਰ ਦੀ ਡਿਵੈਲਪਮੈਂਟ ਹੋਏਗੀ, ਇੱਕ ਰੈਵੋਲੂਸ਼ਨ ਸੌਰਟ ਆਫ ਆਏਗਾ। ਸੋਚਾਂ, ਕਿਉਂਕਿ ਅਲੱਗ-ਅਲੱਗ ਲੀਡਰਸ ਜਿਹੜੇ ਇੰਟੈਲੈਕਚੁਅਲ ਨੇ, ਬਹੁਤ ਵੱਡੇ ਵਿਜ਼ਨਰੀ ਨੇ, ਬਹੁਤ ਵੱਡੇ IQ ਲੈਵਲ ਦੇ ਨੇ, ਉਹਨਾਂ ਦੇ ਭਾਸ਼ਣ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ, ਐਜੂਕੇਸ਼ਨ ਕਿੱਦਾਂ ਫੈਲੇਗੀ। ਮੈਂ ਦੁਨੀਆ ਨੂੰ ਐਜੂਕੇਟ ਕਰਨ ਵਾਸਤੇ ਕੈਮਰਾ ਬਣਾਇਆ, ਔਰ ਇਹਨਾਂ ਨੇ ਕਿੱਥੇ ਕੀ ਇਸਤੇਮਾਲ ਕਰਦੇ ਪਏ ਨੇ, ਮੈਨੂੰ ਆਪ ਕਹਿਣ ਵਾਲੇ ਸ਼ਰਮ ਆਉਂਦੀ। ਇਹ ਉਹਨਾਂ ਨੇ ਕਿਹਾ ਜਿਨ੍ਹਾਂ ਨੇ ਕੈਮਰਾ ਆਪ ਬਣਾਇਆ। ਸੇਮ ਮੋਬਾਈਲ ਦੇ ਵਿੱਚ ਕੈਮਰਾ ਹੈ, ਕਿੰਨਾ ਇਸਤੇਮਾਲ ਹੈ। ਤੁਸੀਂ ਫਿਲਮ ਬਣਾਓ, ਤੁਸੀਂ ਕੁਝ ਵੀ ਕਰ ਸਕਦੇ ਹੋ। ਤੁਸੀਂ ਇਹ ਕਿਹੜੇ ਪਾਸੇ ਤੁਰ ਪਏ ਹੋ, ਲੋਕਾਂ ਦੇ ਨਹਾਉਂਦੇ ਹੋਏ ਦੀਆਂ ਤੁਸੀਂ ਵੀਡੀਓਜ਼ ਬਣਾਉਂਦੇ ਪਏ ਹੋ, ਫਿਰ ਉਹਨਾਂ ਨੂੰ ਤੁਸੀਂ ਵਾਇਰਲ ਕਰਦੇ ਪਏ ਹੋ ਸੋਸ਼ਲ ਮੀਡੀਆ ਦੇ ਉੱਤੇ। ਹਰ ਚੀਜ਼ ਦਾ ਪ੍ਰੋਪਰ ਜਿਹੜਾ ਇਸਤੇਮਾਲ ਕਰਨਾ, ਉਹਨੂੰ ਯੂਜ਼ ਕਰਨਾ ਹਰ ਬੰਦੇ ਦੇ ਵੱਸ ਦੀ ਗੱਲ ਨਹੀਂ। ਜੇ ਕਿਸੇ ਬੰਦੂਕ ਦੇ ਬਾਂਦਰ ਦੇ ਹੱਥ ਜਾਵੇ ਤਾਂ ਬੰਦੇ ਮਾਰੂਗਾ ਨਾ। ਬਿਲਕੁਲ ਸਹੀ। ਅਗਰ ਜੇ ਪਿਸਟਲ ਉਹਦੇ ਕੋਲ ਆ ਗਿਆ ਚਲਾਉਣਾ, ਉਹਨੂੰ ਬੰਦੇ ਮਾਰੂਗਾ। ਬਾਂਦਰ ਕੋ ਜਿਹੜੀ ਆ ਮਾਚਿਸ ਚਲਾਉਣੀ ਔਖੀ ਹੈ, ਨਹੀਂ ਚਲਾ ਸਕਦਾ। ਮਾਚਿਸ ਚਲਾ ਕੇ ਅੱਗ, ਨਹੀਂ ਤਾਂ ਅੱਗ ਲਾ ਕੇ ਘਰਾਂ ਦੇ ਘਰ ਸਾੜ ਦੂਗਾ। ਕੁਝ ਚੀਜ਼ਾਂ ਨੇਚਰ ਨੇ ਆਪਣੇ ਕੋਲ ਵੀ ਰੱਖੀਆਂ, ਕੁਝ ਚੀਜ਼ਾਂ ਜਿਹੜੀਆਂ ਚੰਗੇ ਲੋਕਾਂ ਨੂੰ ਦਿੱਤੀਆਂ, ਜਿਹੜੀ ਲੋਕਾਂ ਦਾ ਭਲਾ ਚਾਹੁੰਦੇ ਆ, ਔਰ ਕੁਝ ਜਿਹੜੀਆਂ ਚੀਜ਼ਾਂ ਜਿਹੜੀ ਸ਼ਰਾਰਤੀਆਂ ਕੋਈ ਆ ਜਾਂਦੀਆਂ ਤੇ ਫਿਰ ਸ਼ਰਾਰਤ ਦੀ ਨਿਗਾਹ ਨਾਲ ਉਹਦਾ ਸਿੱਟਾ ਜਿਹੜਾ ਗਲਤ ਨਿਕਲਦਾ। ਹੁਣ ਆ ਕੁੜੀ ਨੇ ਜਿਹੜਾ ਕੰਮ ਕੀਤਾ, ਹਾਲਾਂਕਿ ਆਪਾਂ ਸਾਰਿਆਂ ਨੇ ਵੀ ਧੀ ਧਿਆਣੀ ਹੁੰਦੀਆਂ ਕੁੜੀਆਂ, ਇਹਨਾਂ ਨੂੰ ਗਾਲ ਕੱਢਣੀ ਜਾਂ ਇਹਨੂੰ ਬੁਰਾ ਭਲਾ ਕਹਿਣਾ ਕਿਸੇ ਦੇ ਵੱਸ ਦਾ ਨਹੀਂ ਹੁੰਦਾ ਕੰਮ, ਕੋਈ ਨਹੀਂ ਕਰਦਾ। ਔਰ ਸਾਰੇ ਕਹਿੰਦੇ ਨੇ ਫਿਰ ਵੀ ਕੁੜੀ ਹੈ, ਗਲਤ ਤਰੀਕੇ ਨਾਲ ਚੱਲ ਪਈ ਆ, ਕੋਈ ਕਿਸੇ ਨੇ ਮਾੜਾ ਸ਼ਬਦ ਨਹੀਂ ਕਿਹਾ,
ਪਰ ਬੇਸਿਕਲੀ ਕੁੜੀ ਨੇ ਜਿਹੜਾ ਕੰਮ ਕੀਤਾ ਉਹ ਕੋਈ ਚੰਗਾ ਤੇ ਸਾਜ਼ਗਰ ਕੰਮ ਨਹੀਂ ਹੈਗਾ, ਲੋਕਾਂ ਦੇ ਕੋਈ ਚੰਗੇ ਦਿਸ਼ਾ ਵਾਲਾ ਕੰਮ ਨਹੀਂ ਹੈਗਾ। ਹੁਣ ਉਹਦੇ ਪੇਰੈਂਟਸ ਜਿਹੜੇ ਹੈਗੇ ਆ ਉਹ ਹੁਣ ਕੀ ਵਿਚਾਰੇ ਮੂੰਹ ਦਿਖਾਉਣਗੇ। ਕੁੜੀ ਦਾ ਜਦੋਂ ਕੱਲ ਵਿਆਹ ਹੋਇਆ ਜਿੱਥੇ ਹੋਇਆ ਤੇ ਆਹ ਹਿਸਟਰੀ ਨਾਲ ਹੀ ਜਾਣੀ ਹੈ, ਕਿਉਂਕਿ ਆਹ ਨਾਲ ਹੀ ਗੱਲ ਜਾਣੀ ਹੈ। ਹੁਣ ਉਹਦਾ ਇਹਨੇ ਆਪਣਾ ਫਿਊਚਰ ਵੀ ਤਬਾਹ ਕਰ ਲਿਆ, ਕੁੜੀਆਂ ਦਾ ਵੀ ਕਰ ਰਹੀ ਹੈ ਤੇ ਬਾਕੀ ਯੂਨੀਵਰਸਿਟੀ ਦਾ ਵੀ। ਜਦੋਂ ਤੁਸੀਂ ਕਿਹਾ ਨਾ ਕਿ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਆਉਣੇ ਬੰਦ ਹੋ ਜਾਣਗੇ, ਰੈਪੂਟੇਸ਼ਨ ਡਾਊਨ ਹੋ ਜਾਊਗਾ, ਕਿੰਨਾ ਪੈਸਾ ਲੱਗਿਆ ਉਸ ਮਾਲਕ ਦਾ। ਵਾਈਸ ਚਾਂਸਲਰ ਜਿਹੜੇ ਬੈਠੇ ਨੇ ਉਹਨਾਂ ਕੋਲ ਜ਼ਿੰਮੇਵਾਰੀ ਪਈ ਆ। ਹੁਣ ਉੱਥੋਂ ਦਾ ਉਹਦੀ ਗੱਲ ਜਿਹੜੀ ਆ ਉਹ ਸੀਐਮ ਭਗਵੰਤ ਮਾਨ ਤੱਕ ਵੀ ਗੱਲ ਚਲੇ ਗਈ ਆ, CBI ਤੱਕ ਗੱਲ ਚਲੇ ਗਈ ਆ, ਸਾਰਾ ਕੁਝ ਕਿੱਥੋਂ ਤੱਕ ਗੱਲ ਚਲੇ ਗਈ ਆ। ਤੁਸੀਂ ਦੇਖੋ ਹਰ ਥਾਂ ਤੇ ਹੁੰਦਾ ਜ਼ਰੂਰ। ਐਲਬਰਟ ਆਇਨਸਟਾਈਨ ਜੋ ਬਹੁਤ ਵੱਡੇ ਸਾਇੰਟਿਸਟ ਨੇ, ਅਸੀਂ ਸਾਰੇ ਜਾਣਦੇ ਹਾਂ, ਉਹਨਾਂ ਨੇ ਕਿਹਾ ਸੀ ਸਾਇੰਸ ਦਾ ਇਸਤੇਮਾਲ ਮਿਲਟਰੀ ਵਿੱਚ ਨਾ ਕਰੋ, ਜੰਗਾਂ ਦੇ ਵਿੱਚ ਸਾਇੰਸ ਦਾ ਇਸਤੇਮਾਲ ਨਾ ਕਰੋ, ਬਹੁਤ ਤਬਾਹੀ ਹੋਏਗੀ। ਦੇਖੋ ਤੁਹਾਡੇ ਸਾਹਮਣੇ ਰਿਜ਼ਲਟ। ਉਹਨਾਂ ਨੇ એનર્ਜੀ ਦਾ ਰਿਲੇਸ਼ਨ ਦੱਸਿਆ ਸੀ, એનર્ਜੀ ਦਾ ਇਸਤੇਮਾਲ ਕਿਵੇਂ ਕਰਨਾ, ਜਿਹੜਾ ਸੀ ਇੱਕ ਪਪੂਲਰ ਉਹਨਾਂ ਦਾ ਫਾਰਮੂਲਾ E = mc ਸਕੁਅਰ, ਉਸ ਨੂੰ ਡਿਵੈਲਪ ਕਰਕੇ ਐਟਮ ਬੰਬ ਬਣਾ ਕੇ ਰੱਖ ਦਿੱਤਾ। ਉਹ ਕਹਿੰਦੇ ਯਾਰ ਮੈਂ ਕਾਦੇ ਵਾਸਤੇ એનર્ਜੀ ਦੇਣਾ ਪਿਆ, ਤੁਸੀਂ ਐਟਮ ਬੰਬ ਬਣਾ ਕੇ ਰੱਖ ਦਿੱਤਾ ਔਰ ਹੀਰੋਸ਼ੀਮਾ ਨਾਗਾਸਾਕੀ ਦੇ ਉੱਤੇ ਤੁਸੀਂ ਐਟਮ ਬੰਬ ਸੁੱਟਿਆ, ਅੱਗੇ ਕਿੰਨੇ ਖਤਰਨਾਕ ਐਟਮ ਬੰਬ ਬਣਾ ਦਿੱਤੇ। ਸੇਮ ਚੀਜ਼ਾਂ ਨੇ। ਹੁਣ ਇਹਦੇ ਵਿੱਚ ਤੁਸੀਂ ਖਾਸ ਲੋਕਾਂ ਨੂੰ ਜੇ ਤੁਸੀਂ ਕੋਟ ਕਰਨਾ ਚਾਹੋ, ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿਹੜਾ ਬੰਦਾ ਲਾਇਕ ਨਹੀਂ ਹੈ ਉਹਨੂੰ ਪਾਵਰ ਦੇ ਦਿਓ। ਬਿਲਕੁਲ ਇੱਦਾਂ ਜਿਵੇਂ ਇੱਕ ਪਾਗਲ ਦੇ ਹੱਥ ਦੇ ਵਿੱਚ ਤੁਸੀਂ ਡਾਇਨਾਮਾਈਟ ਫੜਾ ਦਿੱਤੀ ਹੈ, ਉਹ ਜਿੱਥੇ ਮਰਜ਼ੀ ਬੰਬ ਲਾ ਕੇ ਉਡਾਈ ਜਾਂਦਾ ਲੋਕਾਂ ਨੂੰ। ਤਾਂ ਸੇਮ ਇਹੀ ਹੈ ਕਿ ਤੁਸੀਂ ਮੋਬਾਈਲ ਦੇ ਅੰਦਰ ਵੀਡੀਓ ਬਣਾਉਣ ਵਾਸਤੇ ਇੱਕ ਫੈਸਿਲਿਟੀ ਦਿੱਤੀ ਹੈ, ਉਹ ਬੇਵਕੂਫਾਂ ਵਾਕਣ ਕਿੱਦਾਂ ਦੀਆਂ ਹਰਕਤਾਂ ਅਸੀਂ ਕਰਦੇ ਪਏ ਹਾਂ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਉਜਾਗਰ ਹੋ ਕੇ ਸਾਹਮਣੇ ਆ ਗਏ, ਸਾਨੂੰ ਪਤਾ ਲੱਗਾ, ਪਤਾ ਨਹੀਂ ਕਿੱਥੇ ਕਿੱਥੇ ਕੀ ਹੋ ਰਿਹਾ ਹੈ, ਇਹ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਦੇਖੋ ਖੋਜਾਂ ਉਹਨਾਂ ਨੇ ਕੀਤੀਆਂ, ਖੋਜਾਂ ਤਾਂ ਬਾਹਰਲੇ ਕੰਟਰੀਆਂ ਨੇ ਕੀਤੀਆਂ ਹਰ ਥਾਂ ਤੇ, ਉਹਨਾਂ ਨੂੰ ਸੰਭਾਲਣ ਲਈ। ਤਦੇ ਕਰਕੇ ਜਿਹੜੀ ਡਿਵੈਲਪਿੰਗ ਕੰਟਰੀ ਆ ਨਾ, ਇਹਨਾਂ ਕੋਲ ਕੰਮ ਨਹੀਂ ਹੋ ਸਕਦਾ ਜਿਹੜੇ ਉਹ ਕਰ ਗਏ ਆ। ਔਰ ਆਹ ਜਿਹੜਾ ਕੰਮ ਅਸੀਂ ਇੱਥੇ ਸਾਡੀ ਯੂਨੀਵਰਸਿਟੀਆਂ 'ਚ ਹੋ ਰਿਹਾ, ਬਾਹਰਲੀ ਯੂਨੀਵਰਸਿਟੀਆਂ 'ਚ ਕਦੇ ਨਹੀਂ ਸੁਣਿਆ ਹੋਊਗਾ। ਤੁਸੀਂ ਸੋਸ਼ਲ ਮੀਡੀਆ 'ਤੇ ਕਦੀ ਪੜ੍ਹ ਕੇ ਦੇਖੋ, ਕੁਛ ਹੋਊਗਾ। ਉਹ ਲੋਕ ਨਹੀਂ ਇੱਦਾਂ ਦਾ ਕੰਮ ਕਰਦੇ ਕਿ ਤੁਸੀਂ ਸਾਰਾ ਕੁਝ ਕਰਕੇ ਤੁਸੀਂ ਵਾਇਰਲ ਕਰ ਦਿਓ ਤੇ ਸੋਸ਼ਲ ਮੀਡੀਆ 'ਤੇ। ਉਹ ਲੋਕ ਸਿਆਣੇ ਆ, ਉਹਨਾਂ ਨੂੰ ਪਤਾ ਹੈ ਕਿ ਹੱਦ ਕੀ ਆ, ਹਦੂਦ ਕੀ ਆ, ਕਿੱਥੇ ਗੱਲ ਕਰਨੀ ਹੈ। ਉਹ ਸਲੀਕੇ ਨਾਲ ਗੱਲ ਕਰਦੇ ਆ, ਡਿਸਪਲਿਨ ਦਾ ਪਤਾ ਉਹਨਾਂ ਨੂੰ ਪਤਾ ਹੈ, ਪੰਕਚੁਅਲਿਟੀ ਦਾ ਪਤਾ ਹੈਗਾ। ਅਸੀਂ ਪਤਾ ਕੀ ਕਹਿੰਦਾ, ਅਸੀਂ ਵੀ ਅਜੇ ਜੰਗਲ 'ਚ ਜਾ ਰਹੇ ਹਾਂ, ਅਸੀਂ ਅਜੇ ਵੀ ਅਨਸਿਵਲਾਈਜ਼ਡ ਵਰਗੇ ਹੈਗੇ ਹਾਂ, ਅਜੇ ਵੀ ਸਾਡੇ 'ਚੋਂ ਉਹ ਜਿਹੜੀਆਂ ਕਦਰਾਂ ਕੀਮਤਾਂ ਨਹੀਂ ਆਈਆਂ, ਜਿਨ੍ਹਾਂ ਕਦਰਾਂ ਕੀਮਤਾਂ ਜਿਹੜੀ ਨੈਤਿਕ ਸਿੱਖਿਆ ਹੈਗੀ ਉਹ ਲੋਕ ਕਰ ਗਏ। ਔਰ ਜਿੰਨੀਆਂ ਖੋਜਾਂ, ਬਿਜਲੀ ਉਹਨਾਂ ਨੇ ਕੱਢੀ ਆ, ਜਹਾਜ਼ ਉਹਨਾਂ ਨੇ ਚਲਾਇਆ ਵਾ, ਉਹਦੇ 'ਚ ਰੇਡੀਓ ਉਹਨਾਂ ਨੇ ਕੀਤਾ ਹੈਗਾ, ਉਹ ਜੋ ਕੁਛ ਕੰਮ ਅਸੀਂ ਕਰ ਰਹੇ ਹਾਂ, ਸਾਡੇ ਕੋਲ ਉਹਨਾਂ ਦੀਆਂ ਖੋਜਾਂ ਜਿਹੜੀਆਂ ਉਹ ਨਹੀਂ ਸੰਭਾਲੀਆਂ ਜਾ ਰਹੀਆਂ। ਜੇ ਉਹਨਾਂ ਨੇ ਲਿਖਿਆ ਤਾਂ ਬਹੁਤ ਅੱਛਾ ਲਿਖਿਆ, ਜੋ ਉਹਨਾਂ ਨੇ ਨਾਵਲ ਲਿਖਿਆ ਤਾਂ ਬਹੁਤ ਅੱਛੇ ਹੈ, ਪੋਇਟਰੀ ਬਹੁਤ ਅੱਛੀ। ਔਰ ਸਾਡੇ ਕੋਲ ਜੋ ਦਿਮਾਗ ਹੈ ਉਹ ਅਸੀਂ ਲੜਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ। ਅਸੀਂ ਚਾਹੇ ਗੁਰਦੁਆਰੇ ਜਾਈਏ, ਮਸਜਿਦ ਜਾਈਏ, ਸਾਡੇ ਕੋਲ ਲੜਾਈ ਆ। ਹੁਣ ਫਰੀਦਕੋਟ ਤੁਸੀਂ ਸੁਣਿਆ ਜਿਹੜੀ ਜਰਮਨ ਕਲੋਨੀ, ਉਹਦੇ ਵਿੱਚ ਕੀ ਹੋਇਆ, ਡਾਂਗ ਛੋਟਾ ਆਇਆ, ਕਿਰਪਾਨਾਂ ਚੱਲੀਆਂ ਪ੍ਰਧਾਨਗੀ ਤੋਂ। ਕਿੰਨੀ ਵੱਡੀ ਸ਼ਰਮ ਵਾਲੀ ਗੱਲ ਹੈ। ਅਸੀਂ ਤਾਂ ਕੁੜੀਆਂ ਦੀ ਗੱਲ ਕਰਦੇ ਹਾਂ ਨਾ, ਕੁੜੀਆਂ ਵਿਚਾਰੀਆਂ ਦੇ ਚੱਲ ਜੋ ਇਹ ਕੰਨ ਹੋ ਗਿਆ, ਛੋਟੀ ਉਮਰ ਦੀਆਂ, ਉੱਥੇ ਚੰਗੇ ਭਲੇ ਗਾਤਰੇ ਪਾਏ ਆ ਔਰ ਦਸਤਾਰਾਂ ਸਜਾਈਆਂ, ਦਸਤਾਰਾਂ ਸਜਾਈਆਂ। ਬਜ਼ੁਰਗ ਲੋਕ ਹੈਗੇ ਜਿਨ੍ਹਾਂ ਨੇ ਪੂਰੀ ਉਮਰ ਵਿਹਾਜ ਦਿੱਤੀ ਆ, ਬਾਣੀ ਪੜ੍ਹੀ ਆ, ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ 'ਚ ਖੜੇ ਹੋ ਜਾਂਦੇ ਆ, ਅਰਦਾਸ ਕਰਦੇ ਆ ਔਰ ਪ੍ਰਸ਼ਾਦ ਲੈਂਦੇ ਜਾ ਕੇ, ਉੱਥੇ ਗੁਰੂ ਉਪਦੇਸ਼ਾਂ ਦੇ ਨੇੜੇ ਰਹਿੰਦੇ ਆ। ਉਹਨਾਂ ਦਾ ਦਿਮਾਗ ਵੀ ਖਰਾਬ ਹੋ ਗਿਆ। ਔਰ ਸਾਰੇ ਚੈਨਲਾਂ ਨੇ ਉਹ ਵੀਡੀਓ ਦਿਖਾ ਰਹੇ ਸੀ, ਡਾਂਗ ਛੋਟਾ ਔਰ ਸਿਰ ਪੜਵਾ ਰਹੇ ਆ, ਕਿਰਪਾਨਾਂ ਚੱਲ ਰਹੀਆਂ ਉੱਥੇ। ਦੇਖ ਲਓ, ਇਹ ਵੀ ਗੱਲ ਹੈ। ਅਸੀਂ ਅਜੇ, ਮੈਂ ਤੁਹਾਨੂੰ ਉਹੀ ਗੱਲ ਕਹੀ ਹੈ ਕਿ ਅਸੀਂ ਅਜੇ ਉੱਥੋਂ ਤੱਕ ਨਹੀਂ ਪਹੁੰਚੇ ਤੇ ਨਾ ਪਹੁੰਚ ਸਕਾਂਗੇ। ਗੁਰਦੁਆਰੇ ਜਾ ਕੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ, ਹੈ ਨਾ, ਬਾਣੀ ਪੜ੍ਹੀ ਜਾਂਦੇ ਹਾਂ। ਮੰਦਰ ਜਾ ਕੇ ਵੀ ਅਸੀਂ ਉੱਥੇ ਸਾਰਾ ਕੁਝ ਕਰਦੇ ਹਾਂ, ਅਦਬ ਸਤਿਕਾਰ ਕਰਦੇ ਹਾਂ। ਜਦੋਂ ਅਸੀਂ ਦੁਕਾਨ 'ਤੇ ਬੈਠੇ ਹਾਂ, ਅਸੀਂ ਗਾਲਾਂ ਕੱਢਦੇ ਹਾਂ, ਕੋਈ ਲੰਘ ਰਿਹਾ ਉਹਨੂੰ ਧੱਕਾ ਦੇ ਦਿੰਦੇ ਹਾਂ, ਹੈ ਨਾ, ਕੋਈ ਬੱਚਾ ਲੰਘ ਰਿਹਾ ਉਹਦਾ ਸਿਰ ਪਾੜ ਦਿੰਦੇ ਹਾਂ। ਅਸੀਂ ਅਜੇ ਉਹ ਸਾਡੇ 'ਚ ਇਹ ਕੀ ਹੈਗਾ, ਅਨਸਿਵਲਾਈਜੇਸ਼ਨ ਹੈਗੀ, ਇਹ ਜੰਗਲੀ ਰਾਜ ਹੈਗਾ। ਅਸੀਂ ਸਾਡੀ ਸੋਚ, ਅਸੀਂ ਅਜੇ ਭਾਵੇਂ ਜਿੰਨੇ ਮਰਜ਼ੀ ਸੋਹਣੇ ਕੱਪੜੇ ਪਾ ਲਈਏ, ਜਿੰਨੀ ਮਰਜ਼ੀ ਡਿਗਰੀਆਂ ਲੈ ਲਈਏ, ਸੋਚ ਸਾਡੀ ਉੱਥੇ ਖੜੋਤੀ ਪਈ ਹੈ, ਸਟੈਗਨੇਸ਼ਨ ਹੋ ਗਈ। ਇਹ ਸਾਰਾ ਇਹਦਾ ਪ੍ਰਮਾਣ, ਇਹਦਾ ਸਿੱਟਾ ਅਸੀਂ ਦੇਖ ਰਹੇ। ਹੁਣ ਅੱਗੇ ਵੀਡੀਓ ਨਹੀਂ ਸੀ, ਸੋਸ਼ਲ ਵੀਡੀਓ ਨਹੀਂ ਹੁੰਦੀਆਂ, ਫਿਰ ਵੀ ਲੋਕ ਲੜਦੇ ਨੇ। ਨਿਮਰਤਾ ਸੀ, ਪੇਸ਼ੈਂਸ ਸੀਗੇ ਲੋਕਾਂ ਕੋਲ। ਸਾਡੀਆਂ ਮਾਵਾਂ, ਸਾਡੀਆਂ ਦਾਦੀਆਂ, ਨਾਨੀਆਂ, ਉਹਨਾਂ ਦਾ ਰਹਿਣ ਸਹਿਣ ਹੀ ਹੋਰ ਸੀਗਾ। ਉਹ ਜਦੋਂ ਘਰ ਦਾ ਕੰਮ ਕਰਦੀਆਂ ਸੀ, ਮਿਹਨਤ ਕਰਦੀਆਂ ਸੀ, ਪੇਸ਼ੈਂਸ ਸੀ ਉਹਨਾਂ 'ਚ। ਉਹ ਫੜ ਲਓ ਮਾਰ ਲਓ ਨਹੀਂ ਸੀ ਕਦੀ ਕਰਦੀਆਂ, ਤਰੀਕੇ ਨਾਲ ਰਹਿੰਦੇ ਸੀ। ਜੋ ਅਸੀਂ ਸਿੱਖਿਆ ਨਾ, ਤੁਸੀਂ ਸਿੱਖਿਆ ਦੀ ਗੱਲ ਕੀਤੀ ਹੈ, ਆਪਣੇ ਤਰੀਕੇ ਨਾਲ ਰਹੋ, ਆਪਣਾ ਉਹਨਾਂ ਖਰਚਾ ਕਰੋ ਜਿਹਨੂੰ ਆਂਦੇ ਸੀ ਚਾਦਰ ਵੇਖ ਕੇ ਪੈਰ ਪਸਾਰੋ। ਇਹ ਤੁਸੀਂ ਗੱਲ ਕੀਤੀ ਹੈ ਨਾ ਡਿਗਰੀਆਂ ਦੀ, ਐਜੂਕੇਸ਼ਨ ਦੀ। ਪੁੱਛਿਆ ਜਾਂਦਾ ਕਿ ਐਜੂਕੇਸ਼ਨ ਹੁੰਦੀ ਕੀ ਹੈ ਜੀ? ਐਜੂਕੇਸ਼ਨ ਹੈ ਤੁਹਾਡਾ ਐਟੀਟਿਊਡ। ਬਿਲਕੁਲ, ਪਰਸਨੈਲਿਟੀ। ਉਹੀ ਐਟੀਟਿਊਡ ਤੁਹਾਡੇ ਬਿਹੇਵੀਅਰ 'ਚ ਆਏਗਾ। ਬਿਲਕੁਲ, ਕਿ ਤੁਹਾਡਾ ਲੋਕਾਂ ਨਾਲ ਬਿਹੇਵੀਅਰ ਕਿੱਦਾਂ ਦਾ। ਯੂਅਰ ਬਿਹੇਵੀਅਰ ਇਜ਼ ਐਜੂਕੇਸ਼ਨ। ਪੜ੍ਹਾਈ ਇਹ ਨਹੀਂ ਹੈ ਕਿ ਤੁਸੀਂ ਪੜ੍ਹ ਕੇ ਤੇ ਕਮਾਈ ਕਰਨੀ ਹੈ। ਪੜ੍ਹਾਈ ਹੈਗੀ ਆ ਕਿ ਤੁਹਾਡੀ ਪਰਸਨੈਲਿਟੀ, ਹਾਊ ਟੂ ਬਿਹੇਵ, ਹਾਰਮੋਨੀਅਸ ਡਿਵੈਲਪਮੈਂਟ ਹੈ, ਤੁਹਾਡਾ ਸਰਵ ਵਿਆਪੀ ਵਿਕਾਸ ਹੈ, ਤੁਹਾਡਾ ਬਿਹੇਵੀਅਰ ਕਿੱਦਾਂ ਹੈ ਟੋਟਲ। ਉਹ ਬਿਹੇਵੀਅਰ ਤੁਹਾਡਾ ਕਿੱਥੋਂ ਬਣਦਾ? ਤੁਹਾਡੇ ਐਟੀਟਿਊਡ ਤੋਂ। ਤੁਹਾਡਾ ਮਾਈਂਡ ਸੈਟ ਕੀ ਹੈ? ਐਜੂਕੇਸ਼ਨ ਇਜ਼ ਯੂਅਰ ਮਾਈਂਡ ਸੈਟ।
ਡਿਗਰੀਆਂ ਨਹੀਂ ਹੈਗੀਆਂ। ਤਦੇ ਤੀਜਾ ਨੇਤਰ ਆਂਦੇ ਆ ਨਾ, ਖੁੱਲ ਗਿਆ। ਤੀਜਾ ਨੇਤਰ ਦਾ ਮਤਲਬ ਹੈਗਾ ਕਿ ਵਿਦਿਆ ਜਿਹੜੀ ਹੈ ਤੁਹਾਨੂੰ ਖੋਲ ਦਿੰਦੀ ਹੈ, ਤੁਹਾਨੂੰ ਚਾਰੇ ਪਾਸੇ ਦਿਖਣਾ ਸ਼ੁਰੂ ਹੋ ਜਾਂਦਾ। ਗੁਰੂ ਨਾਨਕ ਪਾਤਸ਼ਾਹ ਦੀ ਗੱਲ ਅੱਗੇ ਦੇਖਦੀਆਂ ਨਾ, ਪਿੱਛੇ ਨੂੰ ਤਾਂ ਨਹੀਂ ਤੁਸੀਂ ਦੇਖਦੇ, ਪਿੱਛੇ ਕੀ ਹੈ, ਐਜੂਕੇਸ਼ਨ ਦੇਖਦੀ ਤੁਹਾਡਾ ਸਾਰਾ ਕੁਝ। ਬਿਲਕੁਲ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਇੱਥੇ ਆ ਜਾਏਗੀ, ਵਿਦਿਆ ਵਿਚਾਰੀ ਤੇ ਪਰਉਪਕਾਰ ਤੇ ਪਰਉਪਕਾਰੀ। ਜੇ ਵਿਚਾਰ ਕਰੋਗੇ ਵਿਦਿਆ ਦੇ ਉੱਤੇ ਤਾਂ ਪਰਉਪਕਾਰ ਕਰੋਗੇ, ਨਹੀਂ ਤੇ ਫਿਰ ਡਿਗਰੀਆਂ ਲੈ ਕੇ ਘੁੰਮੋਗੇ, ਹੋਰ ਤੇ ਕੁਝ ਨਹੀਂ। ਮੈਂ ਡਾਕਟਰੇਟ ਕੀਤੀ ਹੋਈ, ਮੈਂ PhD ਕੀਤੀ ਹੋਈ ਹੈ, ਚੁੱਕਣ ਵਾਲੀ ਗੱਲ ਹੈ, ਉਹਨਾਂ ਦਾ ਕੋਈ ਵੈਲਿਊ ਨਹੀਂ ਗਾ। ਚਲੋ ਹੁਣ ਉਹ ਸੋਚ ਤੋਂ ਹੀ ਨਿਕਲਦਾ ਕਪਲਾ। ਹੁਣ ਇਹਦੇ ਵਾਸਤੇ ਤਾਂ ਤੁਸੀਂ ਦੱਸੋਗੇ। ਪੰਜਾਬ ਦੇ ਵਿੱਚ ਸਚਾਈ ਘੁਟਾਲਾ, ਮਤਲਬ ਕਈ ਵਾਰ ਕਿਹਾ ਜਾਂਦਾ ਹੈ ਕਿ लैंड ऑफ करप्शन बन के रह गए यहाँ से। सो सच्चाई घोटाला होया, 2 साबका मंत्री, 3 IAS ऑफिसर जो सेवा मुक्त अधिकारी ने, उन्होंने खिलाफ लुकआउट नोटिस जारी हो गया। सो उस तो इलावा जो सरकारी कर्मचारी भी ये इन्वॉल्व हो जाते हैं क्योंकि पोलिटिकल प्रैशरस होंगे ने, ठीक है ना। सो सर्वेश कौशल जी ने, KBS सिद्धू ने, फिर जन्मेजा सेखो ने, कान सिंह पन्नू साहब ने। सो ये सारे ढिल्लो साहब भी है ने, एक अपने शरणजीत सिंह ढिल्लो, ये मंत्री से उस वेले दे जी। और ये देखो संचाई घोटाला जिहड़ा कपड़ा होया बहुत वड्डा लैवल ते होया। इहदे विच जिहड़ियां पानी देण दियां, पानी तो आपां गल कर रहे सी ना, पानी देण दा संचाई विभाग ही है। और उहदे विच जिहड़ियां मशीनां आउणी सी, पुल बनने सी, जिहदे विच पानी की वंड होनी सी, सारा कुछ जिद्दां SYL वाला वो है ना पानी, वो पंजाब की वंड हैगा। जिद्दां कि तरनताਰਨ ਦੇ ਏਰੀਏ 'ਚ ਪਾਣੀ ਦੇ ਥੱਲੇ ਯੂਰੇਨੀਅਮ आ गया ਸੀਗਾ, और ਉਹ ਸਾਰਾ ਉਦੋਂ ਕ ਇਹ ਸਾਰਾ ਇੱਧਰ ਉੱਧਰ ਕਰ ਲਈ। ਅਕਾਲੀ ਦਲ ਵੇਲੇ ਜੀ ਸਰਕਾਰ ਦੀਆਂ ਜਿਹੜੇ ਇਹ ਕਪੜੇ ਆ ਗਏ ਆ, ਜਿਸ 'ਚ ਸ਼ਰਨਜੀਤ ਢਿੱਲੋਂ ਜੀ ਹੈਗੇ ਆ, ਔਰ ਜਨਮੇਜਾ ਸਿੰਘ ਸੇਖੋਂ ਮੰਤਰੀ ਨੇ, ਔਰ ਇਹ 'ਚ ਵਿਜੀਲੈਂਸ ਨੇ ਉਹਨਾਂ ਦੇ ਸਾਰੇ ਕੱਢ ਲਏ ਜੋ ਜਿਹਨਾਂ ਨੇ ਕੀਤਾ, ਔਰ ਸਾਰੇ ਡਾਕੂਮੈਂਟਸ ਉਹਨਾਂ ਦੇ ਕੋਲ ਆ। ਔਰ ਉਹਨਾਂ ਦੇ ਵਿੱਚ ਉਹ ਉਹਨਾਂ ਨੇ ਕਹਿਤਾ ਲੁਕਆਊਟ ਨੋਟਿਸ ਜਿਹੜਾ ਕਰ ਦਿੱਤਾ ਕਿ ਉਹਨਾਂ ਦਾ ਜਿਹੜਾ ਬਾਹਰਲੇ ਦੇਸ਼ਾਂ 'ਚ ਜਾਣਾ ਹੋਗਾ ਉੱਤੇ ਪਾਬੰਦੀ ਲਾਤੀ, ਇਹਨਾਂ ਦੇ ਪਾਸਪੋਰਟ ਵਗੈਰਾ ਇਹਨਾਂ ਨੇ ਕੈਪਚਰ ਕਰ ਲਏ। ਔਰ ਦੇਖੋ ਇਹ ਗੱਲ ਕੀ ਬਣਦੀ ਆ, ਗੱਲ ਇਹ ਹੈਗੀ ਹੈ ਕਿ ਜਦੋਂ ਮੰਤਰੀ ਨੂੰ ਪਤਾ ਨਹੀਂ ਹੈਗਾ ਮੇਰੇ ਮਹਿਕਮੇ 'ਚ ਕੀ ਹੋ ਰਿਹਾ, ਜਿਹੜੇ IAS ਆਫੀਸਰ ਆ, ਜਿਹੜੇ ਪਾਲਿਸੀ ਮੇਕਰ ਆ, ਜਿਹੜੇ ਬਣਾਉਂਦੇ ਆ, ਜਿਹਦੇ 'ਚ ਸਰਵੇਸ਼ ਕੌਸ਼ਲ ਜੀ ਨੇ, ਹੈ ਨਾ, ਉਹਨਾਂ ਨੇ ਇਸ ਵਿੱਚ ਸਾਰਾ ਜਿਹੜੀ ਊਣਤਾਈਆਂ ਦਾ ਉਹਨਾਂ ਨੇ ਪਲੰਦਾ ਬਣਾਇਆ। ਔਰ ਉਹਦੇ ਵਿੱਚ ਪੰਨੂ ਸਾਹਿਬ ਨੇ, ਔਰ ਉਹਦੇ ਵਿੱਚ ਨਾਲ ਹੋਰ IAS ਆਫੀਸਰ BKS ਸਿੱਧੂ, ਹੈ ਨਾ, ਉਹ ਨੇ। ਔਰ ਇਹਨਾਂ ਦਾ ਵੇਖੋ ਜਿਹੜੇ IAS ਆਫੀਸਰ ਹੈ, ਇਹਨਾਂ ਦਾ ਬਹੁਤ ਵੱਡਾ IQ ਹੁੰਦਾ, ਵੱਡਾ ਦਿਮਾਗ ਹੁੰਦਾ। ਔਰ ਇਹਨਾਂ ਨੇ ਦਿਮਾਗ ਜਿਹੜਾ ਚੰਗੇ ਪਾਸੇ ਲਾਉਣ ਦੀ ਬਜਾਏ ਪੈਸਾ ਇਕੱਠਾ ਕਰਨ ਵਾਲੇ ਪਾਸੇ ਲਾਤਾ। ਆ ਹੁਣ ਵੀ 1-2 IAS ਫੜੇ, ਜਿਨ੍ਹਾਂ ਦੇ ਵਿੱਚੋਂ 14 ਕਿਲੋ ਸੋਨਾ ਘਰੋਂ ਫੜਿਆ ਗਿਆ। ਔਰ ਦੇਖੋ ਜਦੋਂ CBI ਜਾਂ ਵਿਜੀਲੈਂਸ ਅੰਦਰ ਆ ਕੇ ਪੈਂਦੀ ਆ, ਜਦੋਂ ਰੇਡ ਹੁੰਦਾ ਤਾਂ ਅੰਦਰੋਂ ਬੜਾ ਕੁਝ ਨਿਕਲਦਾ। ਇਹ ਤਾਂ ਹੋਇਆ ਮਾਮਲਾ ਜਿਹੜਾ ਇਹਨਾਂ ਨੇ ਫੜ ਕੇ ਰੱਖਿਆ, ਜਿਹੜੇ ਲੋਕਰ ਆ ਉਹਨਾਂ 'ਚ ਪੈਸਾ ਕਿੰਨਾ ਹੁੰਦਾ, ਭਾਈ ਭਤੀਜਾਵਾਦ 'ਚ ਪੈਸਾ ਕਿੱਧਰ ਗਿਆ ਹੁੰਦਾ, ਬਾਹਰਲੇ ਦੇਸ਼ਾਂ 'ਚ ਜਿਹੜੇ ਹੋਟਲ ਲਏ ਆ ਉਹ ਕਿੱਧਰ ਗਏ, ਦੁਬਈ ਤੱਕ ਹੋਟਲ ਇਹਨਾਂ ਦੇ ਹੈਗੇ ਆ। ਸਾਡੇ ਇੱਥੋਂ ਦੇ ਨੇਤਾ ਨੇ ਜਿਨ੍ਹਾਂ ਦੇ ਆਪਣੇ ਦੁਬਈ 'ਚ ਹੋਟਲ ਆ, ਔਰ ਉਹਨਾਂ ਦੀਆਂ ਬੱਸਾਂ ਚੱਲ ਰਹੀਆਂ ਜਿਹੜੀਆਂ ਦਿੱਲੀ ਤੋਂ ਪੰਜਾਬ ਨੂੰ ਆ ਰਹੀਆਂ, ਫਿਰ ਪੂਰੇ ਹਿੰਦੁਸਤਾਨ 'ਚ ਇਹ ਪੈਸਾ ਕਿੱਧਰੋਂ ਆ ਰਿਹਾ? ਇਹ ਸਿਰਫ 4 ਖੇਤਾਂ ਨਾਲ ਨਹੀਂ ਬਣ ਜਾਂਦਾ। ਨਹੀਂ ਉਹ ਜਿਹੜੇ ਇਸ ਪਾਵਰ 'ਚ ਆਉਂਦੇ ਨੇ ਨਾ, ਇਸ ਗੇਮ 'ਚ ਆਉਂਦੇ ਨੇ, ਜਿਹੜੇ ਪੋਲੀਟੀਕਲ ਲੀਡਰਸ ਨੇ, ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਨਿੱਜੀ ਬਿਜ਼ਨਸ ਨੇ, ਉਹਨਾਂ ਦੇ ਪ੍ਰਾਈਵੇਟ ਬਿਜ਼ਨਸ ਨੇ, ਉਹਨਾਂ ਦਾ ਜ਼ਿਆਦਾ ਫੈਲਾਅ ਕਰਨ ਵਾਸਤੇ, ਜ਼ਿਆਦਾ ਫਲਰਿਸ਼ਮੈਂਟ ਵਾਸਤੇ, ਜ਼ਿਆਦਾ ਤਰੱਕੀ ਵਾਸਤੇ ਆਉਂਦੇ ਨੇ। ਸੂਬੇ ਦੀ ਤਰੱਕੀ, ਲੋਕਾਂ ਦੀ ਤਰੱਕੀ ਉਹਨਾਂ ਦਾ ਸਿਲੇਬਸ ਹੀ ਨਹੀਂ ਹੈ। ਉਹਨਾਂ ਦਾ ਸਿਲੇਬਸ ਹੈ ਉਹਨਾਂ ਦੀ ਆਪਣੀ ਤਰੱਕੀ, ਉਹਨਾਂ ਦੇ ਪਰਿਵਾਰ ਦੀ ਤਰੱਕੀ, ਉਹਨਾਂ ਦੇ ਬਿਜ਼ਨਸ ਦੀ ਤਰੱਕੀ। ਔਰ ਬਿਜ਼ਨਸ ਦੀ ਤਰੱਕੀ ਕਰਨ ਵਿੱਚ ਉਹ ਮਾਹਿਰ ਨੇ। ਅਸੀਂ ਦੇਖਦੇ ਹਾਂ ਇੱਕ ਵਾਰੀ ਪਤਾ ਕੀ ਹੋਇਆ ਕਿ ਜਿਵੇਂ ਸਰਕਾਰੀ ਮੁਲਾਜ਼ਮ ਨੇ, ਉਹਨਾਂ ਨੂੰ ਕੋਈ ਹਿਦਾਇਤਾਂ ਦੇਣ ਵੇਲੇ ਕੋਈ ਪੋਲੀਟੀਕਲ ਲੀਡਰ ਉਹਦੇ ਮੋਢੇ ਤੇ ਹੱਥ ਕਿਉਂ ਰੱਖਦਾ? ਕਿਸੇ ਨੇ ਪੁੱਛਿਆ ਯਾਰ ਇਹ ਕਿਉਂ ਰੱਖਦਾ? ਵੈਸੇ ਵੀ ਤਾਂ ਗੱਲ ਕਰ ਸਕਦੇ ਨੇ ਨਾ, ਇਦਾਂ ਕਿਉਂ ਰੱਖਦੇ ਨੇ? ਕਹਿੰਦੇ ਇਹਨੂੰ ਕਹਿੰਦੇ ਨੇ ਪੋਲੀਟੀਕਲ ਪ੍ਰੈਸ਼ਰ। ਇੱਥੇ ਪ੍ਰੈਸ਼ਰ ਦੇ ਹੀ ਜਾਂਦੇ ਨੇ, ਨਾਲ ਗੱਲ ਹੋਈ ਜਾਂਦੀ, ਨਾਲ ਪ੍ਰੈਸ਼ਰ ਦਿੰਦੇ ਨੇ। ਇਹ ਜਿਹੜਾ ਪੋਲੀਟੀਕਲ ਪ੍ਰੈਸ਼ਰ ਹੈ ਨਾ, ਇਹ ਵੱਡਿਆਂ ਨੂੰ ਮਤਲਬ ਉਹਨਾਂ ਦੇ ਮੁਤਾਬਿਕ ਕੰਮ ਕਰਨ ਲਈ ਮਜਬੂਰ ਕਰ ਦਿੰਦਾ। ਜਿਹੜਾ ਤੁਸੀਂ ਕਿਹਾ ਨਾ ਕਿ ਇਹ ਜਿਹੜੇ ਤੇਜ਼ ਦਿਮਾਗ ਦੇ IAS ਆਫੀਸਰਸ ਨੇ, ਪ੍ਰਸ਼ਾਸਨ ਦੇ ਵਿੱਚ ਅਧਿਕਾਰੀ ਨੇ, ਤੇਜ਼ ਦਿਮਾਗ ਦੇ ਨੇ, ਇਹ ਆਪਣੇ ਦਿਮਾਗ ਦਾ ਇਸਤੇਮਾਲ ਪੁੱਠੇ ਪਾਸੇ ਕਿਉਂ ਕਰਦੇ ਨੇ? IAS ਆਫੀਸਰ ਬਣਨਾ ਬਹੁਤ ਵੱਡੀ ਗੱਲ ਹੁੰਦੀ ਹੈ, ਬਹੁਤ ਵੱਡੀ ਗੱਲ ਹੈ। ਉਹਨਾਂ ਨਾਲ ਗੱਲ ਕਰੋਗੇ ਨਾ ਤੇ ਨਾਰਮਲ ਬੰਦਾ ਨਹੀਂ ਗੱਲ ਕਰ ਸਕਦਾ। ਇਹਨਾਂ ਦਾ ਦਿਮਾਗ ਹੋਰ ਪਾਸੇ ਹੁੰਦਾ, ਇਹਨਾਂ ਦਾ ਲੈਫਟ ਔਰ ਰਾਈਟ ਜਿਹੜੇ ਸਾਈਡਾਂ ਦੋਨੇ ਇਹਨਾਂ ਨਾ ਬ੍ਰੇਨ ਦੀਆਂ ਇਹ ਪਾਵਰਫੁਲ ਹੁੰਦੀਆਂ। IQ ਮੀਨਸ ਹੈਗਾ ਇੰਟੈਲੀਜੈਂਸ ਕੁਆਂਟੀਟੀ ਜਿਹੜੀ ਆ ਉਹ ਆਮ ਆਦਮੀ ਤੋਂ ਅਬਵ ਹੁੰਦੀ ਹੈ। ਔਰ ਇਹਨਾਂ ਦੀ ਲਿਖਾਈ ਤੁਸੀਂ ਦੇਖੋਗੇ ਇੱਕ ਹੁੰਦੀ ਆ ਆਇਡੈਂਟੀਫਿਕੇਸ਼ਨ ਹੁੰਦੀ ਹੈ। ਜਿਹੜਾ ਬੰਦਾ IAS ਜਿਹੜਾ ਉਹਦੀ ਰਾਈਟਿੰਗ ਜਿਹੜੀ ਆ ਬੜੀ ਇੱਦਾਂ ਦੀ ਹੁੰਦੀ ਹੈ, ਉਹਨੂੰ ਕੋਈ ਪੜ੍ਹਦਾ ਜਿੱਦਾਂ ਡਾਕਟਰ ਲਿਖਦੇ ਆ, ਹੈ ਨਾ, ਬੜਾ ਤੇਜ਼। ਸਿਰਫ ਕੈਮਿਸਟ ਪੜ੍ਹ ਸਕਦਾ ਡਾਕਟਰ ਦੀ ਲਿਖਾਈ। ਇਨਕਲੂਡਿੰਗ ਜਿਹੜਾ ਕਰਦੇ ਆ ਇੱਕਦਮ ਕਰਦੇ ਆ। ਔਰ ਜਿਹੜਾ ਇਹਨਾਂ ਦਾ ਹੀਅਰਿੰਗ ਆ, ਸੁਣਨ ਦੀ ਜਿਹੜੀ ਸਮਰੱਥਾ ਉਹ ਵੀ ਬੜੀ ਜਲਦੀ ਹੁੰਦੀ ਹੈ। ਇਹ ਜਿਹੜੇ ਮੌਕੇ ਦੇ ਜਿਹੜੇ ਡਿਸੀਜਨ ਇਹ ਵੀ ਲੈਂਦੇ ਆ, ਕਿਉਂਕਿ ਇਹਨਾਂ ਕੁਇਕ ਡਿਸੀਜਨ ਹੁੰਦੇ ਆ। ਔਰ ਦੇਖੋ ਮੈਂ ਉਹੀ ਗੱਲ ਕੀਤੀ ਹੈ ਕਿ ਇਹ ਜਿਹੜਾ ਉਹਨੂੰ ਪੋਜ਼ੀਟਿਵ ਪਾਸੇ ਲਾਉਣ ਦੇ ਪਾਸੇ ਇਹਨਾਂ ਨੇ ਦੂਜੇ ਪਾਸੇ ਲਾਤਾ। ਜਿੱਦਾਂ ਤੁਸੀਂ ਕਿਹਾ ਕਿ ਉਹਨਾਂ ਦੇ ਆਪਣਾ
ਗਰੁੱਪ ਹੁੰਦੇ ਆ, ਆਪਣੇ ਭਾਈ ਭਤੀਜਾਵਾਦ ਹੁੰਦਾ, ਆਪਣਾ ਸਾਰਾ ਏਰੀਆ ਹੁੰਦਾ, ਉਹਨੂੰ ਬੈਨੀਫਿਟ ਦੇਣ ਲਈ ਸਾਰਾ ਕੁਝ। ਔਰ ਫੜਿਆ ਤਾਂ ਜਾਂਦਾ ਹੈ, ਅੱਜ ਨਹੀਂ ਤਾਂ ਕੱਲ੍ਹ ਨਹੀਂ ਪਰਸੋਂ ਦਾ ਫੜਿਆ ਜਾਣਾ, ਜਿਹਦੇ ਵਿੱਚ ਮੰਤਰੀ ਖਾਸ ਤੌਰ 'ਤੇ ਫੜੇ ਗਏ ਆ ਔਰ ਜਿਨ੍ਹਾਂ 'ਤੇ ਕੇਸ ਦਾਇਰ ਹੋ ਗਏ ਆ। IAS ਅਫੀਸਰ ਬਹੁਤ ਫੜੇ ਗਏ ਆ, IPS ਬਹੁਤ ਫੜੇ ਗਏ ਆ। ਪਹਿਲੋਂ ਨਹੀਂ ਸੀ ਫੜੇ ਜਾਂਦੇ, ਪਹਿਲਾਂ ਰੋਬ ਬੜਾ ਹੁੰਦਾ ਸੀ, ਕਰਦੇ ਵੀ ਕੰਮ ਇੱਦਾਂ ਦਾ ਮਾੜਾ ਘੱਟ ਸੀਗਾ। ਤੀਜਾ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ। ਤੇ ਚੌਥੀ ਗੱਲ ਹੁੰਦੀ ਸੀ ਜਿਹੜੀਆਂ ਭੇਦ ਜਿਹੜੇ ਇਹਨਾਂ ਦੇ ਬਹੁਤੇ ਖੁੱਲ੍ਹਦੇ ਨਹੀਂ ਸੀ। ਅੱਜ ਕੱਲ੍ਹ ਕਿਤੇ ਦਿਨ 'ਚ ਪਤਾ ਲੱਗ ਜਾਂਦਾ, 2 ਮਿੰਟ 'ਚ। ਅੱਜ ਤੁਹਾਡੇ ਨਾਲ ਬੰਦਾ ਬੈਠਾ, ਕੱਲ੍ਹ ਨੂੰ ਉਹਨੇ ਤੁਹਾਡੀ ਵੀਡੀਓ ਵਾਇਰਲ ਕਰ ਦੇਣੀ। ਭੇਦ ਉਹ ਖੋਲ੍ਹਦੇ ਨਾ ਜਿਹਨੂੰ ਫਾਇਦਾ ਨਹੀਂ ਦਿੰਦੇ, ਉਹ ਦਿੰਦੇ, ਉਹੀ ਭੇਦ ਖੋਲ੍ਹਦਾ। ਕਿ ਮੈਨੂੰ ਪ੍ਰੋਮਿਸ ਕੀਤਾ ਸੀ ਮੈਨੂੰ ਆਹ ਦੇਣਾ, ਮੇਰਾ ਹਿੱਸਾ ਕਿੱਥੇ ਹੈ, ਮੈਂ ਖੋਲ੍ਹ ਦੇਣਾ ਭੇਦ। ਬਸ ਉਹ ਤਾਂ ਫਿਰ ਤੁਹਾਡੇ ਬਾਰੇ ਦੱਸ ਜੂਗਾ ਵੀ ਆਹ ਬੰਦਾ ਆਹ ਕਰ ਰਿਹਾ ਯਾਰ, ਕੱਲ੍ਹ ਤੋਂ ਹੈਗਾ, ਇਹਨੂੰ ਮੈਨੂੰ ਪਤਾ, ਇਹਨੇ ਚੈੱਕ ਕਿੰਨੇ ਬਣਾਏ, ਕਿਹਨੂੰ ਵੰਡੇ, ਕਿੱਥੇ ਗਏ ਆ, ਕਿਹਦੇ ਭਰਾਵਾਂ ਤੱਕ ਵੰਡੇ ਗਏ। ਇਹ ਅੱਜ ਤੱਕ ਦੀ ਸਰਕਾਰਾਂ ਨਹੀਂ, ਸਾਰੀਆਂ ਸਰਕਾਰਾਂ ਦੇ ਵਿੱਚ ਹੁੰਦਾ ਰਿਹਾ। ਹੁਣ ਆਹ ਮੌਕੇ ਦੀ ਸਰਕਾਰ ਦੇ ਵਿੱਚ ਵੀ ਤਾਂ ਹੋ ਹੀ ਗਿਆ, ਇਹਨਾਂ ਦੇ ਵਿੱਚ ਵੀ ਜਿਹੜਾ ਸਿੰਗਲਾ ਬਿਲਕੁਲ ਸਹੀ ਗੱਲ। ਮੌਕੇ ਦੀ ਸਰਕਾਰ ਵੀ ਇੱਥੋਂ ਨਹੀਂ ਹੋਣੀ ਰਹੀ, ਉਹ ਵੀ ਇਸੇ ਤਰ੍ਹਾਂ ਦੇਗੀ। ਜੇ ਅਸੀਂ ਪਿਛਲੀਆਂ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਉਹਨਾਂ 'ਚ ਮੰਤਰੀ ਫੜੇ ਗਿਆ, ਹੁਣ ਆਹ 2 ਮੰਤਰੀਆਂ ਦੇ ਹੁਣ ਨਾਂ ਆ ਗਿਆ, ਸ਼ਰਨਜੀਤ ਢਿੱਲੋਂ ਦਾ ਨਾਂ ਆ ਗਿਆ ਅਤੇ ਜਨਮੇਜਾ ਸੇਖੋਂ ਜੀ ਆ ਰਿਹਾ ਹੈ ਨਾ, ਉਹਨਾਂ ਦੇ ਵਿੱਚ 2 ਮੰਤਰੀਆਂ ਦਾ ਆ ਗਿਆ। ਅਤੇ ਪਿਛਲੀ ਸਰਕਾਰ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਇਹ ਕਿਹੜੀ ਬਚੀ ਹੈ? ਜਿਹੜੀ ਦਿੱਲੀ ਵਾਲੀ ਸਰਕਾਰ ਉਹ ਕਿਹੜੀ ਬਚੀ ਹੈ? ਉਹਨਾਂ 'ਚ ਸੰਸੋਧੀਆ ਜੋ ਹੀ ਫਸ ਗਏ ਹੈਗੇ ਆ, ਉਹਨਾਂ 'ਚ ਸਾਰੇ ਜਿਹੜੇ ਵੀ ਕੰਮ ਕਰਦੇ ਆ ਨਾ, ਇਮਾਨਦਾਰੀ ਨਾਲ ਨਹੀਂ ਕਰਦੇ। ਉਹਦੇ ਵਿੱਚ ਇਹਨਾਂ ਦੀਆਂ ਕਈ ਚਾਲਾਂ ਹੁੰਦੀਆਂ, ਕਈ ਉਹਦੇ ਵਿੱਚ ਲਕੂਨੇ ਹੁੰਦੇ ਆ, ਕਈ ਕੁਛ ਉਹਨਾਂ 'ਚ ਵੰਡ ਵੰਡਾਈ ਹੁੰਦੀ ਆ ਔਰ ਕਈਆਂ ਦੇ ਹਿੱਸੇ ਹੁੰਦੇ ਆ ਜਿਹਨੂੰ ਆਪਾਂ ਪੱਤੀਆਂ ਕਹਿੰਦੇ ਆ। 1 ਰੁਪਈਆ ਦੀਆਂ ਕਿ ਪੱਤੀਆਂ ਦੇ 4 ਹਿੱਸੇ ਹੋ ਗਏ ਅਤੇ 4 ਚੌਕੇ 16 ਹੋ ਗਏ, 16 ਆਨੇ ਹੋ ਗਏ ਨਾ, ਤੇ 4 ਬੰਦੇ ਉਹਨਾਂ ਵੰਡ ਵੰਡਾ ਕੇ ਘਰੋਂ ਘਰ ਲੈ ਜਾਣਾ ਬੋਰੀਆਂ ਭਰ ਕੇ। ਇਹ ਹੈਗੀਆਂ ਸਰਕਾਰਾਂ। ਤੁਸੀਂ ਦੇਖੋ ਤਾਂ ਸਹੀ, ਸਮਾਰਟ ਸਿਟੀ ਬਣਾਉਣੀ ਸੀ, ਸਾਡੇ PM ਸਾਹਿਬ ਦਾ ਇਹ ਸੁਪਨਾ ਸੀ, ਵਿਜ਼ਨ ਸੀ। ਔਰ ਜਲੰਧਰ ਦੀ ਗੱਲ ਕਰੀਏ, ਕਿੰਨਾ 1000 ਕਰੋੜ ਥਾਂ ਤੇ ਵੰਡਿਆ ਗਿਆ। ਤੇ ਜਲੰਧਰ ਦਾ ਜਿਹੜਾ ਉਹ ਆਫਿਸ ਹੈ ਨਾ, ਸਮਾਰਟ ਸਿਟੀ ਆਫਿਸ, ਉੱਤੇ ਕਹਿੰਦੇ ਭੂਤ ਨੱਚਦੇ ਨੇ ਔਰ ਕਰੋੜਾਂ ਰੁਪਏ ਕਿੱਥੇ ਗਏ ਕਿਸੇ ਨੂੰ ਨਹੀਂ ਪਤਾ। ਚੂਹੇ ਤੇ ਨਿਓਲ ਤੇ ਉੱਥੇ ਚਿੜੀਆਂ ਤੇ ਬਾਕੀ ਘੁੱਗੀਆਂ, ਬਸ ਹੋਰ ਉਹ ਉਜਲੇ ਬਾਗਾਂ ਦੇ ਗਾਲੜ ਪਟਵਾਰੀ, ਉਹੀ ਹਿਸਾਬ ਹੈ। ਸੋ ਉੱਥੇ ਹੁਣ ਨਾ ਉਹ ਠੇਕੇਦਾਰ ਆਉਂਦੇ ਨੇ ਨਾ ਉਹ ਮੁਲਾਜ਼ਮ ਆਉਂਦੇ ਨੇ, ਕਿਉਂਕਿ ਠੇਕੇਦਾਰਾਂ ਨੇ ਜਿਹੜਾ ਹਜ਼ਮ ਕਰਨਾ ਸੀ ਪੈਸਾ ਹਜ਼ਮ ਕਰ ਲਿਆ, ਮੁਲਾਜ਼ਮਾਂ ਨੇ ਵੀ ਆਪਣੀ ਹਿੱਸਾ ਪੱਤੀ ਲੈ ਲਈ। ਜਿਵੇਂ ਤੁਸੀਂ ਕਿਹਾ, ਹੁਣ ਉੱਥੇ ਕੋਈ ਸਫਾਈ ਕਰਮਚਾਰੀ ਵੀ ਨਹੀਂ ਹੈ ਕਿ ਜਿਹੜੀ ਉੱਥੇ ਦੀ ਸਫਾਈ ਹੋ ਸਕੇ। ਸੋ ਇਹ ਹਾਲਾਤ ਬਣੇ ਹੋਏ ਨੇ। ਔਰ ਕਹਿੰਦੇ ਨੇ ਕਿ ਇੱਕ ਇਨਸਾਨ ਜਿਹੜਾ ਨਾ, ਉਹਦੇ ਅੰਦਰ ਇੱਕ ਕ੍ਰੀਏਟਿਵ ਪਾਵਰ ਹੁੰਦੀ ਹੈ, ਉਹਨੂੰ ਮਨ ਕਿਹਾ ਜਾਂਦਾ ਹੈ। ਹੁਣ ਉਹ ਮਨ ਨੂੰ ਕਿੱਧਰ ਲਾਉਣਾ ਹੈ ਇਹ ਤੁਹਾਡੇ ਇਖਤਿਆਰ ਹੈ। ਪੁੱਠੇ ਕੰਮਾਂ 'ਚ ਮਨ ਨੂੰ ਲਾ ਲਓ ਤਾਂ ਪਿੱਠੇ ਪਾਸੇ ਤੁਰ ਪੈਂਦਾ, ਸਿੱਧੇ ਕੰਮਾਂ 'ਚ ਮਨ ਨੂੰ ਲਗਾ ਲਓ ਤਾਂ ਸਿੱਧੇ ਪਾਸੇ ਤੁਰ ਪੈਂਦਾ ਹੈ। ਸੱਚਾਈ ਦੀ ਕੋਈ ਸੀਮਾ ਨਹੀਂ, ਬੁਰਾਈ ਦਾ ਕੋਈ ਅੰਤ ਨਹੀਂ, ਜਿੱਧਰ ਮਰਜ਼ੀ ਮਨ ਨੂੰ ਲਾ ਲਓ, ਇਹ ਤੁਹਾਡੇ ਇਖਤਿਆਰ ਦੇ ਵਿੱਚ ਹੈ। ਹੁਣ ਇਹ ਭਾਈ ਸਾਹਿਬ ਕਿੱਧਰ ਲਾਉਂਦੇ ਪਏ ਨੇ, ਇਹ ਤਾਂ ਇਹਨਾਂ ਦੇ ਕੰਮਾਂ ਤੋਂ ਜ਼ਾਹਿਰ ਹੁੰਦਾ ਹੈ। ਆਪਾਂ ਦੇਸ਼ ਸੇਵਾ ਦੀ ਪੂਰੀ ਜਿਹੜੀ ਪਰਤ ਪੜ੍ਹਨ ਲਈ ਜਾਂ ਆਪਾਂ ਵਾਅਦਾ ਕਰਦੇ ਹਾਂ ਅਤੇ ਸੰਵਿਧਾਨ ਦੀ ਸਹੁੰ ਖਾਂਦੇ ਹਾਂ, ਉਦੋਂ ਨਹੀਂ ਮਨ 'ਚ ਹੁੰਦਾ ਕਿ ਅਸੀਂ ਦੇਸ਼ ਸੇਵਾ ਦੀ ਜਿਹੜੀ ਸਹੁੰ ਖਾ ਚੁੱਕੇ ਹਾਂ, ਸੰਵਿਧਾਨ ਦੀ ਸਹੁੰ ਖਾ ਚੁੱਕੇ ਹਾਂ, ਤਾਂ ਅਸੀਂ ਫਿਰ ਇਸ ਪਾਸੇ ਕਿਉਂ ਜਾ ਰਹੇ? ਉਦੋਂ ਇਹਨਾਂ ਦੀ ਕੌਂਸ਼ੀਅਸ ਕੀ ਕਰਦੀ ਹੈ? ਉਦੋਂ ਇਹਨਾਂ ਦੀ ਅਣਖ ਕਿੱਥੇ ਗਈ ਹੁੰਦੀ? ਗਵਾਚਾ ਹੁੰਦਾ ਸਾਰਾ ਕੁਝ। ਕਹਿੰਦੇ ਨੇ ਜਦੋਂ ਇਮਾਨਦਾਰੀ ਗਵਾਚ ਗਈ ਨਾ, ਤੇ ਜਿੱਥੇ ਉੱਥੇ ਫਿਰ ਗਰੀਬੀ ਜਿਹੜੀ ਆ ਨਾ, ਉਹ ਖੰਭ ਲਾ ਕੇ ਆ ਜਾਂਦੀ। ਇਮਾਨਦਾਰੀ ਜਿਹੜੀ ਹੈਗੀ ਆ, ਉੱਥੇ ਵਿਕਾਸ ਆ, ਉੱਥੇ ਸਰ ਇੱਜ਼ਤ ਆ, ਸਤਿਕਾਰ ਆ, ਉੱਥੇ ਕੰਮ ਆ, ਉੱਥੇ ਭੁੱਖਮਰੀ ਨਹੀਂ ਰਹੂਗੀ, ਬਰਕਤ ਆਊਗੀ। ਜਿੱਥੇ ਆ ਗਈ ਤੁਹਾਡੀ ਨੈਗੇਟਿਵਿਟੀ, ਜਿੱਥੇ ਆ ਗਈ ਤੁਹਾਡੀ ਨੁਕਸਾਨ ਪਹੁੰਚਾਉਣ ਦੀ ਆਦਤ, ਜਿੱਥੇ ਆ ਗਿਆ ਤੁਹਾਡਾ ਲੋਕਾਂ ਕੋਲ ਪੈਸਾ ਖਾਣ ਦੀ ਆਦਤ, ਉੱਥੇ ਖਜ਼ਾਨੇ ਖਾਲੀ। ਦੇਖੋ ਜਿੰਨੀਆਂ ਸਰਕਾਰਾਂ ਆਈਆਂ, ਮਾਫ ਕਰਨਾ, ਉਨੀਆਂ ਸਰਕਾਰਾਂ ਦੇ ਵਿੱਚ ਕਦੀ ਖਜ਼ਾਨਾ ਭਰਿਆ ਵੇਖਿਆ? ਢੀਂਡਸਾ ਜੀ ਬੈਠੇ ਜਦੋਂ ਪਹਿਲੋਂ ਜਿਹੜੇ ਵਿੱਤ ਮੰਤਰੀ, ਖਾਲੀ ਸੀਗਾ। ਫਿਰ ਸਾਡੇ ਆ ਗਏ ਆਪਣੇ ਬਾਦਲ ਸਾਹਿਬ ਦੇ, ਮਨਪ੍ਰੀਤ ਬਾਦਲ, ਉਹ ਆ ਗਏ, ਖਜ਼ਾਨਾ ਖਾਲੀ ਰਿਹਾ। ਫਿਰ ਆ ਗਏ ਉਦੋਂ ਬਾਅਦ ਚੀਮਾ ਜੀ ਹੁਣ ਬੈਠੇ ਨੇ, ਹੈ ਨਾ, ਉਦੋਂ ਬਾਅਦ ਹਰਪਾਲ ਚੀਮਾ ਜੀ, ਹੁਣ ਵੀ ਖਜ਼ਾਨਾ ਖਾਲੀ। ਤੇ ਖਜ਼ਾਨਾ ਭਰਿਆ ਨਹੀਂ ਤਾਂ ਤੁਸੀਂ ਕੀ ਕੰਮ ਕਰੋਗੇ? ਮੈਨੀਫੈਸਟੋ ਕੀ ਕਰੂਗਾ? ਬੀਬੀਆਂ ਵਿਚਾਰੀਆਂ ਡਿੱਕਣ ਡੀਆਂ 1000 ਰੁਪਈਆ ਕਦੋਂ ਦੀਆਂ, ਘਰਾਂ 'ਚ ਲੜਾਈਆਂ ਪਈਆਂ। ਦੇਖੋ ਘਰਾਂ ਦੇ ਲੋਕ ਆਉਂਦੇ ਆ, ਬਜ਼ੁਰਗ ਜਾਂ ਆਉਂਦੇ, ਬੀਬੀਓ ਤੂੰ ਕੁੜੀਓ, ਨੌਂ ਧੀਆਂ ਨੂੰ ਕਹਿੰਦੇ ਤੁਸੀਂ ਤਾਂ ਉਹਨਾਂ ਦੀਆਂ ਵੋਟਾਂ ਪਾ ਦਿਓ, ਆਪ ਨੂੰ ਸਾਨੂੰ ਪੈਸੇ ਮਿਲ ਜਾਣੇ ਆ, ਅਸੀਂ ਆਪਣੇ ਸੂਟ ਬਣਾਵਾਂਗੇ। ਹੁਣ ਫੇਰ ਪੈਸੇ ਸਾਡੇ ਕੋਲ ਨਹੀਂ ਜੀ, ਉਹ ਵਿਚਾਰੀਆਂ ਬਿਊਟੀ ਪਾਰਲਰ ਜਾਣ ਤੋਂ ਬੈਠੀਆਂ ਕਿ 1000 ਰੁਪਏ ਆਵੇ ਤੇ ਬਿਊਟੀ ਪਾਰਲਰ ਜਾਈਏ। ਸੋ ਗੱਲ ਇਹ, ਸਾਡੇ ਬਜ਼ੁਰਗ ਜਾਣਾ ਖਾਲੀ ਜੀ, ਸਾਡੇ ਬਜ਼ੁਰਗ ਤਾਂ ਹੀ ਤਾਂ ਕਹਿੰਦੇ ਨੇ ਕਿ ਕੰਮ ਕਰੋ ਤੇ ਸੋਚ ਸਮਝ ਕੇ ਕਰੋ। ਪੁੱਠੇ ਕੰਮ ਵੀ ਕਰ ਸਕਦੇ ਹੋ, ਸਿੱਧੇ ਕੰਮ ਵੀ ਕਰ ਸਕਦੇ ਹੋ, ਕੋਈ ਮਨਾਹੀ ਨਹੀਂ ਹੈ, ਪਰ ਰਿਜ਼ਲਟ ਆਉਣਗੇ। ਪੁੱਠੇ ਕੰਮਾਂ ਦੇ ਪੁੱਠੇ ਰਿਜ਼ਲਟ ਆਉਣਗੇ, ਫਿਰ ਰੋਵੋਗੇ ਕਿ ਆ ਕੀ ਹੋ ਗਿਆ, ਪਰ ਸਿੱਧੇ ਕੰਮਾਂ ਦੇ ਸਿੱਧੇ ਰਿਜ਼ਲਟ ਆਉਣਗੇ, ਫਿਰ ਖੁਸ਼ ਹੋਵੋਗੇ। ਖੂਹ ਡਿੱਗਣਗੇ ਜਦੋਂ ਤੁਰੇ ਜਾਂਦੇ ਨੇ, ਕਹਿਣਗੇ ਵੀ ਯਾਰ ਇੱਧਰ ਖੂਹ ਆ, ਇੱਧਰ ਨਾ ਜਾਈਂ। ਤੇ ਜੇ ਸਿੱਧਾ ਤੁਰਿਆ ਜਾਊਗਾ ਤਾਂ ਖੂਹ ਦੇ ਧੌਣ ਪਰ ਨਾ ਜਾ ਕੇ ਡਿੱਗੂਗਾ, ਤੇ ਪਾਣੀ 'ਚ ਬੁਲਬੁਲਿਆਂ 'ਚ ਡਿੱਗੂਗਾ ਤੇ ਮਰੂਗਾ। ਇਹ ਹੈਗੀ ਆ ਲੋਕਾਂ ਦੀ ਸੋਚ ਇਸ ਵੇਲੇ ਦੀ, ਜਿਹੜੀ ਹੈ ਸਰਕਾਰਾਂ ਦੀ ਵੀ ਹੈਗੀ ਆ, ਲੋਕਾਂ ਦੀ ਵੀ ਹੈਗੀ ਆ। ਔਰ ਮੰਤਰੀ ਫੜੇ ਜਾ ਰਹੇ ਆ ਤੇ ਲੋਕ ਹੱਸ ਰਹੇ ਆ। ਹੱਸਣ ਤੋਂ ਬਾਅਦ ਜਿਹੜੇ ਉਹਨਾਂ 'ਤੇ FIR ਲੌਜ ਹੋ ਰਹੀ ਹੈ ਨਾ, ਉਹਨਾਂ 'ਤੇ ਕਹਿੰਦੇ ਵੀ ਪਾਸਪੋਰਟ ਵੀ ਇਹਨਾਂ ਦੇ ਰੱਖ ਲਓ। ਇਹ ਵੀ ਇੱਜ਼ਤ ਨਹੀਂ ਹੁੰਦੀ। ਫਿਰ ਕੀ ਵੱਡੇ ਮਹਿਲ ਮਾੜੀਆਂ ਤੇ ਵੱਡਾ ਕੋਈ ਇਸ 'ਚ ਤਾਂ ਜਿਹੜਾ ਢਾਰਿਆਂ 'ਚ ਸੌਣ ਵਾਲਾ, ਉਹ ਤਾਂ ਬੰਦਾ ਸੁਖੀ ਹੈ ਨਾ,
ਉਹ ਤਾਂ ਚੱਜ ਦੀ ਰੋਟੀ ਖਾਂਦਾ ਨੇ, ਇੱਜ਼ਤ ਦੀ ਰੋਟੀ ਤਾਂ ਖਾਂਦਾ ਨੇ। ਬਿਲਕੁਲ, ਤੁਸੀਂ ਹੱਸਣ ਦੀ ਗੱਲ ਕੀਤੀ ਹੈ ਕਿ ਸਾਰੇ ਹੱਸ ਰਹੇ ਨੇ ਤੇ ਆਪਾਂ ਦੋਵੇਂ ਵੀ ਕੀ ਕਰ ਰਹੇ ਹਾਂ, ਆਪਾਂ ਦੋਵੇਂ ਵੀ ਤਾਂ ਹੱਸਦੇ ਹੀ ਪਏ ਇਹਨਾਂ ਦੀਆਂ ਗੱਲਾਂ ਸੁਣ ਕੇ, ਹੋਰ ਕੀ ਕਰਦੇ ਆਪਣੇ ਹੱਥ ਵਾਸਤੇ ਕਿਉਂ ਹੈ ਨਹੀਂ ਨਾ ਕਿ ਆਪਾਂ ਤਾਂ ਮੁੱਖ ਮੰਤਰੀ ਕਿਹੋ ਜਿਹੇ ਕੰਮ ਕਰਦੇ ਪਏ ਨੇ। ਜੇ ਤੁਸੀਂ ਰਾਸ਼ਟਰਪਤੀ ਹੁੰਦੇ ਜਾਂ ਮੁੱਖ ਮੰਤਰੀ ਹੁੰਦੇ ਜਾਂ ਜੇ ਕਿਤੇ ਬਣੋਗੇ ਤੇ ਤੁਹਾਨੂੰ ਵੀ ਇਦਾਂ ਦੇ ਲਕੂਨਿਆਂ ਚੋਂ ਇਹਨਾਂ ਦੀਆਂ ਗੱਲਾਂ ਚੋਂ ਨਿਕਲਣਾ ਗੁਜ਼ਰਨਾ। ਸਰ ਪ੍ਰਧਾਨ ਮੰਤਰੀ ਵੀ ਕਹਿ ਦਿਓ ਨਾ, ਤੁਹਾਡੀ ਜ਼ੁਬਾਨ ਸੱਚੀ ਹੋ ਜਾਵੇ, ਪ੍ਰਧਾਨ ਮੰਤਰੀ ਬਣ ਪ੍ਰਧਾਨ ਮੰਤਰੀ ਜੀ ਕਹੇ ਫਿਰ ਤੁਸੀਂ ਚੀਤਿਆਂ ਕੋ ਡਰ ਜਾਣਾ, ਫਿਰ ਤੁਸੀਂ ਇਹ ਨਹੀਂ ਕਿ ਫੋਟੋਗ੍ਰਾਫੀ ਕਰ ਲੋਗੇ, ਸਾਰਾ ਕੁਝ ਉੱਥੇ ਤੇ ਆ ਜਾਂਦਾ। ਦਲੇਰੀ ਵੀ ਹੋਣੀ ਚਾਹੀਦੀ। ਚਲੋ ਜੀ, ਮੈਨੂੰ ਸੀਐਮ ਵੀ ਬਣਾਤਾ, ਮੈਨੂੰ ਰਾਸ਼ਟਰਪਤੀ ਵੀ ਬਣਾਤਾ, ਮੈਨੂੰ ਪੀਐਮ ਵੀ ਬਣਾਤਾ ਮੇਰੀ ਸਿਫਾਰਿਸ਼ ਤੇ। ਚਲੋ ਦੇਖੋ ਹੁਣ ਕੀ ਬਣਦਾ। ਸੋ ਇਹ ਹਾਸੇ ਖੇਡਾਂ ਦੇ ਵਿੱਚ ਨਾਲ ਸਾਡੇ ਦਰਸ਼ਕਾਂ ਦੀ ਆਸ਼ੀਰਵਾਦ ਨਾਲ ਸਾਡੇ ਨਾਲ ਜੀ ਕਿਉਂ ਨਹੀਂ। ਤੁਸੀਂ ਇਸ ਵੇਲੇ ਪਗੜੀ ਧਾਰੀ ਹੋ ਗਏ ਜੇ, ਸਰਦਾਰਾਂ ਦੇ ਵਿੱਚ ਕੌਮ ਚ ਆ ਗਏ ਜੇ, ਦਲੇਰੀ ਨਾਲ ਰਹੋਗੇ ਔਰ ਪਿਆਰ ਨਾਲ ਰਹੋਗੇ ਔਰ ਗੁਰੂ ਦੇ ਉਪਦੇਸ਼ਾਂ ਤੇ ਚੱਲੋ। ਬਿਲਕੁਲ ਜੀ, ਮੇਰਾ ਪਰਿਵਾਰ ਤੇ ਸ਼ੁਰੂ ਤੋਂ ਹੀ ਪਗੜੀ ਧਾਰੀ ਹੈ, ਸ਼ੁਰੂ ਤੋਂ ਹੀ ਕੌਮ ਦੇ ਵਿੱਚ ਹੈ। ਉਹ ਮੈਂ ਥੋੜਾ ਟਰੈਕ ਤੋਂ ਸਾਈਡ ਹੋ ਗਿਆ ਸੀ, ਫਿਰ ਤੋਂ ਟਰੈਕ ਤੇ ਆ ਗਿਆ, ਘਰ ਮੁੜ ਆਏ। ਗੁਰੂ ਸਾਹਿਬ ਦੀ ਬਖਸ਼ਿਸ਼ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ ਹੁੰਦਾ, ਬਿਲਕੁਲ ਆਰਾਮ ਨਾਲ ਤੁਸੀਂ ਘਰ ਆ ਗਏ ਜੇ। ਹੁਣ ਬਾਬੇ ਦਾ ਨਾਮ ਜਪੋ ਤੇ ਬਾਬੇ ਦਾ ਨਾਮ ਜਪਦੇ ਆ ਜੀ ਜ਼ਰੂਰ, ਤੇ ਸਾਰੀ ਦੁਨੀਆ ਨੂੰ ਚਾਹੀਦਾ ਹੈ ਬਾਬੇ ਦਾ ਨਾਮ ਜਪਣਾ, ਸਿੱਧੇ ਕੰਮ ਕਰੋ। ਤੇ ਤੁਸੀਂ ਸਾਡੇ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰਿਆ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।